ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਐਵਰੀਬਾਡੀ ਵੈਲਕਮ। ਤੇ ਪਹਿਲੇ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਅਰਦਾਸ ਇੱਕੋ ਹੀ ਹੈ ਕਿ ਉਹਨਾਂ ਦੀਆਂ ਉਹ ਜਿਸ ਰਸਤੇ ਤੇ ਆਪ ਚੱਲੇ ਤੇ ਚਲਾਇਆ ਉਹ ਰਸਤਾ ਸਾਨੂੰ ਮਤਲਬ ਕਿ ਸਾਨੂੰ ਨਸੀਬ ਹੋਵੇ ਉਹ ਰਸਤਾ somehow ਅਸੀਂ ਇਨਫ ਕਰੇਜ ਗੈਦਰ ਕਰ ਸਕੀਏ ਅੰਦਰ ਕਿ ਅਸੀਂ ਉਸ ਰਸਤੇ ਤੇ ਚੱਲ ਸਕੀਏ। ਨਹੀਂ ਤੇ ਗੁਰਪੁਰਬ ਮਨਾਇਆ ਕੋਈ ਖਾਸ ਕੋਈ ਬਹੁਤਾ ਫਾਇਦਾ ਨਹੀਂ ਹੈ। ਪਿਛਲੇ ਕਿੰਨੇ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਗੁਰਪੁਰਬ। So I think I'll devote today's class, most of the class, to ਉਹਨਾਂ ਦੀ life ਦੀਆਂ teachings, ਉਹਨਾਂ ਦੀ brief ਇੱਕ sketch life ਦੀ. And then if somebody has any questions, they can just stop me right there and ask me the question. ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਭ ਨੂੰ ਪਤਾ ਹੈ 1469 ਵਿੱਚ ਹੋਇਆ। ਅੱਜ ਕੱਲ ਉਹਨਾਂ ਦੀ ਬਰਥ ਦੇ ਉੱਤੇ ਬੜੀ ਕੰਟਰੋਵਰਸੀ ਜੀ ਹੈ, ਬੜੇ ਝਗੜੇ ਲੜਾਈਆਂ ਹੁੰਦੀਆਂ ਉਹਨਾਂ ਦੀ ਬਰਥ ਦੇ ਉੱਤੇ ਵੀ। ਉਹ ਅਪ੍ਰੈਲ ਚ ਬੌਰਨ ਹੋਏ ਸਨ ਕਿ ਨਵੰਬਰ ਚ ਬੌਰਨ ਹੋਏ ਸਨ। ਅੱਜ ਕੱਲ ਜ਼ਿਆਦਾ ਹੋ ਗਿਆ ਪਹਿਲੇ ਨਾਲੋਂ। ਅੱਜ ਤੋਂ 40 ਸਾਲ ਪਹਿਲੇ ਕਿਸੇ ਨੇ ਕਦੀ ਕੋਈ ਸੁਣੀ ਨਹੀਂ ਸੀ ਗੱਲ ਇਸ ਬਾਰੇ ਕੋਈ, ਪਰ ਹੁਣ ਅੱਜ ਕੱਲ ਇਹ ਬੜਾ ਨਵਾਂ ਚੱਕਰ ਪੈਦਾ ਹੋਇਆ। ਟੂ ਮੀ ਇਟ ਡਜ਼ਨਟ ਰੀਅਲੀ ਮੈਟਰ ਦੋ। ਇਸ ਗੱਲ ਤੇ ਤੁਸੀਂ ਕਦੀ ਕਿਸੇ ਨਾਲ ਬਹਿਸ ਵੀ ਨਾ ਕਰਨਾ, ਕਦੀ ਵੀ। ਜੇਕਰ ਕੋਈ ਬਹਿਸ ਤੁਹਾਡੇ ਨਾਲ ਕਰਨਾ ਚਾਹੇ ਤੇ ਹਾਂਜੀ ਤੁਸੀਂ ਇਹੀ ਪੁੱਛਣਾ ਉਹਨਾਂ ਕੋਲੋਂ ਕਿ ਜੇ ਠੀਕ ਹੈ, ਜੇ ਤੁਹਾਡਾ ਮਨ ਮੰਨਦਾ ਹੈ ਅਗਰ ਉਹ ਅਪ੍ਰੈਲ ਚ ਤੇ ਫਿਰ ਅਪ੍ਰੈਲ ਚ ਮਨਾਓ ਤੁਸੀਂ, ਫਿਰ ਡਜ਼ਨਟ ਮੈਟਰ ਕਦਨ ਤੁਸੀਂ ਹਰ ਰੋਜ਼ ਮਨਾਓ ਉਹਨਾਂ ਦਾ ਬਰਥਡੇ। ਲੇਕਿਨ ਆਸਾ ਕੀ ਵਾਰ ਦੀ ਬਾਣੀ ਦਾ ਬੋਧ ਹੋਵੇ ਤੁਹਾਨੂੰ, ਹੈ ਨਾ। ਜੋ ਉਹ ਕਹਿ ਕੇ ਗਏ ਹਨ, ਜਪਜੀ ਬਾਣੀ ਦਾ ਬੋਧ ਹੋਵੇ, ਸਿੱਧ ਗੋਸ਼ ਦਾ ਬੋਧ ਹੋਵੇ, ਦੱਖਣੀ ਓਂਕਾਰ ਦਾ ਬੋਧ ਹੋਵੇ ਤੁਹਾਡੇ ਚ, ਉਹ ਜ਼ਿਆਦਾ ਇੰਪੋਰਟੈਂਟ ਹੈ। ਹਰ ਦਿਨ ਪਿਆਰਾ ਹੈ। ਹਰ ਦਿਨ ਜਦੋਂ ਗੁਰੂ ਨਾਨਕ ਯਾਦ ਆਏ ਹਨ ਉਹ ਦਿਨ ਪਿਆਰਾ ਹੈ, ਚਾਹੇ ਉਹ ਕੱਤਕ ਦੀ ਪੂਰਨਮਾਸ਼ੀ ਤੇ ਹੋਵੇ, ਚਾਹੇ ਉਹ ਵਿਸਾਖ ਵਾਲੀ ਜੋ ਹੋਵੇ। ਸੋ ਉਹਦੇ ਉੱਤੇ ਬਹੁਤਾ ਕਦੀ ਫੋਕਸ ਨਾ ਕਰਨਾ, ਔਰ ਕਦੀ ਆਪਣੀ ਲਾਈਫ ਦੇ ਉੱਤੇ ਇਹੋ ਜਿਹੀਆਂ ਜਿਹੜੀਆਂ ਤੁਹਾਡੀਆਂ ਇੰਪੋਰਟੈਂਟ ਘੜੀਆਂ ਹਨ ਜਿਹੜੀਆਂ ਲਾਈਫ ਦੀਆਂ, ਉਹਨਾਂ ਨੂੰ ਇਹਨਾਂ ਬੇਕਾਰ ਦੀਆਂ ਚੀਜ਼ਾਂ ਦੇ ਉੱਤੇ ਕਦੀ ਫੋਕਸ ਕਰਕੇ ਇਹ ਨਾ ਹੋਵੇ ਕਿ ਸਾਰੀ ਜ਼ਿੰਦਗੀ ਇਹਦੇ ਚੀਜ਼ ਹੀ ਚਲੇ ਜਾਏ। ਜਨਮ ਤਲਵੰਡੀ ਹੁੰਦਾ ਹੈ, ਬਚਪਨ ਤੋਂ ਪ੍ਰਮਾਤਮਾ ਨਾਲ ਜੁੜੇ ਹਨ, ਔਰ ਬਚਪਨ ਚ ਬੜੀਆਂ ਇਹੋ ਜਿਹੀਆਂ ਚੀਜ਼ਾਂ ਹੋਈਆਂ ਹਨ ਜਦੋਂ ਮਾਪਿਓ ਨੂੰ ਲੱਗਿਆ ਹੈ ਕਿ ਇਹ ਡਿਫਰੈਂਟ ਚਾਈਲਡ ਹਨ ਬੜੇ, ਹਨਾ। ਸਭ ਤੋਂ ਪਹਿਲੇ ਆਈ ਥਿੰਕ ਭੈਣ ਮਹਿਸੂਸ ਕਰਦੀ ਹੈ, ਵੱਡੀ ਭੈਣ ਨਾਲ ਬਹੁਤ ਜ਼ਿਆਦਾ ਪਿਆਰ ਸੀ ਆਪਸ ਵਿੱਚ ਉਹਨਾਂ ਦਾ। ਵੱਡੇ ਸਨ ਉਹਨਾਂ ਤੋਂ, ਐਗਜ਼ੈਕਟਲੀ ਕਿਤਨੇ ਵੱਡੇ ਸਨ ਕਹਿਣਾ ਮੁਸ਼ਕਿਲ ਹੈ, ਪ੍ਰੋਬੇਬਲੀ 5 to 6 years older ਸਨ ਉਹਨਾਂ ਤੋਂ ਜ਼ਿਆਦਾ। ਵੱਡੇ ਹੋਣ ਕਾਰਨ ਭੈਣ ਨਾਲ ਰਿਸ਼ਤਾ ਉਹਨਾਂ ਦਾ ਬਹੁਤ ਸਟਰੋਂਗ ਸੀ ਆਪਸ ਵਿੱਚ, ਭੈਣ ਭਰਾ ਦਾ ਪਿਆਰ ਬਹੁਤ ਸੀ ਆਪਸ ਵਿੱਚ। ਛੋਟੀ ਉਮਰ ਤੋਂ ਮਾਪਿਓ ਨੇ, ਹਰ ਮਾਪਿਓ ਦੀ ਇੱਕ ਡ੍ਰੀਮ ਹੁੰਦੀ ਹੈ ਕਿ ਬੱਚਾ ਅੱਛੀ ਤਰ੍ਹਾਂ ਪੜ੍ਹ ਲਿਖ ਜਾਏ ਸਾਡਾ, ਜਿੱਦਾਂ ਸਾਡੀ ਆਪਣੀ ਹੈ, ਤੁਹਾਡੇ ਆਪਣੇ ਬੱਚੇ ਹਨ ਸਾਰਿਆਂ ਦੇ। ਸਭ ਨੂੰ ਇਹ ਹੁੰਦਾ ਕਿ ਮੇਰਾ ਬੱਚਾ ਠੀਕ ਤਰ੍ਹਾਂ ਪੜ੍ਹ ਜਾਏ, ਅੱਛੇ ਸਕੂਲ ਚਲਾ ਜਾਏ, ਫਿਰ ਕਿਸੇ ਯੋਗ ਬਣ ਜਾਏ, ਪੈਸੇ ਕਮਾਏ, ਆਪਣਾ ਘਰ ਜਿਹੜਾ ਚਲਾ ਸਕੇ ਆਪਣਾ। ਹਰ ਇੱਕ ਦੀ ਮਦਰ ਐਂਡ ਫਾਦਰ ਦੀ ਡ੍ਰੀਮ ਹੁੰਦੀ ਹੈ, ਸੋ ਉਹਨਾਂ ਦੀ ਮਮ ਡੈਡ ਵੇ ਨੋ ਡਿਫਰੈਂਟ, ਉਹਨਾਂ ਦੀ ਵੀ ਡ੍ਰੀਮ ਸੀ। ਉਹਨਾਂ ਨੇ ਪੜ੍ਹਾਈ ਲਿਖਾਈ ਵਾਸਤੇ ਉਹਨਾਂ ਦਾ ਪੂਰਾ ਇੰਤਜ਼ਾਮ ਕੀਤਾ। ਐਂਡ ਜਸਟ ਲੈਟ ਯੂ ਨੋ ਕਿ ਉਹਨਾਂ ਦਾ ਜਨਮ ਪਟਵਾਰੀ ਸਨ ਉਹਨਾਂ ਦੇ ਫਾਦਰ। ਸੋ ਇਟਸ ਅ ਵੈਰੀ ਹਾਈ ਗਵਰਨਮੈਂਟ ਪੋਸਟ ਵਿੱਚ, ਮੁਗਲ ਉਸ ਦਿੱਲੀ ਸਲਤਨਤ ਦੇ ਥੱਲੇ ਪਟਵਾਰੀ ਦੀ ਬੜੀ ਇੱਜ਼ਤ ਹੁੰਦੀ ਹੈ। ਲੈਂਡ ਰੈਵਨਿਊ ਆਫਿਸਰ ਹੁੰਦਾ ਹੈ, ਲੈਂਡ ਦੀਆਂ ਡਿਵੀਜ਼ਨ ਉਹਨਾਂ ਦੇ ਹੱਥ ਹੁੰਦੀਆਂ, ਪੂਰੇ ਜ਼ਿਲ੍ਹੇ ਦਾ ਉਹਨਾਂ ਦੇ ਹੱਥ ਹੁੰਦੀਆਂ ਸਾਰੀਆਂ। ਸੋ ਬੜਾ ਇੱਜ਼ਤ ਤੇ ਨਾਮ ਸੀ ਉਹਨਾਂ ਦੇ ਫਾਦਰ ਦਾ। ਕੋਈ ਐਸੀ ਗੱਲ ਨਹੀਂ ਹੈ ਘਰ ਖਾਂਦੇ ਪੀਂਦੇ ਲੋਕ ਤੇ ਕੋਈ ਗਰੀਬ ਕਿਸੇ ਘਰ ਚ ਪੈਦਾ ਨਹੀਂ ਹੋਏ। ਫਿਰ ਬਹੁਤੇ ਸਿਬਲਿੰਗ ਵੀ ਨਹੀਂ ਸਨ, ਇੱਕੋ ਹੀ ਸੀ ਨਾਲ। ਉਹਨਾਂ ਹਾਲਾਤਾਂ ਵਿੱਚ ਉਹਨਾਂ ਦੀ ਪਰਵਰਿਸ਼ ਹੋਈ ਛੋਟੇ ਹੁੰਦਿਆਂ ਤੋਂ। ਲੇਕਿਨ ਆਪ ਸ਼ੁਰੂ ਤੋਂ ਆਪ ਨਾਰਾਇਣ ਕਲਾਧਾਰ ਹੋਣ ਦੇ ਕਾਰਨ ਨਾਲ ਜੁੜੇ, ਉੱਥੇ ਉਹਨਾਂ ਦੀ ਲਿਵ ਸ਼ੁਰੂ ਤੋਂ ਪ੍ਰਮਾਤਮਾ ਵਿੱਚ ਜੁੜੀ ਹੋਈ ਹਮੇਸ਼ਾ ਰਹਿੰਦੀ ਸੀ, ਹਮੇਸ਼ਾ। ਸੋ ਇਹ ਜਦੋਂ ਮਾਪਿਓ ਨੇ ਨੋਟਿਸ ਕਰਨਾ ਸ਼ੁਰੂ ਕੀਤਾ ਛੋਟੇ ਹੁੰਦਿਆਂ ਤੋਂ, ਤੇ ਬੜੇ ਟੀਚਰਸ ਕੋਲ ਭੇਜਿਆ, ਪੰਡਿਤ ਹਰਦਿਆਲ ਕੋਲ ਭੇਜਿਆ, ਫਿਰ ਹੋਰ ਬੜੇ ਜਗ੍ਹਾ ਕੋਲ ਗਏ, ਫਿਰ ਕਾਜ਼ੀ ਕੋਲ ਭੇਜਿਆ। ਵੀ ਇਹ ਮਹਿਸੂਸ ਹੋਇਆ ਕਿ ਜੇ ਸੰਸਕ੍ਰਿਤ ਨਹੀਂ ਪੜ੍ਹ ਸਕੇ ਤੇ ਕੋਈ ਗੱਲ ਨਹੀਂ, ਫਾਰਸੀ ਪੜ੍ਹ ਜਾਣਗੇ, ਕੁਝ ਆਫੀਸ਼ੀਅਲ ਕਿਧਰੇ ਜੌਬ ਲੱਗ ਜਾਏਗੀ। ਕਿਉਂਕਿ ਲੈਂਡ ਰੈਵਨਿਊ ਜਿਹੜੇ ਸਨ, ਜਿਹੜੇ ਰੈਕਰਡ ਜਿਹੜੇ ਰੱਖੇ ਜਾਂਦੇ ਸਨ ਸਾਰੇ, ਉਹ ਸਾਰੇ ਫਾਰਸੀ ਵਿੱਚ ਰੱਖੇ ਜਾਂਦੇ ਸਨ। ਤੇ ਫਾਰਸੀ ਸਿੱਖਣੀ ਉਸ ਵੇਲੇ ਬੜੀ ਇੰਪੋਰਟੈਂਟ ਸੀ ਉਹਨਾਂ ਦਿਨਾਂ ਵਿੱਚ, ਜੇ ਤੁਸੀਂ ਗਵਰਨਮੈਂਟ ਜੌਬ ਲੈਣਾ ਹੈ। ਤੇ ਕਿਸੇ ਵੀ ਗਵਰਨਮੈਂਟ ਜਿਸ ਅੱਜ ਕੱਲ ਇੰਗਲਿਸ਼ ਇਜ਼ ਅ ਆਫੀਸ਼ੀਅਲ ਲੈਂਗੁਏਜ ਹੈ ਕੋਰਟ ਦੀ, ਉਸ ਵੇਲੇ ਫਾਰਸੀ ਸੀ।
ਤੇ ਉੱਥੇ ਵੀ ਭੇਜੇ ਗਏ ਹਰ ਜਗ੍ਹਾ ਤੋਂ। ਉਹ ਉੱਥੇ ਅੱਗੇ ਪੜ੍ਹਾ ਕੇ ਆ ਗਏ, ਤੁਹਾਨੂੰ ਸਭ ਨੂੰ ਪਤਾ, ਮੈਂ ਸਾਖੀਆਂ ਨਹੀਂ ਸੁਣਾਣੀਆਂ। ਫਿਰ ਬੜੇ ਹੋਰ ਇਨਸੀਡੈਂਟ ਹੋਏ। ਫਿਰ ਗਾਈਆਂ ਮੱਝਾਂ ਚਰਾਉਣ ਵਾਸਤੇ ਭੇਜਿਆ, ਉਹ ਵੀ ਸਕਸੈਸਫੁਲ ਨਾ ਹੋ ਪਾਏ। ਉਹ ਕਿਧਰੇ ਬੈਠੇ ਇੱਕ ਜਗ੍ਹਾ, ਕਿਧਰੇ ਸਿਮਰਨ ਚ ਮਨ ਜੁੜ ਗਿਆ, ਤਾਂ ਪਤਾ ਹੈ ਖੇਤ ਜਿਹੜੇ ਖਾਦੇ ਗਏ, ਲੇਕਿਨ ਫਿਰ ਹਰਿਆਵਲ ਹੋ ਗਈ। ਸੱਪ ਦਾ ਵੀ ਇਨਸੀਡੈਂਟ ਆਉਂਦਾ ਜਨਮ ਸਾਖੀਆਂ ਵਿੱਚ, ਕਈਆਂ ਇਹੋ ਜਿਹੇ ਹੋਰ ਬੜੇ ਇਨਸੀਡੈਂਟ ਆਉਂਦੇ ਨੇ। ਫਿਰ ਮਾਪਿਓ ਨੇ ਇਹ ਸੋਚਿਆ ਚਲੋ ਠੀਕ ਹੈ, ਇਸ ਬਾਰੇ ਸਕਸੈਸਫੁਲ ਨਹੀਂ ਹੋਏ ਤੇ ਕੋਈ ਗੱਲ ਨਹੀਂ, ਮੇਬੀ ਵਪਾਰ ਵਾਲੀ ਬਿਰਤੀ ਹੈ ਬੜੀ, ਤੇ 20 ਰੁਪਏ ਕੱਢ ਕੇ ਦਿੱਤੇ। ਉਹ ਵੀ ਗਏ, ਉਹ ਵੀ ਭੁੱਖਿਆਂ ਨੂੰ ਖਵਾਏ ਜਾ ਕੇ। ਉੱਥੇ ਵੀ ਘਰ ਆਏ ਤੇ ਬੜੀ ਡਾਂਟ ਪਈ। ਜਨਮ ਸਾਖੀਆਂ 'ਚ ਲਿਖਿਆ ਥੱਪੜ ਵੀ ਪਿਆ ਉਹਨਾਂ ਨੂੰ। Guru Nanak Chamatkar is probably the only single most important book that you can read about his life, though, is what I recommend. ਅਗਰ ਕਿਸੇ ਨੇ ਉਹਨਾਂ ਦੀ ਆਤਮਾ ਨੂੰ ਛੂਹਣਾ ਹੈ, ਕਿਸੇ ਨੇ ਉਹਨਾਂ ਦੀ ਆਤਮਾ ਦੇ ਦਰਸ਼ਨ ਕਰਨੇ ਹਨ, ਤੇ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਹਰਾਂ ਦੇ ਥਰੂ ਕਰ ਸਕਦੇ ਹਨ ਉਹਨਾਂ ਦੀ ਆਤਮਾ ਦੇ ਦਰਸ਼ਨ। ਉਹਨਾਂ ਤੋਂ ਬੈਟਰ ਕੋਈ ਨਹੀਂ ਕਰਾ ਸਕਦਾ ਹੋਰ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਬੜਾ ਜ਼ਿਕਰ ਹੈ ਉਹਨਾਂ ਦਾ, ਉਹਨਾਂ ਦੀ ਲਾਈਫ ਬਾਰੇ। ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਈ ਸ਼ਬਦ ਹਨ ਜਿਹੜੇ ਸਿਫਤ ਕਰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ। ਬਚਪਨ ਇਸ ਤਰ੍ਹਾਂ ਬੀਤਿਆ, ਫਿਰ ਭੈਣ ਦਾ ਵਿਆਹ ਹੋ ਗਿਆ। ਵਿਆਹ ਹੋਣ ਤੋਂ ਬਾਅਦ ਭੈਣ ਵਿਆਹ ਕੇ ਸੁਲਤਾਨਪੁਰ ਲੋਧੀ ਆ ਗਏ, ਇਹ ਉੱਥੇ ਰਹਿ ਗਏ। ਇਹਨਾਂ ਦੀ ਹੋਰ ਬਿਰਤੀ ਜਿਹੜੀ ਹੈ ਦੂਸਰੇ ਪਾਸੇ ਚਲੀ ਗਈ। ਕੁਆਇਟ ਹੋਰ ਰਹਿਣੇ ਸ਼ੁਰੂ ਹੋ ਗਏ, ਮਾਪਿਆਂ ਨੂੰ ਹੋਰ ਫਿਕਰ ਹੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਇੱਕ ਸ਼ਬਦ ਵੀ ਆਉਂਦਾ ਹੈ ਜਿੱਥੇ ਇੱਕ ਵਾਰੀ, ਜਿਸਾਂ ਹਰ ਮਦਰ ਨੂੰ ਹੁੰਦਾ ਹੈ, ਮੇਰੇ ਪੁੱਤਰ ਨੂੰ ਕੀ ਹੋਇਆ, ਵਾਈ ਇਜ਼ ਮਾਈ ਸਨ ਨਾਟ ਬਿਹੇਵਿੰਗ ਦ ਰਾਈਟ। ਵਿਚਾਰੀ ਫਿਰ ਡਾਕਟਰ ਕੋਲ ਲੈ ਕੇ ਗਈ, ਆਇਆ ਸ਼ਬਦ ਵੈਦ ਬੁਲਾਇਆ, ਵੈਦ ਕੀ ਪਕੜ ਟੰਡੋਲੇ ਬਾਂਹ। ਜਿਹਦੇ ਮਨ 'ਚ ਵੈਰਾਗ ਵਾਲੀ ਅਵਸਥਾ ਹੋਵੇ, ਉਹਨੂੰ ਵਿਚਾਰੇ ਭੋਲੇ ਵੈਦ ਨੂੰ ਕੀ ਪਤਾ ਹੈ ਮੇਰੇ ਨਾਲ ਕੀ ਹੋ ਰਿਹਾ ਹੈ। ਫਿਰ ਭੈਣ ਦੀ ਚਿੱਠੀ ਲਿਖਣ ਤੋਂ ਬਾਅਦ ਭੈਣ ਨੇ ਸੁਜੈਸਟ ਕੀਤਾ ਕਿ ਨਾਨਕ ਨੂੰ ਮੇਰੇ ਕੋਲ ਭੇਜ ਦਿਓ। ਉਹ ਫਿਰ ਤਲਵੰਡੀਓਂ ਚੱਲ ਕੇ ਸੁਲਤਾਨਪੁਰ ਲੋਧੀ ਆਉਂਦੇ ਹਨ। ਇੱਥੇ ਉਹਨਾਂ ਦੇ ਹਸਬੈਂਡ ਦੀ ਜੌਬ ਸੀ ਨਵਾਬ ਕੋਲ, ਜਿਹੜੇ ਲੋਕਲ ਨਵਾਬ ਸੀ ਜਿਹੜਾ, ਉੱਥੇ ਉਹਨਾਂ ਦੀ ਜੌਬ ਜਿਹੜੀ ਹੈ ਮੋਦੀ ਖਾਨੇ ਲੱਗ ਗਈ, ਜੌਬ ਲੱਗ ਗਈ, ਪੈਸੇ ਕਮਾਣੇ ਥੋੜੇ ਸ਼ੁਰੂ ਹੋ ਗਏ। ਪਿਤਾ ਜੀ ਬੜੇ ਖੁਸ਼ ਹੋਏ ਇਸ ਗੱਲ ਤੇ ਕਿ ਮੇਰਾ ਨਾਨਕ ਲਾਇਕ ਬੰਦਾ ਹੋ ਗਿਆ ਹੈ। ਉਹਨਾਂ ਨੂੰ ਕੀ ਪਤਾ ਸੀ ਕਿਸ ਵਾਸਤੇ ਆਏ ਹੈ ਇੱਥੇ, ਉਹਨਾਂ ਨੂੰ ਨਹੀਂ ਪਤਾ। ਰਾਏ ਬੁਲਾਰ, ਫਿਰ ਵੀ ਰਾਏ ਬੁਲਾਰ ਤੇ ਨਾਨਕੀ ਵੇਰ ਦੇ ਟੂ ਪੀਪਲ। ਮਦਰ ਹੁੰਦੀ ਹੈ, ਮਦਰ ਉਹ ਮਮਤਾ ਦੀ ਮਾਰੀ ਉਹਨਾਂ ਨੇ ਆਪਣੇ ਆਪ ਨੂੰ ਬੱਚੇ ਦੀ ਤਰ੍ਹਾਂ ਉਹਨਾਂ ਨੂੰ ਦੇਖਿਆ ਉਹਨਾਂ ਨੂੰ। ਤੇ ਵਹੀ ਨਦੀ ਦਾ ਇਨਸੀਡੈਂਟ ਫਿਰ ਹੋਇਆ ਬਾਅਦ ਵਿੱਚ। ਅੱਜ ਕੱਲ ਹੁਣ ਕਈ ਆਥਰ ਨਹੀਂ ਮੰਨਦੇ, ਮੰਨਣ ਨਾ ਮੰਨਣ ਹੋਰ ਗੱਲ ਹੈ। ਗੁਰੂ ਨਾਨਕ ਚਮਤਕਾਰ ਵਿੱਚ ਬਹੁਤ ਸੋਹਣੀ ਤਰੀਕੇ ਦੇ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਨੇ ਉਸ ਇਨਸੀਡੈਂਟ ਨੂੰ ਡਿਸਕ੍ਰਾਈਬ ਕੀਤਾ ਹੈ। ਜੇ ਪੂਰੀ ਬੁੱਕ ਪੜ੍ਹਨ ਦਾ ਟਾਈਮ ਨਾ ਹੋਵੇ ਤੇ ਕਦੀ ਮੈਨੂੰ ਫੋਨ ਕਰ ਲੈਣਾ ਤੇ ਮੈਂ ਤੁਹਾਨੂੰ ਚੈਪਟਰ ਦੱਸ ਜਾਵਾਂਗਾ ਜਿਹੜੇ ਚੈਪਟਰ ਮੇਰੇ ਹਿਸਾਬ ਦੇ ਨਾਲ ਬੜੇ ਕ੍ਰਿਟੀਕਲ ਨੇ। ਤੇ ਉਹ ਚੈਪਟਰ ਬਹੁਤ ਕ੍ਰਿਟੀਕਲ ਹੈ। ਉਹਨਾਂ ਨੇ ਉੱਥੇ ਜਿੱਥੇ ਫਿਰ ਉਹ ਮੇਲ ਹੁੰਦਾ ਹੈ ਜਿੱਥੇ, ਤੇ ਉੱਥੇ ਇੱਕ ਕਿਸਮ ਦੀ ਉਹਨਾਂ ਨੂੰ ਅੰਦਰੋਂ ਇੱਕ ਹੁੰਦੀ ਹੈ ਕਿ ਨਹੀਂ, ਮੈਂ ਹੁਣ ਦੁਨੀਆ ਨੂੰ ਅੱਗੇ ਕਰਨ ਜਾਣਾ ਹੈ, ਦੁਨੀਆ ਨੂੰ ਤਾਰਨ ਜਾਣਾ ਹੈ। ਉੱਥੋਂ ਫਿਰ ਉਹ ਸੁਲਤਾਨਪੁਰ ਲੋਧੀ ਤੋਂ ਫਿਰ ਉਹ ਉਦਾਸੀਆਂ ਦੀ ਚੱਕਰ ਸ਼ੁਰੂ ਹੁੰਦਾ ਹੈ। ਤੇ 4 ਉਦਾਸੀਆਂ ਲਿਖੀਆਂ ਹਨ ਹਰ ਜਗ੍ਹਾ। ਕਈਆਂ ਨੇ 5 ਹੀ ਮੰਗੀਆਂ ਹਨ, ਕਈਆਂ ਨੇ 3 ਮੰਨਦੇ ਹਨ। ਮੋਸਟ ਆਥਰ ਮੰਨਦੇ 4 ਹਨ। ਪਹਿਲੀ ਉਦਾਸੀ ਪੰਜਾਬ ਵਿੱਚ ਹੋਈ, ਜਿਹੜੀ ਲੋਕਲ ਪੰਜਾਬ ਵਿੱਚ, ਸਦਰਨ ਪੰਜਾਬ ਤੇ ਨਾਰਦਰਨ ਪੰਜਾਬ ਵਿੱਚ, ਛੋਟੀ ਉਦਾਸੀ ਸੀ। ਦੂਸਰੀ ਉਦਾਸੀ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਜਿਹੜੇ ਪੂਰਾ ਭ੍ਰਮਣ ਉਹਨਾਂ ਨੇ ਭਾਰਤ ਦਾ ਕੀਤਾ ਉਹਨਾਂ ਨੇ ਸਾਰਾ, ਜਿੱਥੇ ਕਿ ਦਿੱਲੀ ਤੋਂ ਲੈ ਕੇ ਸਾਰਾ ਨਾਰਥ, ਸਾਰਾ ਮਥੁਰਾ ਗਿਆ, ਰਾਜਗੀਰ, ਪਟਨਾ, ਹਰ ਜਗ੍ਹਾ, ਅਸਾਮ, ਉਹ ਧੁਬੜੀ ਤੱਕ ਗਏ, ਢਾਕਾ, ਥੱਲੋਂ ਫਿਰ ਡਾਊਨ ਸਾਊਥ ਟੂਵਰਡਸ ਉੜੀਸਾ, ਜਗਨਨਾਥਪੁਰੀ ਦਾ ਫੇਰਾ, down south, all the way down south to Tamil Nadu, ਜਿੱਥੇ ਮਦੁਰਾਈ ਹੈ। then crossing ਦੀ ਜਿਹੜਾ ਛੋਟੀ ਸਟ੍ਰੇਟ ਜਿਹੜੀ ਹੈ to go to Sri Lanka, ਲੰਕਾ ਵੀ ਗਏ। ਉੱਥੋਂ ਫਿਰ ਉਹਨਾਂ ਨੇ ਉੱਥੇ ਗੁਰਦੁਆਰੇ ਹਨ 3-4 ਜਿਹੜੇ, ਕੋਲੰਬੋ ਵਿੱਚ ਵੀ ਹਨ 2-3 ਜਗ੍ਹਾ ਹੋਰ ਵੀ ਹਨ ਜਿੱਥੇ ਪ੍ਰੂਫ ਮਿਲਦੇ ਹਨ ਜਿੱਥੇ ਗਏ ਹਨ। ਵਾਪਸੀ ਤੇ ਫਿਰ ਦਿਨ ਦਾ ਨਾਰਦਰਨ ਰਾਊਟ, ਜਿਹੜੀ ਘਾਟ ਵਾਲਾ ਰਾਊਟ ਲੈ ਕੇ ਗੁਜਰਾਤ ਹੁੰਦੇ ਹੋਏ ਵਾਪਸ, ਦਿੱਲੀ ਹੁੰਦੇ ਹੋਏ ਵਾਪਸ ਪੰਜਾਬ ਪੁੱਜੇ। ਇਹ ਦੂਸਰੀ ਉਦਾਸੀ ਸੀ। ਤੀਸਰੀ ਉਦਾਸੀ ਉਹਨਾਂ ਦੀ ਜਿਹੜੀ ਹੈ ਉਹ ਜਿਹੜੀਆਂ ਮਾਊਂਟੇਨਸ ਜਿਹੜੇ ਏਰੀਆਜ਼ ਜਿਹੜੇ ਹਨ ਤਿੱਬਤ ਦੇ, ਉਹਨਾਂ ਚ ਉਦਾਸੀ ਲਿੱਤੀ ਉਹਨਾਂ ਨੇ। ਉੱਥੇ ਵੀ ਫਿਰ ਸਿੱਧਾਂ ਨਾਲ ਮੁਲਾਕਾਤ ਹੋਈ। ਸਿੱਧਾਂ ਨਾਲ ਮੁਲਾਕਾਤ 2 ਜਗ੍ਹਾ ਹੋਈ। ਇੱਕ ਜਗ੍ਹਾ ਸਿੱਧ ਪਰਬਤ ਤੇ ਹੋਈ, ਉੱਤੇ ਮੇਰੂ ਪਰਬਤ ਤੇ ਹੋਈ, ਤੇ ਦੂਸਰੀ ਜਿਹੜੀ ਹੈ ਅਚਲ ਵਿਟਾਲੇ ਹੋਈ। ਅਚਲ ਵਿਟਾਲੇ ਵਾਲੀ ਜਿਹੜੀ
ਮੁਲਾਕਾਤ ਜਿਹੜੀ ਹੈ ਉਹ ਲੇਟਰ ਔਨ ਹੋਈ ਉਹਨਾਂ ਦੀ ਲਾਈਫ ਵਿੱਚ, ਜਦੋਂ ਕਰਤਾਰਪੁਰ ਸੈਟਲ ਹੋ ਗਏ ਸਨ ਤਾਂ ਚਲ ਬਟਾਲੇ ਹੋਈ ਉਹ ਵਾਲੀ। ਤੇ ਇਹ ਤੀਸਰੀ ਉਦਾਸੀ ਵਾ। ਚੌਥੀ ਉਦਾਸੀ ਉਹਨਾਂ ਦੀ ਜਿਹੜੀ ਉਹ ਵੈਸਟ ਦੀ ਤਰਫ ਗਏ ਹਨ, ਮੱਕਾ ਮਦੀਨਾ ਗਏ ਹਨ। ਪ੍ਰੂਫ ਮਿਲਦੇ ਹਨ ਇਸ ਗੱਲ ਦੇ ਬੜੀ ਜਗ੍ਹਾ ਤੋਂ, ਤੇ ਬਗਦਾਦ ਦੇ ਵੀ ਪ੍ਰੂਫ ਮਿਲਦੇ ਹਨ, ਕਈ ਨਹੀਂ ਮੰਨਦੇ ਕਈ ਮੰਨਦੇ ਹਨ। ਹੁਣ ਨਵੇਂ ਆਥਰ ਬੜੇ ਹਨ ਜੀ, ਉਹ ਜਰੂਸਲਮ ਵੀ ਗਏ ਹਨ ਤੇ ਰੋਮ ਵੀ ਗਏ ਹਨ, ਪਤਾ ਨਹੀਂ ਗਏ ਕਿ ਨਹੀਂ ਗਏ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਮੋਸਟ ਜਿਹੜਾ ਪ੍ਰੈਵਲੈਂਟ ਥਾਟ ਪ੍ਰੋਸੈਸ ਹੈ ਕਿ ਮੱਕਾ ਮਦੀਨਾ ਗਏ ਹਨ, ਬਗਦਾਦ ਗਏ ਹਨ। ਤੇ ਈਰਾਨ ਦੇ 2-3 ਸ਼ਹਿਰਾਂ ਦੇ ਨਾਂ ਆਉਂਦੇ ਹਨ। ਇੱਕ ਮਸ਼ਾਦ ਦਾ ਨਾਂ ਆਉਂਦਾ ਜਿੱਥੇ ਪੁਰਾਤਨ ਗੁਰਦੁਆਰਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਨਾਰਦਰਨ ਈਰਾਨ ਵਿੱਚ ਹੁਣ ਵੀ ਹੈ, ਦੇਖ ਸਕਦੇ ਹੋ ਤੁਸੀਂ। ਉੱਥੇ ਗਏ ਹਨ ਜ਼ਰੂਰ, ਵਾਪਸੀ ਤੇ ਲੰਘੇ ਹੋਣੇ ਨੂੰ ਰਸਤਾ ਸੀ ਉਸ ਪਾਸੋਂ ਲੰਘਣ ਦਾ। ਤੇ ਵਾਪਸੀ ਤੇ ਫਿਰ ਹਸਨ ਅਬਦਾਲ, ਉਸ ਫੇਰੀ ਤੇ ਫਿਰ ਹਸਨ ਅਬਦਾਲ ਹੁੰਦੇ ਹੋਏ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਹੈ ਹੁਣ, ਹੁੰਦੇ ਹੋਏ ਵਾਪਸ ਸੁਲਤਾਨਪੁਰ ਲੋਧੀ ਆ ਕੇ ਤੇ ਫਿਰ ਉਹ ਕਰਤਾਰਪੁਰ ਸੈਟਲ ਹੋਏ ਉਸ ਤੋਂ ਬਾਅਦ। ਤੇ ਕਰਤਾਰਪੁਰ ਸੈਟਲ ਫਿਰ 18-19 ਸਾਲ ਕਰਤਾਰਪੁਰ ਲਾਸਟ ਉਹਨਾਂ ਦਾ ਕਰਤਾਰਪੁਰ ਰਿਹਾ ਉਹਨਾਂ ਦਾ। ਤੇ ਉਸ ਤੋਂ ਬਾਅਦ ਫਿਰ ਉਹ ਉੱਥੇ ਉਹਨਾਂ ਨੇ ਫਿਰ ਜੋਤੀ ਜੋਤ ਸਮਾਏ ਉੱਥੇ। ਫਿਰ ਉੱਥੇ ਵੀ ਬੜੀਆਂ ਕੰਟਰੋਵਰਸੀਜ਼ ਹਨ ਕਿ ਉਹ ਜੀ ਹੋ ਗਈ ਜੀ, ਕਈਆਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕ੍ਰੀਮੇਟ ਕਰਨਾ ਹੈ, ਕਈਆਂ ਨੇ ਕਿਹਾ ਕਿ ਨਹੀਂ ਅਸੀਂ ਉਹਨੂੰ ਦਫਨਾਉਣਾ ਹੈ, ਵਟ ਐਵਰ ਇਟ ਇਜ਼, ਸਾਖੀਆਂ ਜੋ ਆਈ ਗੱਲ ਉਹ ਮੈਂ ਰਿਪੀਟ ਨਹੀਂ ਕਰਨੀ। ਤੇ ਇਹ ਉਹਨਾਂ ਦੀ ਇੱਕ ਬਰੀਫ ਲਾਈਫ ਜੀ ਸਕੈਚ ਹੈ ਉਹਨਾਂ ਦੀ ਲਾਈਫ ਦੀ। ਬਟ ਦੀ ਇੰਪੋਰਟੈਂਟ ਪਾਰਟ ਉਹਨਾਂ ਦੀ ਲਾਈਫ ਵਿੱਚ ਇਹ ਹੈ ਕਿ ਉਹਨਾਂ ਦੀ ਫਿਲਾਸਫੀ ਕੀ ਸੀ, ਉਹ ਕਿਸ ਚੀਜ਼ 'ਚ ਬਿਲੀਵ ਕਰਦੇ ਸਨ। ਤੇ ਉਹਨਾਂ ਦੀ ਲਾਈਫ ਨੂੰ ਅੱਧੇ ਘੰਟੇ ਵਿੱਚ ਜਾਂ ਘੰਟੇ ਵਿੱਚ ਸਮਝਾਉਣਾ ਬਹੁਤ ਇੱਕ ਚੈਲੰਜ ਹੈ, ਬਹੁਤ ਵੱਡਾ, ਕਿਉਂਕਿ ਬੜੀ ਮਲਟੀ ਫੈਸੇਟਡ ਲਾਈਫ ਸੀ ਉਹਨਾਂ ਦੀ ਆਪਣੀ। ਔਰ ਇੱਕ ਜਿੱਥੇ ਵੱਡੇ ਫਿਲਾਸਫਰ ਹਨ ਉੱਥੇ ਪ੍ਰਮਾਤਮਾ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਹੈ ਕਿ ਪ੍ਰਮਾਤਮਾ ਦੇ ਬਹੁਤ ਵੱਡੇ ਭਗਤ ਸਨ। ਇੱਕ ਪ੍ਰਮਾਤਮਾ ਨੂੰ ਜਾਣਨ ਵਾਲੇ, ਇੱਕ ਓੰਕਾਰ ਨੂੰ ਮੰਨਣ ਵਾਲੇ। ਉਹਨਾਂ ਨੇ ਇੱਕ ਦੀ ਜੋਤ ਸਭ 'ਚ ਦੇਖੀ। ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ ਮੁਸਲਮਾਨ ਵਿੱਚ ਤੇ ਹਿੰਦੂ ਵਿੱਚ, ਨਾ ਸ਼ੂਦਰ ਵਿੱਚ ਤੇ ਵੈਸ ਵਿੱਚ, ਨਾ ਬ੍ਰਾਹਮਣ ਵਿੱਚ ਤੇ ਕਿਸੇ ਹੋਰ ਵਿੱਚ, ਨਾ ਕਿਸੇ ਬੁੱਧ ਧਰਮ ਦੇ ਲੋਕਾਂ ਵਿੱਚ, ਕਿਸੇ ਹੋਰ ਧਰਮ ਦੇ ਲੋਕਾਂ ਵਿੱਚ। ਕਿਧਰੇ ਕੋਈ ਪ੍ਰੂਫ ਨਹੀਂ ਮਿਲਦਾ, ਕਿਧਰੇ ਕੋਈ ਉਹ ਜੀ ਸਾਖੀ ਨਹੀਂ ਮਿਲਦੀ। ਉਹਨਾਂ ਨੇ ਬਸ ਇੱਕੋ ਹੀ ਗੱਲ ਸਿਖਾਈ ਕਿ ਪ੍ਰਮਾਤਮਾ ਦਾ ਪਿਆਰ ਪ੍ਰੇਮਾ ਭਗਤੀ ਨਾਲ ਕਰਨਾ ਹੈ ਤੁਸੀਂ। ਪਹਿਲੇ ਬੜੇ ਤਰੀਕੇ ਲੋਕਾਂ ਨੇ ਅਪਣਾਏ ਹੋਣੇ। ਇੱਕ ਤਰੀਕਾ ਸੀ ਜਿਸ ਤਰ੍ਹਾਂ ਫॉर ਐਗਜ਼ਾਮਪਲ ਕਈਆਂ ਨੇ ਘਰ-ਬਾਰ ਛੋੜ ਕੇ ਪ੍ਰਮਾਤਮਾ ਦਾ ਨਾਲ ਕਰਨਾ। ਕਈਆਂ ਦਾ ਤਰੀਕਾ ਸੀ ਜੀ ਇਹ ਨਹੀਂ ਕਰਨਾ, ਉਹ ਕਰੋ ਜੀ, ਇਹ ਕਰੋ ਜੀ, ਇਹ ਫਲਾਣੇ ਤਰੀਕੇ, ਇਹ ਤੀਰਥਾਂ ਤੇ ਜਾਓ ਜੀ। ਮਹਾਰਾਜ ਨੇ ਉੱਥੇ ਇਹ ਸਮਝਾਇਆ ਕਿ ਸਭ ਤੋਂ ਵੱਡਾ ਆਸਾਨ ਤਰੀਕਾ ਪ੍ਰਮਾਤਮਾ ਨਾਲ ਹੈ, ਉਹ ਹੈ ਪ੍ਰਮਾਤਮਾ ਨਾਲ ਪਿਆਰ। ਤੇ ਇਹ ਪ੍ਰੇਮ ਵਰਡ ਉਹਨਾਂ ਨੇ ਪਹਿਲੀ ਵਾਰੀ ਯੂਜ਼ ਕੀਤਾ ਤੇ ਨਾਲ ਨੇਹੋ ਵਰਡ ਯੂਜ਼ ਕਰਕੇ। ਸ਼ਿਰਾਗ 'ਚ ਇੱਕ ਸ਼ਬਦ ਆਉਂਦਾ ਹੈ, ਮੇਰੇ ਸਾਹਮਣੇ ਨਹੀਂ ਹੈ ਹੁਣ, ਮੈਂ ਅੱਜ ਇਹ ਮੇਰਾ ਮਾਈਂਡ ਕੱਲ ਲੇਟ ਨਾਈਟ ਬਣਿਆ ਹੈ ਮੇਰਾ, ਗੁਰੂ ਨਾਨਕ ਦੇਵ ਜੀ ਬੋਲਣ ਵਾਲੇ। ਮੈਂ ਨੈਕਸਟ ਵੀਕ ਆਵਾਂਗਾ ਤੇ ਉਹ ਸ਼ਬਦ ਸ਼ੇਅਰ ਕਰਾਂਗਾ ਸਾਰਿਆਂ ਨਾਲ, ਜਿੱਥੇ ਪ੍ਰੇਮ ਦੀ ਡੈਫੀਨੇਸ਼ਨ ਸ਼ਿਰਾਗ ਮੱਲਾ ਪਹਿਲੇ ਵਿੱਚ ਦਿੰਦੇ ਹਨ। ਤੇ ਉਹਦੇ ਵਿੱਚ 4 ਤਰੀਕੇ ਦੇ 4 ਮੈਟਾਫਰ ਦੇ ਕੇ ਤੇ ਪ੍ਰੇਮ ਦੇ ਸਮਝਾਏ ਹਨ ਉਹਨਾਂ ਨੇ ਕਿ ਪਿਆਰ ਕੀ ਹੈ, ਕਿਸ ਤਰ੍ਹਾਂ ਪਿਆਰ ਹੁੰਦਾ ਹੈ। ਜਿਸ ਤਰ੍ਹਾਂ ਤੇ ਉਹ 4 ਦੇ ਮੱਛੀ ਨਾਲ ਪਾਣੀ ਨਾਲ ਪਿਆਰ ਦੀ ਹੈ, 3 ਐਗਜ਼ਾਮਪਲ ਹੋਰ ਦਿੱਤੇ ਹਨ। ਤੇ ਪ੍ਰਮਾਤਮਾ ਦਾ ਪਿਆਰ ਉਹਨਾਂ ਨੇ ਇੱਕ ਨਵੇਕਲਾ ਰਸਤਾ ਦੱਸਿਆ ਉਹਨਾਂ ਨੇ, ਜੋ ਸੇ ਪਹਿਲੇ ਕਦੀ ਕਿਸੇ ਨੇ ਇਸ ਬਾਰੇ ਗੱਲ ਨਹੀਂ ਕੀਤੀ। ਉਹ ਇਹਨਾਂ ਨੇ ਇਹ ਕਿਹਾ ਕਿ ਪ੍ਰਮਾਤਮਾ ਕੋਈ ਇਹੋ ਜਿਹੀ ਹਸਤੀ ਨਹੀਂ ਹੈ ਕਿ ਤੁਹਾਡੇ ਤੋਂ ਸਿਰਫ ਦੂਰ ਬੈਠਾ ਹੋਇਆ। ਹਾਂ, ਨਿਰਗੁਣ ਰੂਪ ਵਿੱਚ ਦੂਰ ਹੈ, ਲੇਕਿਨ ਸਰਗੁਣ ਰੂਪ ਵਿੱਚ ਸਾਰਿਆਂ ਵਿੱਚ ਹੈ ਉਹ। ਇਹ ਇੱਕ ਨਵੇਕਲਾ ਉਹਨਾਂ ਨੇ ਰਸਤਾ ਦੱਸਿਆ ਤੇ ਨਾਲੇ ਇਹ ਵੀ ਸਮਝਾਇਆ ਕਿ ਪ੍ਰਮਾਤਮਾ ਦਾ ਪਿਆਰ ਸਿਰਫ ਉਹਦੀ ਭਗਤੀ ਹੀ ਨਹੀਂ, ਸਿਰਫ ਉਹਨੂੰ ਬਾਰ-ਬਾਰ ਯਾਦ ਕਰਨਾ ਹੀ ਨਹੀਂ ਹੈ। ਪ੍ਰਮਾਤਮਾ ਦਾ ਪਿਆਰ ਉਸ ਦੀ ਸੇਵਾ ਵਿੱਚ ਵੀ ਹੈ। ਉਹਨੂੰ ਹਰ ਵਿੱਚ ਦੇਖੋ, ਉਸ ਨੂੰ ਹਰ ਚੀਜ਼ ਮਹਿਸੂਸ ਕਰੋ। ਉਹ ਕੁਦਰਤ ਦੇ ਹਰ ਕਹਿਰੇ ਵਿੱਚ ਮੌਜੂਦ ਹੈ ਤੇ ਉਸ ਕੁਦਰਤ ਦੇ ਵਿੱਚੋਂ ਉਹ ਪ੍ਰਮਾਤਮਾ ਜਿਹੜਾ ਵਸਿਆ ਹੋਇਆ, ਉਸ ਕੁਦਰਤ ਦੀ ਸੇਵਾ ਹੀ ਪ੍ਰਮਾਤਮਾ ਦੀ ਆਰਾਧਨਾ ਹੈ। ਉਹਨਾਂ ਨੇ ਕਿਹਾ ਦੋਨੋਂ ਰੂਪ ਪ੍ਰਵਾਨ ਕੀਤੇ ਉਹਨਾਂ ਨੇ। ਨਿਰਗੁਣ ਰੂਪ ਵਿੱਚ ਇਹ ਸਮਝਾਇਆ ਕਿ ਨਹੀਂ, ਤੇਰੇ ਵਾਸਤੇ ਸਿਮਰਨ ਇੰਪੋਰਟੈਂਟ ਹੈ, ਤੂੰ ਪ੍ਰਮਾਤਮਾ ਨਾਲ ਪਿਆਰ ਕਰ, ਭਗਤੀ ਕਰ, ਜਪ ਕਰ, ਉਹ ਇੰਪੋਰਟੈਂਟ ਹੈ ਤੇਰੇ ਵਾਸਤੇ, ਹਮੇਸ਼ਾ ਉਸ ਨੂੰ ਆਪਣੇ ਦਿਲ ਵਿੱਚ ਯਾਦ ਰੱਖ। ਤੇ ਦੂਸਰਾ ਸਮਝਾਇਆ ਕਿ ਇਹ ਇਨਫ ਨਹੀਂ ਹੈ ਤੇਰੇ ਵਾਸਤੇ। ਕਮਲ ਜੀ, ਹੈਵ ਅ ਕੁਐਸਚਨ? ਸੁਰਿੰਦਰ ਜੀ, should I put the ਸ਼ਬਦ ਮੈਂ ਬੰਜਾਰਨ ਰਾਮ ਕੀ? ਨਹੀਂ, ਉਹ ਨਹੀਂ ਹੈ। ਉਹ ਵਾਲਾ ਨਹੀਂ ਹੈ? ਓਕੇ, ਨਹੀਂ, ਉਹ ਵਾਲਾ ਨਹੀਂ ਹੈ, ਦੂਸਰਾ ਹੈ। ਉਹ ਵੀ ਸ਼ਿਰਾਗ ਮੱਲਾ ਪਹਿਲੇ ਦਾ ਹੀ ਸ਼ਬਦ ਹੈ, ਲੇਕਿਨ ਇਹ ਨਹੀਂ ਹੈ। ਮੈਂ ਢੂੰਢ ਲਾਂਗਾ ਹੁਣ ਥੋੜੀ ਦੇਰ ਬਾਅਦ, ਆਪੇ ਮੈਂ ਨੈਕਸਟ ਵੀਕ I'll try to find it। ਤੇ ਉਹ ਜਦੋਂ ਇਹ ਸਮਝਾਇਆ ਉਹਨਾਂ ਨੇ ਕਿ ਹਰ ਇੱਕ ਵਿੱਚ ਉਹ ਬੈਠਾ ਹੋਇਆ ਹੈ। ਜੇ ਹਰ ਇੱਕ ਵਿੱਚ ਬੈਠਾ ਹੋਇਆ ਹੈ
ਤੇ ਹਰ ਇੱਕ ਪੇੜ ਵਿੱਚ ਵੀ ਹੈ, ਪੌਦਿਆਂ ਵਿੱਚ ਵੀ ਹੈ, ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਉੱਪਰ ਵੀ ਹੈ, ਥੱਲੇ ਵੀ ਹੈ, ਹਰ ਮੇਰੇ ਤੁਹਾਡੇ ਵਿੱਚ ਹੈ। ਇਹਦਾ ਮਤਲਬ ਪੂਰੀ ਕਾਇਨਾਤ ਵਿੱਚ ਜੀ ਕਾਇਨਾਤ ਦੀ ਸੇਵਾ ਜਿਹੜੀ ਹੈ ਪ੍ਰਮਾਤਮਾ ਦੀ ਆਰਾਧਨਾ ਹੈ। ਇਸ ਵਾਸਤੇ ਕਿਸੇ ਗਰੀਬ ਨੂੰ ਰੋਟੀ ਖਵਾ ਦੇਣੀ, ਕਿਸੇ ਗਰੀਬ ਨੂੰ ਪੜ੍ਹਾ ਦੇਣਾ, ਕਿਸੇ ਜੀਵ ਜੰਤੂ ਦੀ ਰੱਖਿਆ ਕਰ ਲੈਣੀ, ਕਿਸੇ ਦੀ ਫੁੱਲਾਂ ਦੀ ਰੱਖਿਆ ਕਰ ਲੈਣੀ, ਇਹ ਵੀ ਪ੍ਰਮਾਤਮਾ ਦੀ ਆਰਾਧਨਾ ਦੱਸਿਆ ਉਹਨਾਂ ਨੇ। ਕਮਿਊਨਿਟੀ ਸਰਵਿਸ ਨਹੀਂ ਹੈ ਸਾਡੇ ਵਿੱਚ। ਕ੍ਰਿਸਚੀਅਨਿਟੀ ਵਿੱਚ ਕਮਿਊਨਿਟੀ ਸਰਵਿਸ ਹੈ, ਸਿੱਖੀਜ਼ਮ ਵਿੱਚ ਨਹੀਂ ਹੈ। ਸਿੱਖੀਜ਼ਮ ਵਿੱਚ ਸੇਵਾ ਪ੍ਰਮਾਤਮਾ ਦੀ ਆਰਾਧਨਾ ਹੈ। ਸਿੱਖੀਜ਼ਮ ਵਿੱਚ ਸੇਵਾ ਪ੍ਰਮਾਤਮਾ ਦੀ ਪੂਜਾ ਹੈ। ਕਿਉਂ? ਕਿਉਂਕਿ ਉਹ ਆਪ ਸ੍ਰਿਸ਼ਟੀ ਵਿੱਚ ਜੰਮਿਆ। ਇਹ ਇੱਕ ਬੜਾ ਨਿਵੇਕਲਾ, ਇੱਕ ਬੜਾ ਰੈਵੋਲੂਸ਼ਨਰੀ ਆਈਡੀਆ ਗੁਰੂ ਨਾਨਕ ਦੇਵ ਜੀ ਨੇ ਜਗਤ ਦੇ ਸਾਹਮਣੇ ਰੱਖਿਆ। ਉਹ ਹੁਣ ਤੱਕ ਸਾਡੇ DNA ਵਿੱਚ ਹੈ। ਥੈਂਕ ਗॉड ਫॉर दैट। ਹੋਰ ਕਿਸੇ ਪਾਸੇ ਮੁੜ ਜਾਈਏ, ਲੇਕਿਨ ਅੱਜ ਵੀ ਕਿਧਰੇ ਲੋੜ ਪੈ ਜਾਏ, ਚਾਹੇ ਨੇਪਾਲ 'ਚ ਅਰਥਕੁਏਕ ਆਇਆ ਹੋਵੇ, ਚਾਹੇ ਕੇਰਲਾ ਵਿੱਚ ਫਲੱਡ ਆਏ ਹੋਣ, ਹਾਂਜੀ, ਚਾਹੇ ਕੋਵਿਡ ਦੀ ਵਜ੍ਹਾ ਨਾਲ ਕਿਧਰੇ ਭੁੱਖਮਰੀ ਹੋਵੇ, ਚਾਹੇ ਇਰਾਕ ਜਾਂ ਉਹਦੇ ਜਾ ਕੇ ਕਿਧਰੇ ਕੋਈ ਖਾਣੇ ਪੀਣੇ ਦੀ ਕਮੀ ਹੋਵੇ, ਜਿੱਥੇ ਮਰਜੀ ਸਿੱਖ ਪਹੁੰਚ ਕੇ ਆਪਣਾ ਫਰਜ਼ ਨਿਭਾਉਂਦੇ ਹਨ ਹਰ ਜਗ੍ਹਾ। ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ ਕਿਸੇ ਲੋਕਾਂ ਨੇ, ਕੌਣ ਬੈਠਾ ਹੋਇਆ, ਮੁਸਲਮਾਨ ਖਾ ਰਹੇ ਨੇ, ਹਿੰਦੂ ਖਾ ਰਹੇ ਨੇ, ਸਿੱਖ ਖਾ ਰਹੇ ਨੇ, ਕੌਣ ਖਾ ਰਹੇ ਨੇ, ਕੀ ਕਰ ਰਹੇ ਨੇ। ਤੇ ਅੱਜ ਵੀ 50,000 ਤੋਂ ਲੈ ਕੇ 1 ਲੱਖ ਬੰਦਿਆਂ ਦਾ ਲੰਗਰ ਦਰਬਾਰ ਸਾਹਿਬ ਤਿਆਰ ਹੁੰਦਾ ਹੈ, ਤੇ ਕਿਸੇ ਕੋਈ ਮੁੱਲ ਕੀਮਤ ਤੇ ਨਹੀਂ ਲਿੱਤੀ ਜਾਂਦੀ। ਇਨਫੈਕਟ ਕਈ ਵਾਰੀ ਉੱਥੋਂ ਅੱਗੋਂ ਆਗਿਆ ਹੁੰਦੀ ਹੈ ਕਿ ਹੋਰ ਆਟੇ ਦਾਲ ਨਾ ਲੈ ਕੇ ਆਓ, ਸਾਡੇ ਕੋਲ ਰੱਖਣ ਦੀ ਜਗ੍ਹਾ ਨਹੀਂ ਅੱਗੇ ਹੋਰ। ਪਰ ਸਿੱਖ ਫਕਰ ਕਰਦੇ ਹਨ ਇਸ ਗੱਲ ਨੂੰ। ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਿੱਚ ਸੇਵਾ ਕਰਨੀ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਕਰਨਾ ਹੈ ਉੱਥੇ। ਕਿਉਂ? ਉੱਥੇ ਦੀ ਸੇਵਾ ਸਮਝ ਲਓ ਪ੍ਰਮਾਤਮਾ ਦੀ ਆਰਾਧਨਾ ਹੈ। ਝੂਠੇ ਬਰਤਨ ਮਾਂਜਣਾ ਸਮਝ ਲਓ ਇਹ ਵੀ ਇੱਕ ਸੇਵਾ ਜਿਹੜੀ ਹੈ। ਉਹਨਾਂ ਨੂੰ ਸੇਵਾ ਨੂੰ ਉਹਨਾਂ ਨੇ ਬੜਾ ਉੱਚਾ ਰੂਪ ਦਿੱਤਾ। ਉਹਨਾਂ ਨੇ ਸ਼ਲੋਕ ਸੰਸਕ੍ਰਿਤੀ ਵਿੱਚ ਧੰਨ ਗੁਰੂ ਅਰਜਨ ਪਿਤਾ ਪੰਚਮ ਪਿਤਾ ਨੇ ਸੇਵਾ ਦੀ ਜਿਹੜੇ ਤੁਸੀਂ ਸ਼ਲੋਕ ਪੜ੍ਹੋਗੇ, ਜਦੋਂ ਤੁਸੀਂ ਪਾਚਮ ਕਰੋਤ ਅਗਣਵੀਯ ਵਾਲਾ ਸ਼ਲੋਕ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਜਿੱਥਾ, ਉਹਦੀ ਲਾਸਟ ਲਾਈਨਾਂ ਆਉਂਦੀਆਂ, ਨਾਨਕ ਗੁਰ ਸੇਵਾ ਕਿੰਗ ਨਾ ਲੱਭਤੇ। ਇਹ ਉਹਨਾਂ ਨੇ ਸਮਝਾਇਆ ਪੰਡਤਾਂ ਨੂੰ ਕਿ ਇਹ ਦੇਖੋ, ਗੁਰੂ ਦੀ ਸੇਵਾ ਕਰਨ ਨਾਲ, ਪ੍ਰਮਾਤਮਾ ਦੀ ਸੇਵਾ ਕਰਨ ਨਾਲ ਕਿਹੜੀ ਚੀਜ਼ ਨਹੀਂ ਲੱਭਦੀ, ਭਾਵ ਹਰ ਚੀਜ਼ ਲੱਭ ਜਾਂਦੀ ਹੈ। ਇਹ ਇੱਕ ਨਿਵੇਕਲਾ ਰਸਤਾ ਉਹਨਾਂ ਨੇ ਦੱਸਿਆ ਕਿ ਪ੍ਰਮਾਤਮਾ ਇੱਕ ਜੋਤ ਵਿੱਚ ਹੈ, ਖਾਲੀ ਉਹ ਇੱਕੋ ਹੀ ਇੱਕ ਹੈ। ਉਹਨਾਂ ਉਕ ਤੋਂ ਸਿਵਾਏ ਕਿਧਰੇ ਵੀ ਨਹੀਂ ਹੈ। ਜਿੰਨੇ ਮਰਜ਼ੀ ਧਰਮ ਹੋ ਜਾਣ, ਉਹ ਇੱਕ ਹੈ ਆਪ। ਤਾਂ ਉਸ ਇੱਕ ਦੀ ਪੂਜਾ ਤੋਂ ਸਿਵਾਏ ਕਿਸੇ ਦੀ ਪੂਜਾ ਨਹੀਂ ਕਰਨੀ। ਪਰ ਨਾਲ ਇਹ ਵੀ ਦੱਸਿਆ ਕਿ ਉਹ ਇੱਕ ਕਰਤਾ ਵਿੱਚ ਨਹੀਂ ਹੈ, ਪੁਰਖ ਰੂਪ ਵਿੱਚ ਵੀ ਹੈ। ਸਿਰਫ ਏਕੰਕਾਰ ਨਹੀਂ ਹੈ, ਓਂਕਾਰ ਰੂਪ ਵਿੱਚ ਵੀ ਹੈ। ਸਿਰਫ ਸਤ ਨਹੀਂ ਹੈ, ਨਾਮ ਰੂਪ ਵਿੱਚ ਵੀ ਹੈ। ਤੇ ਇਹ ਦੱਸਿਆ ਉਹਨਾਂ ਨੇ ਕਿ ਉਹ ਹਰ ਚ ਬੈਠਾ ਹੋਇਆ, ਹਰ ਚ ਹੈ। ਤੇ ਇਹ ਪੂਜਾ ਉਹਨਾਂ ਨੇ ਇੱਕ ਨਿਵੇਕਲਾ ਰੈਵੋਲੂਸ਼ਨਰੀ ਰਸਤਾ ਉਹਨਾਂ ਨੇ ਕਿਹਾ ਕਿ ਨਹੀਂ, ਉਹਦੀ ਪੂਜਾ ਕਰੋ, ਉਹਦੀ ਆਰਾਧਨਾ ਕਰੋ ਔਰ ਉਹਨੂੰ ਖੁਸ਼ ਕਰੋ। ਤੇ ਇੱਕ ਹੋਰ ਤਰੀਕਾ ਜਿਹੜਾ ਨਿਵੇਕਲਾ ਉਹਨਾਂ ਨੇ ਸਾਹਮਣੇ ਰੱਖਿਆ, ਉਹਨਾਂ ਨੇ ਕਿਹਾ ਕਿ ਇਹ ਖੁਸ਼ ਤਾਂ ਹੀ ਹੁੰਦਾ ਹੈ, ਉਹ ਪ੍ਰਸੰਨ ਤਾਂ ਹੀ ਹੁੰਦਾ ਹੈ ਜਦੋਂ ਉਸਦੇ ਰਸਤੇ ਤੇ ਬੰਦਾ ਚੱਲੇ। ਉਹ ਖੁਸ਼ ਤਾਂ ਹੁੰਦਾ ਹੈ ਜੇ ਉਹਦੀ ਮਰਜ਼ੀ ਨਾਲ ਆਪਣੀ ਜੀਵਨ ਬਿਤਾਈਏ। ਆਪਣੀ ਮਰਜ਼ੀ ਨਾਲ ਜੀਵਨ ਬਿਤਾਏ ਤੇ ਬੰਦਾ ਖੁਸ਼ ਨਹੀਂ ਹੁੰਦਾ। ਜਦੋਂ ਉਹਦੇ ਲਿਹਾਜ਼ ਨਾਲ ਚੱਲੇ ਬੰਦਾ, ਜਦੋਂ ਉਹ ਕਹਿੰਦਾ ਹੈ ਉਹਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਾਣੇ, ਉਹ ਆਪਣੀ ਖੁਸ਼ੀ ਉਸ ਖੁਸ਼ੀ ਵਿੱਚ ਮਰਜ ਕਰ ਲਵੇ ਆਪਣੀ ਖੁਸ਼ੀ ਨੂੰ। ਤੇ ਪੁੱਛੋ ਤੁਹਾਨੂੰ ਕੀ ਪਸੰਦ ਹੈ, ਤੇ ਗੁਰਬਾਣੀ ਇਲੈਬੋਰੇਟ ਕਰਦੀ ਹੈ ਇਸ ਚੀਜ਼ ਨੂੰ ਕਿ ਪ੍ਰਮਾਤਮਾ ਨੂੰ ਕਿਹੜੀਆਂ ਚੀਜ਼ਾਂ ਪਸੰਦ ਹੈ। ਉਹਨੂੰ ਓਨੈਸਟੀ ਪਸੰਦ ਹੈ, ਓਨੈਸਟ ਬਣ ਜਾਓ। ਨਿਮਰਤਾ ਪਸੰਦ ਹੈ, ਨਿਮਰਤਾ ਐਕਸੈਪਟ ਕਰ ਲਵੋ। ਉਹਨੂੰ ਖਿਮਾ ਪਸੰਦ ਹੈ, ਖਿਮਾ ਵਾਲਾ ਗੁਣ ਆਪਣੇ ਅੰਦਰ ਲੈ ਕੇ ਆਓ। ਉਹਨੂੰ ਕੰਪੈਸ਼ਨੇਟ ਬੰਦੇ ਪਸੰਦ ਹਨ, ਕੰਪੈਸ਼ਨ ਆਪਣੇ ਅੰਦਰ ਕ੍ਰੀਏਟ ਕਰੋ। ਉਹਨੂੰ ਪਸੰਦ ਹੈ ਕਿ ਉਹ ਬਿਰਧ ਹੈ ਉਹਦਾ ਬਖਸ਼ਣਹਾਰ ਦਾ, ਤੁਸੀਂ ਵੀ ਬਖਸ਼ਣਹਾਰ ਬਣੋ। ਤੁਸੀਂ ਵੀ ਜੇ ਕੋਈ ਗਲਤੀ ਹੋ ਜਾਏ ਤੇ ਉਹਨੂੰ ਨਜ਼ਰ ਅੰਦਾਜ਼ ਕਰ ਦਿਓ ਉਹਦੀ, ਤੇ ਉਹਦੀ ਮਦਦ ਕਰੋ ਉਹਦੀ। ਇਹ ਨਿਵੇਕਲਾ ਰਸਤਾ ਉਹਨਾਂ ਨੇ ਜਗਤ ਦੇ ਸਾਹਮਣੇ ਰੱਖਿਆ। ਇਹੋ ਜਿਹੀ ਆਵਾਜ਼ ਕਿਸੇ ਨੇ ਪਹਿਲੇ ਨਹੀਂ ਉਠਾਈ ਸੀ। ਬੜੇ ਆਏ ਪਹਿਲੇ ਪੈਗੰਬਰ, ਬੜਿਆਂ ਨੇ ਰਸਤੇ ਦੱਸੇ ਬੜੇ ਸਾਰੇ, ਲੇਕਿਨ ਸੇਵਾ ਵਾਲਾ ਰਸਤਾ ਇਹ ਨਿਵੇਕਲੇ ਸਨ। ਕਈਆਂ ਨੇ ਵੀ ਇੱਕ ਦੀ ਆਵਾਜ਼ ਪਹਿਲੇ ਧੋਈ ਤਾਕੀਦ ਦੀ, ਇੱਕ ਦੀ ਆਵਾਜ਼ ਪਹਿਲੇ ਲੋਕਾਂ ਨੇ ਕਹੀ। ਇਸਲਾਮ ਵਿੱਚ ਵੀ ਇੱਕ ਦੀ ਆਵਾਜ਼ ਹੈ, ਉੱਥੇ ਵੀ ਇੱਕੋ ਹੀ ਅੱਲਾ ਨੂੰ ਮੰਨਦੇ ਹਨ, ਇੱਕ ਨੂਰ ਹਰ ਜਗ੍ਹਾ ਤੇ ਹੈ। ਲੇਕਿਨ ਸੇਵਾ ਵਾਲਾ ਰਸਤਾ, ਸੇਵਾ ਵਿੱਚ ਪ੍ਰਮਾਤਮਾ ਜੁੜਿਆ ਹੋਇਆ ਹੈ, ਸੇਵਾ ਰਹੀ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਉਹ ਇਹ ਰਸਤਾ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਰਸਤਾ ਸੰਸਾਰ ਦੇ ਸਾਹਮਣੇ ਰੱਖਿਆ। ਤੇ ਦੂਸਰੀ ਗੱਲ ਇਹ ਸੀ ਕਿ ਕੋਈ ਧਰਮ ਮਾੜਾ ਨਹੀਂ ਕਿਹਾ ਉਹਨਾਂ ਨੇ, ਕਿਸੇ ਧਰਮ ਨੂੰ। ਉਹਨਾਂ ਨੇ ਜਿਹੜਾ ਪ੍ਰਮਾਤਮਾ ਨੂੰ ਨਹੀਂ ਵੀ ਮੰਨਦਾ ਉਸ ਨੂੰ ਵੀ ਉਹਨਾਂ ਨੇ ਬੁਰਾ ਨਹੀਂ ਕਿਹਾ। ਕਈ ਵਾਰੀ ਸਾਖੀਆਂ ਤੁਹਾਨੂੰ ਬੜੇ ਇਹੋ ਜਿਹੇ ਮਿਲਣਗੇ, ਗੁਰੂ ਨਾਨਕ ਚਮਤਕਾਰ ਜਿਹਦੀ ਸਾਖੀਆਂ ਲਿਖੀਆਂ ਹੋਈਆਂ,
ਜਿੱਥੇ ਮਹਾਰਾਜ ਗਏ ਹਨ, ਜਿੱਥੇ ਨਹੀਂ ਮੰਨਦੇ ਸਨ ਪ੍ਰਮਾਤਮਾ ਨੂੰ ਜਾਂ ਘੱਟ ਮੰਨਣ ਵਾਲੇ ਲੋਕ ਸਨ, ਉਹਨਾਂ ਦੀ ਕਿਧਰੇ ਇਨਸਲਟ ਨਹੀਂ ਕੀਤੀ ਉਹਨਾਂ ਨੂੰ। ਹੋਰਾਂ ਧਰਮਾਂ 'ਚ ਨਹੀਂ ਹੈ ਉਸ ਤਰ੍ਹਾਂ, ਮੈਂ ਨਾਂ ਨਹੀਂ ਲੈਣਾ ਕਿਸੇ ਦਾ ਵੀ। ਉਹਨਾਂ ਨੇ ਹਰ ਜਗ੍ਹਾ ਦੀ ਇੱਜ਼ਤ ਕੀਤੀ। ਉਹਨਾਂ ਨੇ ਕਿਹਾ ਨਹੀਂ, ਜੇ ਇਹ ਸਤਸੰਗਤ ਵਿੱਚ ਆਏਗਾ ਤੇ ਇਹਦਾ ਵੀ ਭਲਾ ਹੋ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਜੋ ਉਹਨਾਂ ਨੇ ਸਿਖਾਈ ਆਪਣੀ ਪ੍ਰਮਾਤਮਾ ਦੀ ਭਗਤੀ ਵਿੱਚ ਹੈ ਕਿ ਪ੍ਰਮਾਤਮਾ ਤੋਂ ਭਗਤੀ ਵੀ ਸਭ ਤੋਂ ਉੱਤੀ ਚੀਜ਼ ਹੈ ਟਰੂਥਫੁਲ ਲਿਵਿੰਗ। ਜੇ ਟਰੂਥਫੁਲ ਲਿਵਿੰਗ ਨਹੀਂ ਹੈ ਤੁਹਾਡੇ ਅੰਦਰ, ਜੇ ਤੁਸੀਂ ਝੂਠ ਬੋਲਦੇ ਹੋ, ਮਕਾਰੀ ਕਰਦੇ ਹੋ, ਦੂਸਰਿਆਂ ਨੂੰ ਠੱਗਦੇ ਹੋ, ਅੰਦਰ ਤੁਹਾਡੇ ਕੁਝ ਹੋਰ ਸੋਚ ਹੈ, ਬਾਹਰ ਕੁਝ ਹੋਰ ਕਹਿੰਦੇ ਹੋ, ਤੇ ਇਹ ਤੁਹਾਡੀ ਭਗਤੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ। ਚਾਹੇ ਜਿਤਨੇ ਮਰਜੀ ਬੰਦਾ ਹਜ ਕਰ ਆਏ, ਜਿਤਨੀ ਮਰਜੀ ਬੰਦਾ ਦਰਬਾਰ ਸਾਹਿਬ ਹੋ ਆਏ, ਜਿੰਨੀ ਵਾਰੀ ਬੰਦਾ ਸਰੋਵਰ ਇਸ਼ਨਾਨ ਕਰ ਆਏ, ਜਿੰਨੀ ਵਾਰੀ ਬੰਦਾ ਜਪਜੀ ਦੇ ਪਾਠ ਕਰ ਲਏ, ਇਟ ਡਜ਼ਨਟ ਮੈਟਰ ਟੂ ਹਿਮ। ਇਹ ਵੀ ਇੱਕ ਬਹੁਤ ਨਿਵੇਕਲਾ ਉਹਨਾਂ ਨੇ ਸਾਹਮਣੇ ਦੱਸਿਆ, ਉਹਨਾਂ ਨੇ ਰਸਤਾ ਕਿ ਟਰੂਥਫੁਲ ਲਿਵਿੰਗ ਜਿਹੜੀ ਹੈ, ਸੱਚ ਕਮਾਉਣਾ ਤਾਂ ਹੈ ਜੇ ਸੱਚ ਤੁਹਾਡੀ ਜ਼ਿੰਦਗੀ 'ਚ ਆਏ। ਪਹਿਲੇ ਆਸਾ ਦੀ ਵਾਰ ਵਿੱਚ ਸੱਚ ਦੇ ਉੱਤੇ ਜਿਹੜੀਆਂ 5 ਸਟੇਜਸ ਲਿਖੀਆਂ, ਸੱਚ ਤਾਂ ਪਰ ਜਾਣੀ ਹੈ। ਕਦੀ ਟਾਈਮ ਮਿਲੇ ਤੇ ਆਸਾ ਦੀ ਵਾਰ ਦੀ ਉਹਨਾਂ ਤੁਕਾਂ ਦਾ ਅਧਿਐਨ ਕਰੇ ਬੰਦਾ ਅਗਰ, ਤੇ ਉੱਥੋਂ ਦੇਖੋਗੇ ਤੁਸੀਂ ਉਹ ਕਿਸ ਤਰ੍ਹਾਂ ਪ੍ਰੋਗਰੈਸ ਹੁੰਦੀਆਂ ਲਾਈਨਾਂ ਉਹ ਸੱਚ ਤਾਂ ਪਰ ਜਾਣੀਏ ਵਾਲੀਆਂ। ਕਿੱਥੇ ਸ਼ੁਰੂ ਕਰਦੇ ਨੇ ਗੱਲ, ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਤੋਂ ਗੱਲ ਸ਼ੁਰੂ ਹੁੰਦੀ ਹੈ, ਤੇ ਕਿੱਥੇ ਗੱਲ ਪਹੁੰਚਦੀ ਹੈ ਅੱਗੇ ਜਾ ਕੇ। ਕਿਉਂਕਿ ਸੱਚ ਅੰਦਰ ਹੋਵੇ, ਸੱਚ ਤਾਂ ਸੱਚ ਕਮਾਇਆ ਜਾ ਸਕਦਾ ਹੈ, ਕਿਉਂਕਿ ਉਹ ਆਪ ਸੱਚ ਹੈ। ਤੇ ਅੰਦਰ ਤੁਹਾਡੇ ਜੇ ਕੂੜ ਹੋਏਗਾ, ਜੇ ਅੰਦਰ ਤੁਹਾਡੇ ਫਰੇਬੀ ਹੋਏਗੀ, ਜੇ ਅੰਦਰ ਤੁਹਾਡੇ ਸੱਚ ਨਹੀਂ ਹੈ, ਅੰਦਰ ਤੁਹਾਡੇ ਜੇ ਅੰਦਰ ਤੁਹਾਡੇ ਕੰਪੈਸ਼ਨ ਨਹੀਂ ਹੈ, ਜੇ ਅੰਦਰ ਤੁਹਾਡੇ ਅੰਦਰ ਹਿੰਮਤ ਨਹੀਂ ਹੈ ਉਸ ਰਸਤੇ ਤੇ ਚੱਲਣ ਦੀ, ਤੇ ਉਸ ਪ੍ਰਮਾਤਮਾ ਤੱਕ ਪਹੁੰਚੋਗੇ ਕਿੰਝ? ਕਿਉਂਕਿ ਉਹ ਆਪ ਤੇ ਸੱਚ ਹੈ, ਉਹ ਆਪ। ਤੇ ਜੇ ਖੁਦ ਹੀ ਅੰਦਰ ਤੁਹਾਡੇ ਸੱਚ ਨਹੀਂ ਹੈ ਤੇ ਕਿਸਾਂ ਪਹੁੰਚ ਪਾਓਗੇ? ਇਹ ਬੜਾ ਇੱਕ ਰੈਵੋਲੂਸ਼ਨਰੀ ਆਡਾ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਦਿੱਤਾ ਉਸ ਵੇਲੇ, ਕਿ ਦੇਖੋ ਸੱਚ ਦੀ ਆਰਾਧਨਾ ਵਿੱਚ ਆਪ ਸੱਚ ਪਹਿਲੇ ਬਣੋ। ਟਰੂਥਫੁਲ ਲਿਵਿੰਗ ਤੁਹਾਡੇ ਅੰਦਰ, ਇਹ ਪਹਿਲਾ ਸਟੈਪ ਹੈ। ਦੇਖੋ ਖੰਡਾਂ ਦੀ ਜਦੋਂ ਵੰਡ ਕੀਤੀ ਨੇ ਜਪਜੀ ਵਿੱਚ ਅੱਗੇ ਜਾ ਕੇ, ਤੇ ਪਹਿਲਾ ਖੰਡ ਧਰਮ ਖੰਡ ਹੈ, ਗਿਆਨ ਖੰਡ ਨਹੀਂ ਹੈ। ਪਹਿਲਾ ਖੰਡ ਧਰਮ ਖੰਡ ਹੈ, ਕਿਉਂਕਿ ਧਰਮ ਖੰਡੀ ਜਿਹੜਾ ਹੈ ਉਹਦਾ ਜੀਵਨ ਸੁੱਚਾ ਹੈ। ਧਰਮ ਖੰਡੀ ਦੇ ਜੀਵਨ ਵਿੱਚ ਕਪਟ ਨਹੀਂ ਹੈ ਕੋਈ। ਧਰਮ ਖੰਡੀ ਦੇ ਜੀਵਨ ਵਿੱਚ ਦਇਆ ਹੈ, ਧਰਮ ਖੰਡੀ ਦੇ ਜੀਵਨ ਵਿੱਚ ਖਿਮਾ ਹੈ, ਧਰਮ ਖੰਡੀ ਦੇ ਜੀਵਨ ਵਿੱਚ ਸੱਚ ਹੈ, ਧਰਮ ਖੰਡੀ ਦੇ ਜੀਵਨ ਵਿੱਚ ਇੱਕ ਸਰ ਦੇਖਣ ਦੀ ਇੱਕ ਲਾਲਸਾ ਹੈ, ਧਰਮ ਖੰਡੀ ਦੇ ਜੀਵਨ ਵਿੱਚ ਪਿਆਰ ਹੈ ਪ੍ਰਮਾਤਮਾ ਦੀ ਤਰਫ। ਗਿਆਨ ਖੰਡ ਅਗਲੀ ਅਵਸਥਾ ਹੈ, ਉੱਥੇ ਚਾਨਣਾ ਬੈਟਰ ਹੈ, ਉੱਥੇ ਰੋਸ਼ਨੀ ਹੋਰ ਜ਼ਿਆਦਾ ਹੈ। ਤੇ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਬਹੁਤ ਫੋਕਸ ਕੀਤਾ, ਸੰਗਤ ਤੇ ਬਹੁਤ ਫੋਕਸ ਕੀਤਾ ਕਿ ਤੁਸੀਂ ਆਪਣੀ ਸੰਗਤ ਨੂੰ ਦੇਖਦੇ ਹੋ, ਕਿਹਦੇ ਨਾਲ, ਕੌਣ ਤੁਹਾਡੇ ਨਾਲ ਰਹਿੰਦਾ ਹੈ, ਕੌਣ ਤੁਹਾਡੇ ਨਾਲ ਵਿਚਰਦਾ ਹੈ, ਕਿਹਦੀ ਸੰਗਤ ਤੁਸੀਂ ਇੰਪੋਰਟੈਂਟ ਗਿਣਦੇ ਹੋ। ਇਹਦੇ ਉੱਤੇ ਉਹਨਾਂ ਨੇ ਬਹੁਤ ਵੱਡਾ ਫੋਕਸ ਬਣਾਇਆ, ਖਿਮਾ ਦੇ ਉੱਤੇ, ਸੱਚ ਦੇ ਉੱਤੇ ਫੋਕਸ ਕਰਕੇ। ਤੇ ਸਭ ਤੋਂ ਜਿਹੜੀ ਕ੍ਰਿਟੀਕਲ, ਅਗਰ ਮੈਂ ਕਹਿੰਦਾ ਜੇ ਜਪਜੀ ਸਾਹਿਬ ਦੀਆਂ ਜਪਜੀ ਵਰਗੀ ਬਾਣੀ ਤੇ ਕੋਈ ਦੁਨੀਆ 'ਚ ਕੋਈ ਹੋਰ ਮਾਈਕਾ ਲਾਲ ਕੋਈ ਲਿਖ ਨਹੀਂ ਪਾਏਗਾ ਉਹ ਜੀ, ਕਿਉਂਕਿ ਬਹੁਤ ਤਰਸ ਹੈ ਬਾਣੀ ਬੜੀ। ਤੇ ਨਹੀਂ ਹੈ ਜੇ ਤੁਹਾਨੂੰ ਟਾਈਮ ਸਮਝਣ ਦਾ ਜਪਜੀ ਸਾਰੀ, ਤੇ ਜਪਜੀ ਦੀ ਪਹਿਲੀ ਪੌੜੀ ਮੇਰੇ ਹਿਸਾਬ ਨਾਲ ਇਸ ਪ੍ਰੋਬਬਲੀ ਵਨ ਆਫ ਦੀ ਮੋਸਟ ਇੰਪੋਰਟੈਂਟ ਵਨ, ਜਿੱਥੇ ਮਹਾਰਾਜ ਨੇ ਇਸ ਗੱਲ ਦੀ ਕਲੈਰਿਟੀ ਦਿੱਤੀ ਹੈ ਕਿ ਜੇ ਤੂੰ ਚੱਲਣਾ ਹੈ, ਜੇ ਤੂੰ ਪ੍ਰਮਾਤਮਾ ਦਾ ਪ੍ਰਕਾਸ਼ ਆਪਣੇ ਅੰਦਰ ਕਰਨਾ ਹੈ, ਤੇ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਜੀਵਨ ਨਾ ਜੀ। ਤੂੰ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਜੀਵਨ ਜੀਏਗਾ ਤੇ ਕਦੀ ਉੱਥੇ ਪਹੁੰਚ ਨਹੀਂ ਪਾਏਗਾ ਤੂੰ। ਉਹਨਾਂ ਨੇ ਕਿਹਾ ਕਿ ਹੁਕਮ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਢਾਲੋ। ਤੇ ਹੁਕਮ ਦੀ ਬਹੁਤ ਮੁਸ਼ਕਿਲ ਹੈ ਵਰਡ ਨੂੰ ਡਿਫਾਈਨ ਕਰਨਾ, ਕਿਉਂਕਿ ਉਹਦਾ ਸਿਸਟਮ ਬੜੇ ਕੰਪਲੈਕਸ ਹਨ, ਬੜੇ ਕੋਈ ਨਹੀਂ ਕਰ ਸਕੇਗਾ। ਲੇਕਿਨ ਅਗਰ ਲੋਐਸਟ ਲੈਵਲ ਦੇ ਹੁਕਮ ਨੂੰ ਦੇਖੋਗੇ ਤੇ ਹੁਕਮ ਦਾ ਮਤਲਬ ਆਰਡਰ ਹੁੰਦਾ ਹੈ, ਭਾਵ ਪ੍ਰਮਾਤਮਾ ਦਾ ਹੁਕਮ, ਪ੍ਰਮਾਤਮਾ ਦਾ ਆਰਡਰ। ਤੇ ਪ੍ਰਮਾਤਮਾ ਦਾ ਆਰਡਰ ਕੀ ਹੈ? ਪ੍ਰਮਾਤਮਾ ਦਾ ਸੁਭਾਵ ਹੈ, ਉਹ ਜਿਹੜਾ ਗੁਰਬਾਣੀ 'ਚ ਨਿਰੂਪਣ। ਤੇ ਉਹ ਸੁਭਾਵ ਕੀ ਹੈ? ਉਹ ਸੁਭਾਵ ਹੈ ਸੱਚ, ਉਹ ਸੁਭਾਵ ਹੈ ਕੰਪੈਸ਼ਨ, ਉਹ ਸੁਭਾਵ ਹੈ ਨਿਮਰਤਾ, ਉਹ ਸੁਭਾਵ ਹੈ ਸੇਵਾ, ਉਹ ਸੁਭਾਵ ਹੈ ਜੇ ਕੋਈ ਦਿੱਕਤ ਵਿੱਚ ਹੋਏ ਸਾਹਮਣੇ, ਚਾਹੇ ਉਹ ਕਿਸੇ ਧਰਮ ਦਾ ਹੋਵੇ, ਚਾਹੇ ਉਹ ਜੀਵ ਹੋਵੇ, ਚਾਹੇ ਉਹ ਜੰਤੂ ਹੋਵੇ, ਉਹ ਜੇ ਅਗਰ ਕੋਈ ਮੁਸ਼ਕਿਲ 'ਚ ਹੋਵੇ ਤੇ ਉਹਦੀ ਮੁਸ਼ਕਿਲ ਨੂੰ ਤੁਸੀਂ ਆਪਣੀ ਮੁਸ਼ਕਿਲਾਂ ਸਮਝ ਕੇ, ਪ੍ਰਮਾਤਮਾ ਦਾ ਰੂਪ ਜਾਣ ਕੇ ਉਹਦੀ ਮੁਸ਼ਕਿਲਾਂ ਨੂੰ ਸੋਲਵ ਕਰੋ, ਤਾਂ ਤੁਸੀਂ ਹੁਕਮ ਦੀ ਰਜ਼ਾ ਵਿੱਚ ਚੱਲ ਸਕਦੇ ਹੋ। ਆਪਣੇ ਰਸਤੇ ਨਾ ਬਣਾਓ, ਆਪਣੀ ਫ੍ਰੀਵੇ ਦੀ ਅਗਰ ਲੇਨ, ਫ੍ਰੀਵੇ ਦੀ ਤੁਹਾਡੀ ਅਗਰ ਫਸਟ ਲੇਨ ਤੇ ਹੋ ਤੇ ਦੂਸਰੀ ਲੇਨ ਗੁਰੂ ਦੀ ਹੈ, ਹੁਕਮ ਦੀ ਦੂਸਰੀ ਲੇਨ ਹੈ, ਉਸ ਹੁਕਮ ਵਿੱਚ ਆਪਣੀ ਲੇਨ ਵਿੱਚ, ਉਸ ਲੇਨ ਵਿੱਚ ਚਲੇ ਜਾਓ, ਆਪਣੀ ਲੇਨ 'ਚ ਨਾ ਰਹੋ।
ਜੇ ਆਪਣੀ ਲੇਨ ਵਿੱਚ ਰਹੋਗੇ ਤੇ ਫਿਰ ਦੁੱਖ ਪਾਓਗੇ, ਨਹੀਂ ਪਹੁੰਚ ਸਕੋਗੇ। ਤੇ ਇਹ ਉਹਨਾਂ ਦਾ ਸਭ ਤੋਂ ਵੱਡਾ ਨਿਵੇਕਲਾ ਇੱਕ ਰਸਤਾ ਦੱਸਿਆ ਉਹਨਾਂ ਨੇ ਕਿ ਜੇ ਪਹੁੰਚਣਾ ਹੈ ਉੱਥੇ ਤੇ ਆਪਣੀ ਮਨਮਰਜ਼ੀ ਨਾ ਕਰੋ। ਆਪਣੀ ਮਨਮਰਜ਼ੀ ਨਾਲ ਕੀਤੇ ਹੋਏ ਫੈਸਲੇ ਕਦੀ ਪ੍ਰਮਾਤਮਾ ਤੱਕ ਨਹੀਂ ਪਹੁੰਚਾ ਸਕਦੇ। ਉਹਨਾਂ ਨੇ ਇਹ ਕਿਹਾ ਕਿ ਨਹੀਂ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਲਿਖ ਕੇ ਕਹਿੰਦਾ ਕਿ ਹੁਕਮ ਦੀ ਰਜ਼ਾ ਵਿੱਚ ਚੱਲੋ। ਤੇ ਜਦੋਂ ਉਸ ਲੇਨ ਵਿੱਚ ਚੱਲੋਗੇ ਤੇ ਹੌਲੇ ਹੌਲੇ ਕਰਕੇ ਤੁਹਾਨੂੰ ਹੁਕਮ ਦੀਆਂ ਜਿਹੜੀਆਂ ਅੱਪਰ ਜਿਹੜੀਆਂ ਕਰਸਟ ਹਨ ਹੁਕਮ ਦੀਆਂ, ਉਹ ਵੀ ਰਿਵੀਲ ਹੋਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਉਹ ਵੀ ਰੈਵਲੇਸ਼ਨ ਤੁਹਾਡੇ ਅੰਦਰ ਆਣੀ ਸ਼ੁਰੂ ਹੋ ਜਾਏਗੀ। ਫਿਰ ਤੁਹਾਨੂੰ ਸਡਨਲੀ ਮਹਿਸੂਸ ਹੋਏਗਾ ਕਿ ਸਾਰਾ ਕੁਝ ਬੜਾ ਸਿੰਕਰੋਨਾਈਜ਼ਡ ਹੈ, ਬੜਾ ਕੁਝ ਤੁਹਾਨੂੰ ਮਹਿਸੂਸ ਹੋਏਗਾ ਜੋ ਮੇਰੇ ਨਾਲ ਹੋ ਰਿਹਾ ਉਹ ਠੀਕ ਹੋ ਰਿਹਾ, ਹੁਣ ਜੋ ਬੈਸਟ ਹੋ ਰਿਹਾ ਮੇਰੇ ਨਾਲ ਜੋ ਹੋ ਰਿਹਾ। ਲੇਕਿਨ ਉਹ ਭਾਣਾ ਮੰਨਣ ਵਾਲੇ ਉਹ ਸਟੇਜ ਅਗਲੀਆਂ ਹੈ, ਉਹ ਧਰਮਖੰਡ ਤੋਂ ਉੱਪਰਲੀ ਅਵਸਥਾ ਹੈ, ਉਹ ਵੀ ਆਏਗੀ ਅਵਸਥਾ। ਲੇਕਿਨ ਪਹਿਲੀ ਸਟੇਜ ਹੈ ਕਿ ਆਪਣੀ ਲਾਈਫ ਨੂੰ ਢਾਲ ਲੈਣਾ ਪ੍ਰਮਾਤਮਾ ਦੀ ਮਰਜ਼ੀ ਦੇ ਹਿਸਾਬ ਦੇ ਨਾਲ। ਇੰਨਾ ਈਜ਼ੀ ਨਹੀਂ ਹੈ ਕਰਨਾ, ਕਿਉਂਕਿ ਇਹ ਕਰਨ ਵਿੱਚ ਬੜਾ ਬਲ ਚਾਹੀਦਾ ਹੈ, ਅੰਦਰ ਬੜੀ ਬਲਵਾਨਤਾ ਚਾਹੀਦੀ ਹੈ। ਤੇ ਉਹਨਾਂ ਨੇ ਇੱਕ ਹੋਰ ਨਵਾਂ ਇੱਕ ਨਿਵੇਕਲਾ ਰਸਤਾ ਦੁਨੀਆ ਦੇ ਸਾਹਮਣੇ ਰੱਖਿਆ। ਉਹ ਸੀ ਉਹਨਾਂ ਨੇ ਪ੍ਰਮਾਤਮਾ ਦੀ ਆਰਾਧਨਾ ਨੂੰ, ਪ੍ਰਮਾਤਮਾ ਦੀ ਪੂਜਾ ਨੂੰ ਸੰਗੀਤ ਦਾ ਉਹਨਾਂ ਦਾ ਸਭ ਤੋਂ ਵੱਡਾ ਉਹਨਾਂ ਨੇ ਇੱਕ ਮਾਧਿਅਮ ਚੁਣਿਆ। ਉਹਨਾਂ ਨੇ ਕਿਹਾ ਨਹੀਂ, ਇਸ ਤੋਂ ਵੱਡੀ ਕੋਈ ਹੋਰ ਚੀਜ਼ ਨਹੀਂ ਹੈ। ਸੋ ਉਹਨਾਂ ਨੇ ਇੱਕ ਮਿਊਜ਼ਿਕ ਨੂੰ, ਸੰਗੀਤ ਨੂੰ ਅੱਗੇ ਰੱਖ ਕੇ ਤੇ ਸੰਗੀਤ ਵਿੱਚ ਉਹਨਾਂ ਨੇ ਬਾਣੀ ਜਿਹੜੀ ਹੈ ਸਾਰੀ ਜਿਹੜੀ ਹੈ ਪ੍ਰੀ ਕੰਪੋਜ਼ ਕਰਕੇ ਬਾਣੀ ਅੱਗੇ ਰੱਖੀ। ਤੇ ਉਹਨਾਂ ਨੇ ਕਿਹਾ ਨਹੀਂ, ਕੀਰਤਨ ਤੋਂ ਵੱਡਾ ਕੋਈ ਹੋਰ ਵੱਡੀ ਪੂਜਾ ਨਹੀਂ ਹੈ, ਕੀਰਤਨ ਤੋਂ ਵੱਡਾ ਕੋਈ ਹੋਰ ਸਿਮਰਨ ਨਹੀਂ। ਜਿੱਥੇ ਗਏ ਨਾ ਆਪ ਦੇਖੋ, ਤੁਸੀਂ ਹੈਰਾਨ ਹੋਵੋਗੇ ਜਦੋਂ ਨਿਕਲੇ ਹੋਣਗੇ ਪਹਿਲੀ ਵਾਰੀ ਸੁਲਤਾਨਪੁਰ ਲੋਧੀ ਤੋਂ। ਬੰਦਾ ਕੁਝ ਨਾਲ ਕੁਝ ਹੋਰ ਲੈ ਕੇ ਕਿਸੇ ਪੰਡਿਤ ਨੂੰ ਨਾਲ ਲੈ ਕੇ ਜਾ ਸਕਦਾ ਸੀ, ਕਿਸੇ ਹੋਰ ਬੰਦੇ ਨੂੰ ਨਾਲ ਜਿਹਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਹੁੰਦਾ, ਜਾਂ ਕਿਸੇ ਨੂੰ ਕੁਰਾਨ ਦਾ ਗਿਆਨ ਹੁੰਦਾ, ਹਦੀਸਾਂ ਦਾ ਗਿਆਨ ਹੁੰਦਾ। ਉਹਨਾਂ ਨੇ ਕਿਸੇ ਗਿਆਨੀ ਨੂੰ ਨਹੀਂ ਚੁਣਿਆ, ਉਹਨਾਂ ਨੇ ਭਾਈ ਮਰਦਾਨੇ ਨੂੰ ਚੁਣਿਆ। ਕਿਉਂ? ਕਿਉਂਕਿ ਰਬਾਬੀ ਸਨ, ਰਬਾਬ ਵਜਾਉਂਦੇ ਸਨ। ਰਬਾਬੀ ਨੂੰ ਚੁਣਿਆ ਕਿਉਂ? ਕਿਉਂਕਿ ਕੀਰਤਨ ਜੇ ਕਰਨਾ ਸੀ ਰਸਤਿਆਂ 'ਚ। ਤੇ ਜਨਮ ਸਾਖੀਆਂ ਪੜ੍ਹ ਕੇ ਦੇਖ ਲਓ, ਜਿੱਥੇ ਜਿੱਥੇ ਗਏ ਨੂੰ ਕੋਈ ਵੱਡੀਆਂ ਤਕਰੀਰਾਂ ਨਹੀਂ ਦਿੱਤੀਆਂ ਉਹਨਾਂ ਨੇ, ਕੋਈ ਵੱਡੀਆਂ ਸਪੀਚਾਂ ਨਹੀਂ ਦਿੱਤੀਆਂ। ਕੋਈ ਤੁਹਾਨੂੰ 2.5 ਘੰਟੇ ਦੀ ਸਪੀਚ ਨਹੀਂ ਮਿਲੇਗੀ ਉਹਨਾਂ ਦੀ ਲਾਈਫ ਵਿੱਚ, ਕੋਈ ਵੱਡੀਆਂ ਬੈਠ ਕੇ ਕਿਧਰੇ ਵੱਡੀਆਂ। ਉਹਨਾਂ ਨੇ ਮਰਦਾਨਿਆਂ ਰਬਾਬ ਚੁੱਕ ਬਾਣੀ ਆਈ ਹੈ, ਬਸ ਉੱਥੇ ਗੱਲ ਮੁੱਕ ਜਾਂਦੀ ਸਾਰੀ। ਕੀਰਤਨ ਰੂਪ ਵਿੱਚ ਉਹਨਾਂ ਨੂੰ ਪ੍ਰਮਾਤਮਾ ਨਜ਼ਰ ਆਇਆ, ਕੀਰਤਨ ਰੂਪ ਵਿੱਚ ਉਹਨਾਂ ਨੇ ਆਪ ਮਿਲਿਆ ਉਹਨਾਂ ਨੂੰ, ਤੇ ਕੀਰਤਨ ਰੂਪ ਨਾਲ ਸਾਨੂੰ ਜੋੜਿਆ ਉਹਨਾਂ ਨੇ। ਔਰ ਕੀਰਤਨ ਵਿੱਚ ਸਭ ਤੋਂ ਵੱਡੀ ਉਹਨਾਂ ਨੂੰ ਪ੍ਰਮਾਤਮਾ ਦੀ ਹੋਂਦ ਤੇ ਪ੍ਰਮਾਤਮਾ ਦਾ ਭਜਨ ਤੇ ਪ੍ਰਮਾਤਮਾ ਦੀ ਮੈਨੀਫੈਸਟੇਸ਼ਨ ਉਹਨਾਂ ਨੂੰ ਕੀਰਤਨ ਰੂਪ ਵਿੱਚ ਨਜ਼ਰ ਆਈ ਉਹਨਾਂ ਨੂੰ। ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੀੜ ਤੋਂ ਸਿਵਾਏ ਤੁਹਾਨੂੰ ਦੁਨੀਆ 'ਚ ਹੋਰ ਕੋਈ ਧਰਮ ਗ੍ਰੰਥ ਨਹੀਂ ਮਿਲੇਗਾ ਜਿਹੜਾ ਸਾਰਾ ਦਾ ਸਾਰਾ ਮਿਊਜ਼ੀਕਲ ਹੋਵੇ। ਬੜੀਆਂ ਘੱਟ ਬਾਣੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਹੜੀਆਂ ਕੀਰਤਨ ਰੂਪ ਵਿੱਚ ਪ੍ਰਗਟ ਨਹੀਂ ਹੋਈਆਂ। ਜਪਜੀ ਸਾਹਿਬ maybe there is an exception, ਸ਼ਲੋਕ ਸਹਿਸਕ੍ਰਿਤੀ might be an exception, ਪਰ 98% of content ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ, ਉਹ ਬਾਣੀ ਕੀਰਤਨ ਰੂਪ ਵਿੱਚ ਉਹਨਾਂ ਨੂੰ ਅੰਦਰੋਂ ਉੱਤੋਂ ਨਾਜ਼ਰ ਹੋਈ ਹੈ ਗੁਰੂਆਂ ਨੂੰ, ਤੇ ਕੀਰਤਨ ਰੂਪ ਵਿੱਚ ਸਾਨੂੰ ਮਿਲੀ ਹੈ। ਸਿੱਖੀਏ ਨਾ ਸਿੱਖੀਏ ਅਸੀਂ, ਉਹ ਤੁਹਾਡੀ ਮਰਜ਼ੀ ਹੈ। ਠੀਕ, ਤੁਸੀਂ ਨਾ ਜਾਣੋ ਟੋਡੀ ਤੇ ਕਲਿਆਣ 'ਚ ਫਰਕ, ਉਹ ਤੁਹਾਡੀ ਮਰਜ਼ੀ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੀਕ ਚੀਕ ਕੇ ਕਹਿੰਦੀ ਹੈ ਕਿ ਕੀਰਤਨ ਤੋਂ ਉੱਚੀ ਕੋਈ ਸਿਮਰਨ ਦੀ ਅਵਸਥਾ ਨਹੀਂ ਹੋ। ਜਿੱਥੇ ਗਏ ਹਨ ਆਪ ਉਹਨਾਂ ਨੇ ਕੀਰਤਨ ਕੀਤਾ ਹੈ, ਚਾਹੇ ਭੂਮੀਆਂ ਚੋਰ ਦੇ ਕੋਲ ਗਏ ਹਨ ਉੱਥੇ ਕੀਰਤਨ ਕੀਤਾ ਨੇ, ਚਾਹੇ ਉਹ ਜਗਨਨਾਥ ਪੁਰੀ ਗਏ ਹਨ ਤੇ ਅੰਦਰ ਨਹੀਂ ਵੜਨ ਦਿੱਤਾ ਤੇ ਬਾਹਰ ਬੈਠ ਕੇ ਆਰਤੀ ਗਾਈ ਉਹਨਾਂ ਨੇ ਧਨਾਸਰੀ ਵਿੱਚ, ਹੁਣ ਵੀ ਗਾਉਂਦੇ ਆ। ਤੇ ਕਈਆਂ ਨੂੰ ਇਹ ਭੁਲੇਖਾ ਨਾ ਰਹੇ ਕਿਧਰੇ, ਧਨਾਸਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ, ਇਹ ਦੋ ਜਗ੍ਹਾ ਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਪਹਿਲੇ ਬਿਗਨਿੰਗ ਵਿੱਚ ਆਈ ਹੈ ਜਿੱਥੇ ਕੀਰਤਨ ਸੋਹਲੇ ਦੇ ਪਾਠ ਵਿੱਚ। ਫਰਕ ਕੀ ਹੈ ਦੋਨਾਂ 'ਚ? ਫਰਕ ਵੱਡਾ ਇਹ ਹੈ ਕਿ ਉੱਥੇ ਵਰਡ ਆਰਤੀ ਲਿਖਿਆ ਨਹੀਂ ਹੋਇਆ, ਉੱਥੇ ਲਿਖਿਆ ਧਨਾਸਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ। ਅੱਗੇ ਜਾ ਕੇ ਜਿੱਥੇ ਧਨਾਸਰੀ ਰਾਗ ਵਿੱਚ ਜਿਹੜੀ ਆਈ ਹੈ, ਜਿਹੜੀ ਬਾਣੀ ਜਿਹੜੀ ਦੁਬਾਰਾ ਰਿਪੀਟ ਕੀਤੀ ਨੇ, ਉੱਥੇ ਵਰਡ ਆਰਤੀ ਆਇਆ। ਉੱਤੇ ਧਨਾਸਰੀ ਮਹੱਲਾ ਪਹਿਲਾ ਆਰਤੀ ਗਗਨ ਮੇ ਥਾਲ ਰਵ, ਆਪਣੀ ਆਰਤੀ ਉਚਾਰੀ ਉਹਨਾਂ ਨੇ, ਧਨਾਸਰੀ ਵਿੱਚ ਉਚਾਰੀ। ਕਿਉਂ ਧਨਾਸਰੀ ਵਿੱਚ ਉਚਾਰੀ? ਕਿਉਂਕਿ ਧਨਾਸਰੀ ਵਿੱਚ ਪਿਆਰ ਬੜਾ ਹੈ, ਧਨਾਸਰੀ ਕਾਫੀ ਥਾਟ ਦਾ ਰਾਗ ਹੈ। ਸਿਆਣੇ ਕਿਆ ਕਰਦੇ ਸਨ, ਮੈਨੂੰ ਯਾਦ ਹੈ ਅਵਤਾਰ ਸਿੰਘ ਮੈਨੂੰ ਕਿਆ ਕਰਦੇ ਸਨ ਕਿ ਪ੍ਰਮਾਤਮਾ ਨਾਲ ਪਿਆਰ ਨਾ ਜੁੜੇ ਤੇ ਫਿਰ ਧਨਾਸਰੀ ਗਾਏ ਬੰਦਾ,
ਇੱਕ ਉਸ ਰਾਗ ਵਿੱਚ ਆਪਣੀ ਇੱਕ ਤਾਕਤ ਹੈ, ਰਾਗ ਵਿੱਚ ਇੱਕ ਆਪਣੀ ਇੱਕ ਸ਼ੈ ਹੈ ਰਾਗ ਦੀ ਆਪਣੀ, ਕਿਉਂਕਿ ਉਹਦੇ ਚ ਡਿਵੈਲਪਮੈਂਟ ਜਿਹੜੀ ਹੈ ਪਿਆਰ ਦੀ ਖੁਦ ਬਖੁਦ ਅੰਦਰੂ ਹੋ ਜਾਂਦੀ ਹੈ। ਕੀਰਤਨ ਰੂਪ ਨੂੰ ਉਹਨਾਂ ਨੇ ਅਪਣਾਇਆ ਤੇ ਇੱਥੇ ਹੀ ਬਸ ਨਹੀਂ ਹੈ, ਇੱਥੇ ਹੀ ਬਸ ਨਹੀਂ ਹੈ। ਅਗਲਾ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਤੇ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਇਨਸਾਨ ਦੇ। ਮੈਂ ਕੋਈ ਬਵਰਾਜ ਨਾਲ ਗੱਲ ਕਰਦਾ ਪਿਆ ਸੀ ਕਿ ਸਿਰਫ ਫਿਲਾਸਫਰ ਤੇ ਪ੍ਰਮਾਤਮਾ ਦੇ ਭਗਤ ਨਹੀਂ ਸਨ, ਸਿਰਫ ਇਹ ਨਹੀਂ ਦੱਸਿਆ ਉਹਨਾਂ ਕਿ ਘਰ-ਬਾਰ ਛੋੜਨ ਦੀ ਲੋੜ ਨਹੀਂ, ਇੱਥੇ ਹੀ ਬੈਠ ਕੇ ਪ੍ਰਮਾਤਮਾ ਦੀ ਆਰਾਧਨਾ ਕਰੋ, ਇੱਥੇ ਹੀ ਬੈਠ ਕੇ ਤੁਹਾਨੂੰ ਪ੍ਰਮਾਤਮਾ ਮਿਲੇਗਾ, ਕਿਧਰੇ ਜਾਣ ਦੀ ਲੋੜ ਨਹੀਂ ਹੈ, ਕਿਧਰੇ ਕੁਝ ਕਰਨ ਦੀ ਲੋੜ ਨਹੀਂ, ਆਪਣੇ ਅੰਦਰ ਤੁਹਾਡੇ ਸਭ ਕੁਝ ਹੈ। ਹਾਂ, ਮਾਨਵਤਾ ਦੀ ਸੇਵਾ ਜ਼ਰੂਰ ਕਰੋ। ਬਾਰ-ਬਾਰ ਚੀਕ ਕੇ ਉਹਨਾਂ ਨੇ ਕਿਹਾ ਨਹੀਂ, ਦੁਨੀਆ ਦੀ ਸੇਵਾ ਕਰਨੀ ਬੜੀ ਹੈ। ਪਹਿਲੇ ਤੇ ਆਪ ਕੀਤੀ ਨੇ ਨਾ 4 ਉਦਾਸੀਆਂ ਲੈ ਕੇ, ਕੀ ਲੋੜ ਪਈ ਸੀ ਜਾਣ ਦੀ, ਦੱਸੋ? ਲੋੜ ਸੀ ਕਿਸੇ ਜਾਣ ਦੀ? ਬੜੇ ਲੋਕਾਂ ਨੇ ਕਿਹਾ ਸੁਲਤਾਨਪੁਰ ਦੀ, ਨਾਨਕ ਜੀ ਤੁਸੀਂ ਨਾ ਜਾਓ, ਤੁਹਾਡੀ ਬੜੀ ਸੰਗਤ ਤੇ ਆਪਿਆ ਆ ਜਾਂਦੀ ਹੈ, ਲੋਕ ਬੜੇ ਤੁਹਾਨੂੰ ਪੂਜਾ ਅਰਪਣ ਕਰ ਦਿੰਦੇ ਹਨ, ਤੁਹਾਨੂੰ ਕੀ ਜਾਣ ਦੀ ਲੋੜ ਹੈ ਕਿਧਰੇ? ਤੇ ਦੇਖੋ ਉਹਨਾਂ ਕੋਲ ਪੁੱਛੋ ਕਿ ਉਹ ਕਿੱਥੇ ਕਿੱਥੇ ਗਏ, ਜਰਾ ਜਨਮ ਸਾਖੀਆਂ ਪੜ੍ਹ ਕੇ ਦੇਖੋ, ਜਰਾ ਤੁਸੀਂ ਗੁਰੂ ਨਾਨਕ ਚਮਤਕਾਰ ਪੜ੍ਹ ਕੇ ਦੇਖੋ ਕਿੱਥੇ ਕਿੱਥੇ ਗਏ ਹੈ। ਕਈ ਜਗ੍ਹਾ ਤੇ ਐਸੀਆਂ ਜਗ੍ਹਾ ਤੇ ਗਏ ਹਨ, ਕਈ ਜਗ੍ਹਾ ਤੇ ਇਹੋ ਜਿਹੀਆਂ ਜਨਮ ਸਾਖੀਆਂ ਵਿੱਚ ਹੀ ਤੇ ਗੁਰੂ ਨਾਨਕ ਚਮਤਕਾਰ ਚ ਗੱਲ ਆਉਂਦੀ ਹੈ। ਮਰਦਾਨਾ ਕਹਿੰਦਾ ਮਹਾਰਾਜ ਇੱਥੇ ਕਈ ਦਿਨ ਹੋ ਗਏ ਜਾਂਦਿਆਂ ਇੱਥੋਂ, ਇਹੋ ਜਿਹਾ ਭੀੜ ਜੰਗਲ ਅਸੀਂ ਦੇਖਿਆ ਨਹੀਂ, ਕੋਈ ਵਸੋਂ ਨਹੀਂ, ਕੋਈ ਬੰਦਾ ਨਹੀਂ, ਕੋਈ ਕੁਛ ਨਹੀਂ। ਜਾਓਗੇ ਤੁਸੀਂ? ਅਸੀਂ ਜਾਵਾਂਗੇ ਕਿਸੇ ਨੂੰ ਕਿਸੇ ਦੀ ਮਦਦ ਕਰਨ ਵਾਸਤੇ। ਉਸ ਨਾ ਕੋਈ ਨਾਲ ਕੋਈ ਪੈਸੇ ਨਹੀਂ, ਕੋਈ ਹਥਿਆਰ ਨਹੀਂ, ਕੋਈ ਜੰਗਲੀ ਜਾਨਵਰ ਆਸ-ਪਾਸ ਹੈ। ਤੇ ਹਾਂ, ਜਨਮ ਸਾਖੀਆਂ 'ਚ ਇਹ ਗੱਲ ਜ਼ਰੂਰ ਆਈ ਹੈ ਕਿ ਜਿੱਥੇ ਬੈਠਦੇ ਸਨ ਰਾਤੀ, ਚਾਹੇ ਉਹ ਭੀੜ ਜੰਗੀ ਹੋਵੇ, ਤੇ ਫਿਰ ਉੱਥੇ ਮਰਦਾਨੀਆਂ ਰਬਾਬ ਛੇੜ ਬਾਣੀ ਆਈ ਹੈ। ਤੇ ਫਿਰ ਜਨਮ ਸਾਖੀਆਂ 'ਚ ਬੜੀ ਵਾਰੀ ਇਹ ਵੀ ਆਇਆ, ਬਾਬੇ ਨੇ ਫਿਰ ਸ਼੍ਰੀ ਗਾਇਆ ਹੋਣਾ, ਫਿਰ ਅਥਰੂ ਆਏ ਹੋਣੇ, ਰੋ ਪਏ ਹੋਣੇ ਵਿਰਾਗ ਵਿੱਚ ਆਪ। ਤੇ ਕਈ ਵਾਰੀ ਬਚਪਨ 'ਚ ਇਹ ਵੀ ਮੈਂ ਦੇਖਿਆ ਤੇ ਨਹੀਂ ਹੋਇਆ, ਬਚਪਨ 'ਚ ਕਈ ਵਾਰੀ ਮੈਂ ਪਿਕਚਰ ਦੇਖੀ ਹੋਏ ਕਿ ਉਹ ਦੋਨੋਂ ਗਾ ਰਹੇ ਹਨ ਤੇ ਨਾਲ ਸਾਰੇ ਜਾਨਵਰ ਬੈਠੇ ਹਨ ਕੋਲ, ਤੇ ਸੁਣਦੇ ਪਏ ਆਸ-ਪਾਸ, ਸਾਰੇ ਆ ਗਏ ਆਸ-ਪਾਸ, ਸਾਰੇ ਬੈਠ। ਕਿਉਂ ਹੁਣ ਵੀ ਆ ਸਕਦੇ। ਕਈਆਂ ਐਗਜ਼ਾਮਪਲ ਘਰ ਦੀਆਂ ਹਨ ਜਿਹੜੀਆਂ ਇੱਥੇ ਬੈਠੇ ਲੋਕ, ਜਿਨ੍ਹਾਂ ਨੂੰ ਪਤਾ ਹੈ ਕਿ they have a pet as a dog and when you do ਪਾਠ, when you do ਕੀਰਤਨ, they come and quietly listen to you. ਤੇ ਜਦੋਂ ਆਪ ਗਾਉਂਦੇ ਹੋਣੇ ਤਾਂ I can imagine what would have happened, you know. ਤੇ ਅਗਲੀ ਜਿਹੜੀ ਸਟੋਰੀ ਉਹਨਾਂ ਦੀ ਲਾਈਫ, ਜਿਹੜੀ ਅਗਲੇ ਅੱਧੇ ਘੰਟੇ 'ਚ ਮੈਂ ਖਤਮ ਕਰਾਂਗਾ, ਕਿ ਉਹ ਦੁਨੀਆ ਦੇ ਬਹੁਤ ਵੱਡੇ ਸੋਸ਼ਲ ਰਿਫਾਰਮਰ ਸਨ। ਤੇ ਲੈਟ ਮੀ ਜਸਟ ਸ਼ੇਅਰ ਮਾਈ ਸਕਰੀਨ, ਕਿਉਂਕਿ ਕਈ ਵਾਰੀ ਬੰਦਾ ਭੁੱਲ ਜਾਂਦਾ ਕਈ ਵਾਰੀ ਪੁਆਇੰਟ ਸਾਰੇ ਕਹਿਣੇ। ਤੇ ਜਸਟ ਗਿਵ ਮੀ 1 ਸੈਕਿੰਡ, ਲੈਟ ਮੀ ਸ਼ੇਅਰ ਮਾਈ ਸਕਰੀਨ ਹੇਅਰ ਵਾਈਟ ਬੋਰਡ ਤੇ। can ਤੁਸੀਂ ਸਕਰੀਨ ਮੇਰੀ ਦੇਖ ਸਕਦੇ ਹੋ? ਓਕੇ। ਤੇ ਲੈਟ ਮੀ ਜਸਟ ਟੈਲ ਯੂ ਕਿ ਉਹਨਾਂ ਦੀ ਸੋਸ਼ਲ ਰਿਫਾਰਮਰ ਜਿਹੜੇ ਸਨ ਕਿਤਨੇ ਵੱਡੇ ਸਨ। ਉਹ ਸੋਚ ਕੇ ਦੇਖੋ, ਮੈਂ ਉਹੀ ਗੱਲ ਕਰਾਂ, ਕਿਤਨੀ ਮੁਸ਼ਕਿਲ ਆਈ ਹੋਣਾ ਉਹਨਾਂ ਦੀ ਲਾਈਫ ਵਿੱਚ। ਸਭ ਤੋਂ ਪਹਿਲੇ ਤਾਂ ਉਹਨਾਂ ਨੇ ਇਹ ਸਮਝਾ ਦਿੱਤਾ ਕਿ ਕੋਈ ਕੰਮ ਤੁਸੀਂ ਕਰ ਰਹੇ ਹੋ ਨਾ, ਜਿਹੜਾ ਡਜ਼ਨਟ ਮੈਟਰ ਕਿਹੜਾ ਤੁਸੀਂ ਕੰਮ ਕਰਦੇ ਪਏ ਹੋ, ਇਟ ਡਜ਼ ਨਾਟ ਮੈਟਰ ਵਾਟ ਯੂ ਆਰ ਡੂਇੰਗ, ਇਫ ਦੈਟ ਡਜ਼ ਨਾਟ ਰਿਜ਼ਲਟ ਇਨ ਪ੍ਰਮਾਤਮਾ ਦਾ ਪਿਆਰ ਵਿੱਚ, ਤੇ ਉਹ ਛੋੜ ਦਿਓ ਉਸਨੂੰ, ਜਾਂ ਛੋੜ ਦਿਓ ਤੇ ਉਹਨੂੰ ਰਿਫਾਰਮ ਕਰ ਲਓ। ਹਾਂਜੀ। ਤੇ ਜੇ ਕਰੋੜਾਂ ਵਾਰੀ ਕੋਈ ਜਪਜੀ ਦਾ ਪਾਠ ਵੀ ਕਰ ਲਵੇ ਤੇ ਤਾਂ ਵੀ ਪ੍ਰਮਾਤਮਾ ਯਾਦ ਨਾ ਆਏ ਉਸਨੂੰ, ਤੇ ਜੇ 31 ਰਾਗ ਸਿੱਖ ਕੇ ਵੀ ਉਹ ਸਵਾਸ ਯਾਦ ਨਾ ਆਏ, ਤੇ ਫਿਰ ਬੰਦਾ ਸੋਚੇ ਵੀ ਮੇਰੇ ਕੋਲ ਕੀ ਗਲਤੀਆਂ ਹੋ ਰਹੀਆਂ ਨੇ। ਤੇ ਹਿੰਦੂਆਂ ਦੇ ਧਰਮ ਵਿੱਚ ਵੀ ਤੇ ਮੁਸਲਮਾਨਾਂ ਦੇ ਧਰਮ ਵਿੱਚ ਕਰਮ ਕਾਂਡਾਂ ਨੂੰ ਰਿਜੈਕਟ ਕਰ ਦਿੱਤਾ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਲੈਣੀ ਹੈ ਹੱਜ ਤੇ ਕਰੋ, ਬਹੁਤ ਅੱਛੀ ਗੱਲ ਹੈ, ਪਰ ਹੱਜ ਕਰਕੇ ਅੱਲਾ ਯਾਦ ਆਏ ਤੁਹਾਡੇ ਅੰਦਰ ਉਸ ਰੱਬੀ ਨੂਰ ਦਾ ਅੰਦਰ ਜਾਗਰਤ ਹੋਵੇ, ਤੇ ਫਿਰ ਠੀਕ ਹੈ ਕੰਮ, ਨਹੀਂ ਤੇ ਫਿਰ ਕਰੋੜਾਂ ਵਾਰੀ ਦਰਬਾਰ ਸਾਹਿਬ ਹੋਵਾ, ਤੇ ਜੇ ਨਹੀਂ ਹੋਇਆ ਕੰਮ ਉਹ, ਤੇ ਫਿਰ ਜਾਣ ਕੇ ਕੋਈ ਫਾਇਦਾ ਨਾ ਹੋਇਆ ਤੁਹਾਨੂੰ ਕੋਈ ਖਾਸ। ਉਹਨਾਂ ਨੇ ਹਰ ਕਿਸਮ ਨੂੰ ਰਿਜੈਕਟ, ਉਹਨਾਂ ਨੇ ਕਿਸੇ ਵਿਤਕਰੇ ਨਹੀਂ ਕੀਤੇ। ਸੋਚੋ ਜਦੋਂ ਪਹਿਲੀ ਵਾਰੀ ਕਿਹਾ ਉਹਨਾਂ ਨੇ ਤੇ ਕੀ ਬੀਤੀ ਹੋਣੀ ਉਹਨਾਂ ਦੇ ਉੱਤੇ। ਜਦੋਂ ਪਹਿਲੀ ਵਾਰੀ ਕਿਹਾ ਉਹਨਾਂ ਨੇ ਕਿ ਹਰਿਦੁਆਰ ਜਾ ਕੇ ਪਾਣੀ ਉਲਟੇ ਪਾਸੇ ਦਿੱਤਾ ਉਹਨਾਂ ਨੇ, ਤੇ ਕੀ ਹਾਲਤ ਹੋਈ ਹੋਣੀ ਉਹਨਾਂ ਦੀ। ਤੇ ਦੂਸਰਾ, ਜਿਹੜੀ ਸਭ ਤੋਂ ਦੂਸਰੀ ਰੈਵੋਲੂਸ਼ਨਰੀ ਚੀਜ਼ ਜਿਹੜੀ ਮੈਂ ਤੇ ਹੈਰਾਨ ਹਾਂ ਕਿ 550 ਸਾਲ ਪਹਿਲੇ ਕਿਸ ਤਰ੍ਹਾਂ ਉਹਨਾਂ ਨੇ ਹਿੰਮਤ ਕਰਕੇ, ਰੱਬੀ ਜੋਤ ਸਨ, ਰੱਬੀ ਜੋਤ ਡਰੀਆਂ ਨਹੀਂ ਕਰਦੀਆਂ, ਉਹਨਾਂ ਨੇ ਵਿਮਨ ਰਾਈਟ ਦਾ ਇਸ਼ੂ ਉਠਾਇਆ। ਉਹਨਾਂ ਨੇ ਕਿਹਾ ਨਹੀਂ ਕੋਈ ਫਰਕ ਨਹੀਂ ਹੈ ਜੀ ਦੋਨਾਂ 'ਚ।
परमात्मा दे रूप दोनों हैं ते कोई स्त्री ते पुरुष है ही नहीं क्योंकि आत्मा जेंडर फ्री है। मारू राग दे सोहले हैं महले पहले दे, जे कदी टाइम मिले ते पढ़ना। महाराज दी बहुत उच्ची और बड़ी बड़ी गंभीर बाणी मारू विच लिखी उन्होंने, ते उन्हां सोहलियां विच तुसीं देखो कि बड़ी वारी इस गल दा जिक्र आया है कि जेंडर नहीं है, परमात्मा दा कोई जेंडर नहीं है, ना ही है ते ना शी है, ते तुसीं भी ही ते शी तो परे हो। ਤੁਹਾਡੇ ਅੰਦਰ ਜਿਹੜਾ ਬੈਠਾ ਹੋਇਆ ਉਹ ਹੀ ਔਰ ਸ਼ੀ ਨਹੀਂ ਹੈ। ਰੂਪ ਤੁਹਾਡਾ ਸਰੀਰ ਜਿਹੜਾ ਹੈ ਸਿਰਫ ਇੱਕ ਬਾਡੀ ਮਿਲੀ ਹੈ ਤੁਹਾਨੂੰ, ਤੇ ਜੇ ਅੰਦਰ ਬੈਠੇ ਹੋਇਆ ਜੈਂਡਰ ਫ੍ਰੀ ਹੈ, ਇਹ ਉਹਨਾਂ ਨੇ ਆਪਣੀ ਇੱਕ ਦਲੀਲ ਦਿੱਤੀ ਹੈ। ਜੇ ਅੰਦਰ ਬੈਠਾ ਹੋਇਆ ਜਿਹੜੀ ਨਾਮ ਹੈ ਉਹ ਜੈਂਡਰ ਫ੍ਰੀ ਹੈ, ਤੇ ਤੁਸੀਂ ਕਿੱਥੋਂ ਜੈਂਡਰ ਦਾ ਕੀ ਮਤਲਬ ਹੋਇਆ ਫਿਰ? ਜੈਂਡਰ ਦੇ ਇੱਕ ਵਾਈ ਵਨ ਜੈਂਡਰ ਇਜ਼ ਵਰਸ ਦੈਨ ਦੀ ਅਦਰ ਔਰ ਬੈਟਰ ਦੈਨ ਦੀ ਅਦਰ ਔਰ ਨਾਟ ਗੁੱਡ ਐਜ਼ ਦੀ ਅਦਰ। ਜਸਟ ਇਮੈਜਿਨ ਜਦੋਂ ਪਹਿਲੀ ਵਾਰੀ ਕਿਹਾ ਉਹਨਾਂ ਨੇ 550 ਸਾਲ ਪਹਿਲੇ, ਤੇ ਕੀ ਉਹਨਾਂ ਤੇ ਬੀਤੀ ਹੋਣੀ ਹੈ। 10,000 ਸਾਲ ਤੋਂ ਕਿਸੇ ਨੇ ਆਵਾਜ਼ ਨਹੀਂ ਉਠਾਈ ਹੈ ਵਾਲੀ। ਪਹਿਲੇ ਤੁਸੀਂ ਹਿਸਟਰੀ ਦੇ ਬੁੱਕਸ ਖੋਲ ਕੇ ਦੇਖ ਲਓ, ਕੁਰਾਨ ਪੜ੍ਹ ਲਓ, ਹਦੀਸਾਂ ਪੜ੍ਹ ਲਓ, ਵੇਦ ਸ਼ਾਸਤਰ ਪੜ੍ਹ ਲਓ, ਤੁਸੀਂ ਪੜ੍ਹ ਕੇ ਦੇਖੋ ਕਿ ਵੇਦਾਂ ਵਿੱਚ ਅਲਾਉਡ ਕੀ ਵਿਮਨ ਦੇ ਰਾਈਟਸ ਹਨ ਉਸ ਵੇਲੇ ਪੁਰਾਣੀ, ਯਾਨੀ ਕੀ ਕਰ ਸਕੇ, ਕੀ ਨਹੀਂ ਕਰ ਸਕਦੇ ਸਨ, ਤੇ ਇਸਲਾਮ ਵਿੱਚ ਕਿਹੜੇ ਰਾਈਟਸ ਹਨ, ਕਿਹੜੀ ਚੀਜ਼ਾਂ ਕਰ ਸਕਦੇ ਹਨ, ਕਿਹੜੀਆਂ ਚੀਜ਼ਾਂ ਨਹੀਂ ਕਰ ਸਕਦੇ ਸਨ, ਤੇ ਆਪਣੇ ਰਾਈਟ ਪੜ੍ਹ ਕੇ ਦੇਖੋ। ਤੇ ਕਿਤਨੀ ਵੱਡੀ ਰੈਵੋਲੂਸ਼ਨਰੀ ਆਵਾਜ਼ ਉਠਾਈ ਹੋਣੀ ਨੇ ਉਸ ਵੇਲੇ, ਕਿਤਨੀ ਪ੍ਰੋਟੈਸਟ ਹੋਇਆ ਹੋਣਾ ਉਸ ਵੇਲੇ। ਤੇ ਆਪ ਲਿਖਦੇ ਹਨ ਆਪਣੀ ਬਾਣੀ ਵਿੱਚ, ਕੋਈ ਆਖੇ ਪੂਤਨਾ, ਕੋਈ ਆਖੇ ਕੋਈ ਬੇਤਾਲਾ, ਇਹ ਲਿਖਦੇ ਨੇ ਆਪਣੀ ਬਾਣੀ ਚ। ਲੋਕਾਂ ਨੇ ਕਿਹਾ ਹੋਣੀ ਕਿ ਕੌਣ ਆ ਗਿਆ, ਕਿਹੜੀਆਂ ਗੱਲਾਂ ਕਰਦਾ ਪਿਆ ਹੈ। ਫਿਰ ਤੀਸਰੀ ਗੱਲ ਜਿਹੜੀ ਆਵਾਜ਼ ਉਠਾਈ ਹੈ ਉਹ ਤੇ ਕਮਾਲ ਹੀ ਹੈ। ਮੈਂ ਕਹਿੰਦਾ ਕਿ ਉਹਨਾਂ ਨੇ ਕਿਹਾ ਕਿ ਆਈ ਡੋਂਟ ਕੇਅਰ ਵਾਟ ਯੂ ਥਿੰਕ ਦੋ, ਆਈ ਰਿਜੈਕਟ ਦ ਕਾਸਟ ਸਿਸਟਮ ਇਨ ਇਟਸ ਇੰਟਾਇਰਿਟੀ। ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਤੁਸੀਂ ਮੰਨੋ ਚਾਹੇ ਨਾ ਮੰਨੋ। ਮੇਰੇ ਨਜ਼ਰਾਂ ਵਿੱਚ ਬ੍ਰਾਹਮਣ ਤੇ ਸ਼ੂਦਰ ਇੱਕੋ ਜਿਹੇ ਹਨ, ਮੇਰੇ ਨਜ਼ਰਾਂ ਵਿੱਚ ਕੋਈ ਇੱਕ ਨਹੀਂ ਹੈ। ਅਨਫੋਰਚੂਨੇਟਲੀ ਅਸੀਂ ਹਾਲੇ ਵੀ ਕਾਸਟ ਸਿਸਟਮ ਨੂੰ ਮੰਨਦੇ ਹਾਂ, ਸਿੱਖ ਵੀ ਮੰਨਦੇ ਨੇ। ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ, ਅੱਜ ਮੈਟਰੀਮੋਨੀਅਲ ਐਡ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਕਈ ਆਪਣੇ ਆਪ ਨੂੰ ਜੱਟ ਕਹਿੰਦੇ ਨੇ, ਕਈ ਆਪਣੇ ਆਪ ਨੂੰ ਖੱਤਰੀ ਕਹਿੰਦੇ ਨੇ, ਕਈ ਆਪਣੇ ਆਪ ਨੂੰ ਰਾਮਗੜੀਏ ਕਹਿੰਦੇ ਨੇ। And I don't care if anybody gets upset at me. I really don't care about that. ਅੱਜ ਉਹਨਾਂ ਦਾ ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਹੋ, ਉਹ ਜੋ ਕਹਿ ਕੇ ਗਏ ਉਹ ਤੇ ਸੁਣੋ ਨਾ ਪਹਿਲੇ ਗੱਲ ਉਹਨਾਂ ਦੀ। ਉਹਨਾਂ ਨੇ ਕਿਹੜੇ ਕਾਸਟ ਸਿਸਟਮ ਨੂੰ ਐਕਸੈਪਟ ਕੀਤਾ? ਉਹਨਾਂ ਨੇ ਕਿਸੇ ਚੀਜ਼ ਨੂੰ ਐਕਸੈਪਟ ਨਹੀਂ ਕੀਤਾ। ਉਹਨਾਂ ਨੇ ਕਿਹਾ ਨਹੀਂ, ਪ੍ਰਮਾਤਮਾ ਇੱਕ ਹੈ, ਜਾਤ ਇੱਕੋ ਹੀ ਹੈ ਸਭ ਦੀ, ਕੋਈ ਇੱਕ ਦੂਸਰੇ ਤੋਂ ਵੱਡਾ ਨਹੀਂ ਹੈ। ਔਰ ਇਹਨੂੰ ਪ੍ਰੂਫ ਕਰਨ ਵਾਸਤੇ ਉਹਨਾਂ ਨੇ ਲੰਗਰ ਦੀ ਪ੍ਰਥਾ ਚਲਾਈ। ਲੰਗਰ ਦੀ ਪ੍ਰਥਾ, ਮੈਂ ਤੁਹਾਨੂੰ ਦੱਸ ਰਿਹਾ, ਸਭ ਤੋਂ ਵੱਡਾ ਲੰਗਰ ਦੀ ਪ੍ਰਥਾ ਚਲਾਉਣ ਦਾ ਉਹਨਾਂ ਦਾ ਮਤਲਬ ਇਹੀ ਸੀ ਕਿ ਇੱਥੇ ਅਕਬਰ ਵੀ ਇੱਕ ਦਿਨ ਆਏਗਾ ਤੇ ਨਾਲ ਸਾਡੇ ਬੈਠੇਗਾ, ਚਾਹੇ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਚਾਹੇ ਕਿਸੇ ਧਰਮ ਦਾ, ਕਿਸੇ ਜਾਤ ਦਾ ਹੋਵੇ, ਤੁਹਾਡੇ ਨਾਲ ਬੈਠ ਕੇ ਉਹਨੇ ਉਹੀ ਰੋਟੀ ਤੇ ਦਾਲ ਖਾਣੀ ਹੈ ਜੋ ਤੁਸੀਂ ਖਾ ਰਹੇ ਹੋ ਨਾਲ। ਸੋਚ ਕੇ ਦੇਖੋ, ਜਦੋਂ ਪਹਿਲੀ ਵਾਰੀ ਕਿਹਾ ਉਹਨਾਂ ਨੇ ਤੇ what he must have faced। ਫਿਰ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਤੁਸੀਂ ਕਹਿ ਲਵੋ, ਉਹਨਾਂ ਨੇ ਆਈਡਲ ਵਰਸ਼ਿਪਿੰਗ ਨੂੰ ਰਿਜੈਕਟ ਕਰ ਦਿੱਤਾ। ਉਹਨਾਂ ਨੇ ਕਿਹਾ ਨਹੀਂ, ਪ੍ਰਮਾਤਮਾ ਦੀ ਕੋਈ ਮੂਰਤੀ ਨਹੀਂ ਬਣਾਉਣੀ ਚਾਹੀਦੀ, ਮੂਰਤੀਆਂ ਨਹੀਂ ਅਸੀਂ ਅਲਾਉ ਕਰਾਂਗੇ ਬਣਾਉਣੀ, ਉਸ ਇੱਕ ਮੂਰਤ ਵਿੱਚ ਨਹੀਂ ਰੱਖ ਸਕਦੇ। ਉਹ ਕੌਨਸ਼ੀਅਸਨੈਸ ਹੈ, ਇੱਕ ਢਾਂਚੇ ਵਿੱਚ ਨਹੀਂ ਰੱਖ ਸਕਦੇ ਤੁਸੀਂ। ਹਾਂਜੀ, ਉਹਨਾਂ ਨੇ ਇਹ ਨਹੀਂ ਕਿਹਾ ਹਿੰਦੂਆਂ ਨੂੰ ਕਿ ਤੁਸੀਂ ਬੰਦ ਕਰ ਦਿਓ, ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਦੇ, ਤੁਸੀਂ ਕਰਨਾ ਜੋ ਮਰਜ਼ੀ ਕਰੋ, ਪਰ ਗੁਰੂ ਕਾ ਸਿੱਖ ਨਹੀਂ ਕਰੇਗਾ। ਔਰ ਮੈਂ ਗੱਲ ਹੋਰ ਦੱਸਾਂ ਤੁਹਾਨੂੰ, ਅੱਜ ਕੱਲ ਜ਼ਿਆਦਾ ਰਿਵਾਜ਼ ਹੈ ਇਹਨਾਂ ਫੋਟੋਆਂ ਵਗੈਰਾ ਲਗਾਉਣ ਦਾ, ਗੁਰੂ ਨਾਨਕ ਦੇਵ ਜੀ ਦੀਆਂ ਅੱਜ ਕੱਲ ਲੋਕ ਕਰਦੇ ਨੇ। ਪਹਿਲੇ ਮੈਨੂੰ ਯਾਦ ਹੈ, ਐਜ਼ ਅ ਯੰਗ ਚਾਈਲਡ, ਮੇਰੇ ਐਲਡਰ ਜਿਹੜੇ ਮੇਰੇ ਤਾਇਆ ਜੀ ਸਪੈਸ਼ਲੀ, ਮੈਨੂੰ ਯਾਦ ਹੈ ਉਸ ਗੱਲ ਤੇ ਵਰਜਿਆ ਕਰਦੇ ਸਨ ਮੇਰੇ ਤਾਇਆ ਜੀ ਜ਼ਰੂਰ, ਕਿ ਨਹੀਂ ਮਹਾਰਾਜ ਦੀ ਫੋਟੋਆਂ ਦੀ ਫੋਟੋ ਤਰਫ ਨਹੀਂ ਜਾਣਾ, ਸ਼ਬਦ ਗੁਰੂ ਹੈ ਤੁਹਾਡਾ, ਇਹ ਫੋਟੋ ਗੁਰੂ ਨਹੀਂ ਹੈ, ਇਹ ਇੱਕ ਮਾਈਂਡ ਦੀ ਕ੍ਰੀਏਸ਼ਨ ਹੈ। ਜ਼ਿਆਦਾ ਘੱਟ ਬਣਾਉਂਦੇ ਸਨ ਲੋਕ ਫੋਟੋਆਂ। ਹੁਣ ਫੋਟੋਆਂ ਜ਼ਿਆਦਾ ਹਨ, ਬਲੀਵ ਕਰੋ ਨਾ ਕਰੋ। ਤੁਸੀਂ ਅਗਰ ਪੁਰਾਤਨ ਫੋਟੋਆਂ ਖੋਜਣ ਦੀ ਕੋਸ਼ਿਸ਼ ਕਰੋਗੇ ਤੇ ਇਤਨੀਆਂ ਮਿਲਣਗੀਆਂ ਨਹੀਂ ਤੁਹਾਨੂੰ ਉਸ ਵੇਲੇ। ਸੋ ਉਹਨਾਂ ਨੇ ਆਈਡਲ ਵਰਸ਼ਿਪ ਨੂੰ ਨਹੀਂ ਸਿਖਾਇਆ, ਉਹਨਾਂ ਨੇ ਸ਼ਬਦ ਦੀ ਪੂਜਾ ਸਿਖਾਈ, ਉਹਨਾਂ ਨੇ ਇੱਕ ਦੀ ਪੂਜਾ ਸਿਖਾਈ ਸਾਨੂੰ। ਫਿਰ ਉਹਨਾਂ ਨੇ ਜਿਹੜੇ ਸੋਸ਼ਲ ਜਿਹੜੇ ਇਨਜਸਟਿਸ ਸਨ, ਜਿਹੜੇ ਸਾਰੇ, ਉਹਨਾਂ ਨੂੰ ਸਭ ਨੂੰ ਰਿਜੈਕਟ ਕਰ ਦਿੱਤਾ ਹੈ ਨਾ। ਜਿਹੜੇ ਵੀ ਸੋਸ਼ਲ ਵਿੱਚ ਸਤੀ ਦਾ ਸਿਸਟਮ ਸੀ, ਉਹਨਾਂ ਨੇ ਸਤੀ ਦੇ ਸਿਸਟਮ ਨੂੰ ਰਿਜੈਕਟ ਕੀਤਾ। ਉਹਨਾਂ ਨੇ ਕਿਹਾ ਨਹੀਂ, ਇਹ ਪ੍ਰਮਾਤਮਾ ਦੇ ਹੁਕਮ ਨਾਲ ਆਵਾ ਜਾਵੇ। ਜਸਟ ਬਿਕਾਜ਼ somebody's husband died doesn't mean that you have to die also with them। ਸੂਤਕ ਦਾ ਸਿਸਟਮ ਹੁਣ ਤੱਕ ਹੈ, ਜੇ ਕਿਸੇ ਦੀ ਘਰ ਡੈਥ ਹੋ ਜਾਏ ਸੂਤਕ ਲੱਗ ਜਾਂਦਾ, ਹੁਣ ਤੱਕ ਹੈ ਅਨਫੋਰਚੂਨੇਟਲੀ, ਤੂੰ ਜਾ ਕੇ ਦੇਖ ਲਓ। ਤੇ ਜੇ ਸੂਤਕ ਲੱਗ ਜਾਏ ਕਿਸੇ ਨੂੰ, ਤੇ ਫਿਰ ਉਸ ਘਰ ਦੇ ਖਾਣਾ ਨਹੀਂ ਲੋਕ ਖਾਂਦੇ, ਉਹਦੇ ਨਾਲ ਮਿਲਦੇ ਨਹੀਂ ਜ਼ਿਆਦਾ, ਉਹਨਾਂ ਦੇ ਘਰ ਨਹੀਂ ਜਾਂਦੇ ਉਹਨਾਂ ਦੇ। ਹਾਂਜੀ, ਕਹਿੰਦੇ ਜੀ ਇਹ ਪਵਿੱਤਰ ਹੋ ਗਿਆ ਘਰ। ਤੇ ਅਸਲ ਦੀ ਵਾਰ ਵਿੱਚ ਸੂਤਕ ਦੀਆਂ ਤੇ ਧੱਜੀਆਂ ਉਡਾ ਦਿੱਤੀਆਂ ਉਹਨਾਂ ਨੇ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ।
ਉਹਨਾਂ ਨੇ ਸੂਤਕ ਕਿਹਾ ਜੇ ਸੂਤਕ ਲੱਗਿਆ ਤੇ ਤੇਰਾ ਜੇਵਾ ਨੂੰ ਸੂਤਕ ਲਗਾ, ਫਿਰ ਉਹਨਾਂ ਜਿੱਥੇ ਤੇਰੀ ਜੇਵਾ ਜਿਹੜੀ ਹੈ ਉਹ ਝੂਠ ਨਾ ਬੋਲੇ, ਤੇ ਮਨ ਨੂੰ ਸੂਤਕ ਲਗਾ, ਤਾਂ ਫਿਰ ਜੇ ਮਨ ਲੋਭ ਚ ਨਾ ਆਏ, ਤੇ ਗਿਆਨ ਦਾ ਉਤਾਰਾ ਹੋਣ ਨਾਲ ਇਹ ਸਾਰੇ ਸੋਸ਼ਲ ਇਨਜਸਟਿਸ ਉਹਨਾਂ ਨੇ ਰਿਜੈਕਟ ਕਰ ਦਿੱਤੇ ਸਾਰੇ। ਇਹਨਾਂ ਗੱਲਾਂ ਨੂੰ ਛੋਟੀ ਮੋਟੀ ਗੱਲ ਨਾ ਸਮਝਣਾ, ਜਿਹੜੀਆਂ ਮੈਂ 5 ਪੁਆਇੰਟ ਲਿਖੇ, ਜਿਹੜੇ ਇੱਥੇ ਆਪਣੇ ਆਪ ਨੂੰ 550 ਸਾਲ ਪਹਿਲੇ ਲੈ ਕੇ ਜਾਓ। ਹੁਣ ਤੇ ਬੜਾ ਕਾਮਨ ਹੈ ਜੀ, ਕਾਸਟ ਸਿਸਟਮ ਬਾਰੇ ਸਾਰੇ ਬੋਲਦੇ ਨੇ, ਵਿਮਨ ਰਾਈਟ ਬਾਰੇ ਸਾਰੇ ਬੋਲਦੇ ਨੇ, ਕਰਮਕਾਂਡ ਬਾਰੇ ਸਾਰੇ ਬੋਲਦੇ ਨੇ, ਸੋਸ਼ਲ ਇਨਜਸਟਿਸ ਬਾਰੇ ਬੜੇ ਲੋਕ ਬੋਲਦੇ ਨੇ। ਤੁਸੀਂ 600 ਸਾਲ ਪਹਿਲੇ ਜਾਓ, ਦੇਖੋ ਕੌਣ ਬੋਲਣ ਵਾਲਾ ਸੀ ਉਸ ਵੇਲੇ ਵਿਮਨ ਰਾਈਟ ਦੇ ਉੱਤੇ, ਕੌਣ ਕਹਿਣ ਵਾਲਾ ਸੀ ਉਸ ਵੇਲੇ, ਹੈ ਨਾ। ਤੁਲਸੀਦਾਸ ਦੀਆਂ ਰਚਨਾਵਾਂ ਪੜ੍ਹੋ, ਦੇਖੋਗੇ ਕੀ ਵਿਮਨ ਦੇ ਕੀ ਰਾਈਟ ਦਿੱਤੇ ਗਏ ਹਨ। ਬਾਈਬਲ ਦੀਆਂ ਕਈ ਲਾਈਨਾਂ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਕਿ ਵਿਮਨ ਦੇ ਰਾਈਟ ਕੀ ਹਨ ਉੱਥੇ, ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕੀ ਲਿਖਿਆ ਉਹਦੇ ਅੰਦਰ। ਸੋ ਇਹ ਸੱਚ ਦੀ ਆਵਾਜ਼ ਕਰਨ ਵਾਲੇ ਤੇ ਮੇਰੇ ਹਿਸਾਬ ਨਾਲ ਸਭ ਤੋਂ ਪਹਿਲੇ ਐਕਟਿਵਿਸਟ ਸਨ, ਸੋਸ਼ਲ ਐਕਟਿਵਿਸਟ। ਉਹਨਾਂ ਨੇ ਸਿਖਾਇਆ, ਉਹਨਾਂ ਨੇ ਕਰਨਾ ਕਿ ਜਿੱਥੇ ਜ਼ੁਲਮ ਹੋ ਰਿਹਾ ਹੈ ਅਸੀਂ ਨਹੀਂ ਰੁਕਣਾ, ਅਸੀਂ ਜਿੱਥੇ ਸੋਸ਼ਲ ਇਨਜਸਟਿਸ ਹੋ ਰਹੀ ਹੈ ਉੱਥੇ ਰੋਕਣਾ ਹੈ। ਪਰਮਾਤਮਾ ਦੇ ਭਗਤ ਹੀ ਨਹੀਂ ਸਨ ਖਾਲੀ, ਪਰਮਾਤਮਾ ਨੂੰ ਉਹਨਾਂ ਨੇ ਮੈਂ ਹੁਣ ਸਟਾਪ ਸ਼ੇਅਰਿੰਗ ਦ ਸਕਰੀਨ ਨਾਓ, ਪਰਮਾਤਮਾ ਨੂੰ ਉਹਨਾਂ ਨੇ ਸਾਰੇ ਜਗਤ ਵਿੱਚ ਪ੍ਰਤੱਖ ਰੂਪ ਵਿੱਚ ਦੇਖਿਆ। ਉਹਨਾਂ ਨੇ ਦੇਖਿਆ ਕਿ ਜੇ ਉਹ ਇਨਜਸਟਿਸ ਉਹਦੇ ਘਰ ਵਿੱਚ ਨਹੀਂ ਹੈ, ਤੁਸੀਂ ਕੌਣ ਬਣਾਉਣ ਵਾਲੇ ਹੋ ਇਨਜਸਟਿਸ ਦੇ ਰੂਲ। ਇਹ ਉਹਨਾਂ ਦੀ ਲਾਈਫ ਦੀ ਇੱਕ ਐਕਟਿਵਿਜ਼ਮ ਬੜੀ ਕੀਤੀ ਉਹਨਾਂ ਨੇ, ਸੱਚ ਤੋਂ ਪਰੇ ਨਹੀਂ ਹਟੇ। ਲੋਕਾਂ ਨੇ ਕਿਹਾ ਕਿ ਨਾਨਕ ਤੁਸੀਂ ਸਭ ਦੇ ਅੱਗੇ ਸੱਚ ਬੋਲਦੇ ਹੋ, ਬਾਬਰ ਅੱਗੇ ਸੱਚ ਨਾ ਬੋਲਣਾ। ਜੇ ਬਾਬਰ ਅੱਗੇ ਸੱਚ ਬੋਲਿਆ ਤੇ ਬੜਾ ਮੁਸ਼ਕਿਲ ਹੋਏਗੀ, ਤੇ ਬਾਬਰ ਅੱਗੇ ਵੀ ਸੱਚ ਬੋਲਿਆ, ਫਿਰ ਜੇਲ੍ਹ ਗਏ, ਫਿਰ ਸੱਚ ਬੋਲਿਆ ਤੇ ਉਹਦੀ ਫਿਰ ਨਿਕਲੇਗੀ, ਉਹਦੀ ਕੌਨਸੀਕੁਐਂਸਿਸ ਤੇ ਹੋਣਗੇ ਨਾ। ਜਿਹੜਾ ਸੱਚ ਬੋਲੇਗਾ ਫਿਰ ਉਹਦੀ ਕੌਨਸੀਕੁਐਂਸਿਸ ਹੁਣ ਵੀ ਹੈ, ਹੁਣ ਵੀ ਲੋਕ ਜੇਲ੍ਹ 'ਚ ਗਏ, ਤੇ ਜੇਲ੍ਹ ਤੇ 1920 ਤੱਕ ਜਾਂਦੇ ਰਹੇ ਆ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ। ਗੰਗਸਰ ਦੇ ਮੋਰਚੇ ਵਿੱਚ ਜੇਲ੍ਹ ਗਏ ਆ ਨਾ, ਨਨਕਾਣਾ ਸਾਹਿਬ ਦੇ ਮੋਰਚੇ ਵਿੱਚ ਜੇਲ੍ਹ ਗਏ, ਬੜੇ ਲੋਕ ਗਏ, ਕੋਈ ਐਸੀ ਗੱਲ ਨਹੀਂ। ਗੁਰੂ ਕਾ ਬਾਗ ਦਾ ਮੋਰਚੇ ਵਿੱਚ ਜੇਲ੍ਹ ਗਏ ਹਨ ਲੋਕ, ਜੇਲ੍ਹਾਂ ਤੇ ਭਰੀਆਂ ਨੇ, ਅਸੀਂ ਵੀ ਹੁਣ ਵੀ ਭਰਦੇ, 1920s 30s ਵਿੱਚ ਭਰੀਆਂ, 80s ਵਿੱਚ ਹੀ ਭਰੀਆਂ, ਤੇ ਲੇਕਿਨ ਪੂਰਨੇ ਤੇ ਨਾਨਕ ਨੇ ਪਾਏ ਨਾ, ਉਹਨਾਂ ਨੇ ਪਾਏ ਨਾ ਪੂਰਨੇ ਤੇ, ਪਹਿਲੀ ਵਾਰ ਤੇ ਜੇਲ੍ਹ ਹੋਈ ਗਏ। ਉਹਨੇ ਸੱਚ ਦੀ ਆਵਾਜ਼ ਉਠਾਈ, ਸੱਚ ਉਠਾਈ, ਤੇ ਬਾਬਰ ਫਿਰ ਬਰਦਾਸ਼ਤ ਕਿੰਝ ਕਰੇ, ਠੀਕ ਹੈ, ਫਿਰ ਚੱਕੀ ਪੀਸੀ ਜੇਲ੍ਹ ਚ ਆ ਕੇ। ਉਹਨਾਂ ਨੇ ਐਕਟਿਵਿਸਟ ਡਰੇ ਤੇ ਨਹੀਂ ਕਿਸੇ ਗੱਲ ਤੋਂ। ਤੇ ਉਹਨਾਂ ਨੂੰ ਸਮਝੋਗੇ ਕਿੱਥੋਂ? ਉਹਨਾਂ ਨੂੰ ਸਮਝੋਗੇ ਉਹਨਾਂ ਦੀ ਬਾਣੀ ਦੇ ਥਰੂ। ਉਹਨਾਂ ਦੇ ਦਰਸ਼ਨ ਕਿੱਥੋਂ ਕਰੋਗੇ? ਉਹਨਾਂ ਦੇ ਦਰਸ਼ਨ ਜਪਜੀ ਤੋਂ ਹੋਣਗੇ ਤੁਹਾਨੂੰ। ਉਹਨਾਂ ਦੀ ਆਤਮਾ ਦੇ ਦਰਸ਼ਨ ਆਸਾ ਕੀ ਵਾਰ ਵਿੱਚੋਂ ਹੋਣਗੇ। ਉਹਨਾਂ ਦੀ ਆਤਮਾ ਦੇ ਦਰਸ਼ਨ 12 ਮਾਹ ਚ ਹੋਣਗੇ। ਉਹਨਾਂ ਦੀ ਆਤਮਾ ਦੇ ਦਰਸ਼ਨ ਸਿੱਧ ਗੋਸ਼ ਵਿੱਚੋਂ ਹੋਣਗੇ। ਉਹਨਾਂ ਦੀ ਆਤਮਾ ਦੇ ਦਰਸ਼ਨ ਦਖਣੀ ਓਂਕਾਰ ਵਿੱਚੋਂ ਹੋਣਗੇ। ਮਾਰੂ ਦੇ ਸੋਲਿਆਂ ਵਿੱਚੋਂ ਹੋਣਗੇ ਉਹਨਾਂ ਦੇ ਦਰਸ਼ਨ। ਸ਼੍ਰੀ ਰਾਗ ਦੀ ਬਾਣੀ ਵਿੱਚੋਂ ਉਹਨਾਂ ਦੇ ਦਰਸ਼ਨ ਹੋਣਗੇ। ਕਿਉਂ? ਕਿਉਂਕਿ ਉਹਨਾਂ ਦੀ ਫਿਲਾਸਫੀ ਭਾਰਾ ਕੇ ਬਾਹਰ ਆ ਕੇ ਉੱਠਦੀ ਹੈ। ਉਹਨਾਂ ਨੂੰ ਹਰ ਗੱਲ ਵਿੱਚ ਉਹਨਾਂ ਨੇ ਸੱਚ ਦੀ ਆਵਾਜ਼ ਉਠਾਈ, ਸੱਚ ਨਾਲ ਜੋੜਿਆ। ਉਹਨਾਂ ਨੇ ਕਿਹਾ ਜੀਵਨ ਵਿੱਚ ਸੱਚ ਪੈਦਾ ਕਰੋ, ਔਰ ਪ੍ਰਮਾਤਮਾ ਦੀ ਭਗਤੀ ਨੂੰ ਉਹਨਾਂ ਨੇ ਸਭ ਤੋਂ ਉੱਚਾ ਗਿਣਿਆ। ਉਹਨਾਂ ਨੇ ਕਿਹਾ ਜੀਵਨ ਆਉਣ ਦਾ ਮਨੋਰਥ ਹੀ ਪ੍ਰਮਾਤਮਾ ਨਾਲ ਜੁੜਨਾ ਹੈ ਤੁਹਾਡਾ। ਲੇਕਿਨ ਪ੍ਰਮਾਤਮਾ ਨਾਲ ਜੁੜਨ ਵਾਸਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਘਰ-ਬਾਰ ਛੋੜ ਕੇ ਜਾਓ ਆਪਣੇ। ਉਹਨਾਂ ਨੇ ਕਿਹਾ ਨਹੀਂ, ਆਸ-ਪਾਸ ਜਿਹੜੇ ਹਨ ਇਹ ਵੀ ਪ੍ਰਮਾਤਮ ਰੂਪ ਹੈ, ਚਾਹੇ ਮੁਸਲਮਾਨ ਹੀ ਕਿਉਂ ਨਾ ਹੋਵੇ। ਤੇ ਭਾਈ ਮਰਦਾਨਾ ਆਫ ਕੋਰਸ ਮੁਸਲਮਾਨ ਸਨ, ਨਮਾਜ਼ ਹੀ ਪੜ੍ਹਦੇ ਹੋਣਗੇ। ਕਈ ਕਹਿੰਦੇ ਨਹੀਂ ਪੜ੍ਹਦੇ, ਪੜ੍ਹਦੇ ਹੋਣਗੇ। ਪਰ ਉਹਨਾਂ ਨਮਾਜ਼ ਪੜ੍ਹਨ ਦੇ ਗੁਰੂ ਨਾਨਕ ਆਪ ਗਏ ਮਸਜਿਦ ਨਮਾਜ਼ ਪੜ੍ਹਨ, ਸੁਲਤਾਨਪੁਰ ਲੋਧੀ ਗਏ ਨਾ, ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਾਡਾ ਚਲੇ ਗਏ ਨਾਲ। ਹਾਂ, ਇਹ ਗੱਲ ਜ਼ੋਰ ਹੈ ਕਿ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਦਾ ਧਿਆਨ ਤੇ ਪ੍ਰਮਾਤਮਾ ਤੋਂ ਜੁੜ ਗਿਆ ਹੋਣਾ, ਤੇ ਕਾਜ਼ੀ ਨਾਲ ਜਿਹੜਾ ਬੈਠਾ ਉਹਦਾ ਧਿਆਨ ਕਿਧਰੇ ਹੋਰ ਸੀ। ਤੇ ਮਹਾਰਾਜ ਨੇ ਜਦੋਂ ਮੁਸਕਰਾਏ ਤੇ ਕਹਿਣ ਲੱਗੇ ਨਹੀਂ, ਤੇਰਾ ਧਿਆਨ ਕਿਧਰੇ ਹੋਰ ਹੈ, ਕਿਧਰੇ ਤੇਰਾ ਧਿਆਨ। ਤੇ ਇਹ ਜਿਹੜੇ ਵੱਡੇ ਗੁਰੂ ਕੇ ਸਿੱਖ, ਉਹ ਡਰਦੇ ਨਹੀਂ ਹੁੰਦੇ, ਉਹ ਕਿਸੇ ਗੱਲ ਤੋਂ ਝਿਜਕਦੇ ਨਹੀਂ ਹੁੰਦੇ। ਜਦੋਂ ਧਿਆਨ ਨਾ ਕਿਧਰੇ ਹੋਰ ਹੋਵੇ ਤੇ ਪਖੰਡ ਜਿੱਥੇ ਹੋਵੇ। ਮੈਨੂੰ ਹੁਣੇ ਗੱਲ ਅਚਾਨਕ ਯਾਦ ਆ ਗਈ, ਪੌਂਟਾ ਸਾਹਿਬ ਕਲਗੀਧਰ ਪਿਤਾ ਜਿੱਥੇ ਰਹੇ ਕਾਫੀ ਦੇਰ, ਉੱਥੇ ਭਾਈ ਸੁਥਰਾ ਇੱਕ ਅਨੀਮ ਸਿੱਖ ਹੋਏ ਹਨ ਸਾਡੇ ਬੜੇ ਵੱਡੇ। ਤੇ ਇੱਕ ਵਾਰੀ ਕਹਿੰਦੇ ਜਨਮ ਆਏ ਸੂਰਜ ਪ੍ਰਕਾਸ਼ ਵਿੱਚ, ਕਹਿੰਦੇ ਕੋਈ ਜਪਜੀ ਦਾ ਪਾਠ ਕੋਈ ਕਰਦਾ ਪਿਆ ਸੀ, ਤੇ ਜਪਜੀ ਦਾ ਪਾਠ ਜੋ ਪਹਿਲੀ ਪੌੜੀ ਪਹਿਲੀ ਅਸ਼ਪਦੀ ਪਿਆ ਵਿਚਾਰੇ, ਪ੍ਰਭ ਕੈ ਸਿਰ ਮਨ ਗਰਭ ਨਾ ਬਸੈ, ਤੇ ਪ੍ਰਭ ਕੈ ਸਿਰ ਮਨ ਕਾਲ ਪਰ ਹਰੈ। ਤੇ ਉਹ ਇੱਕ ਲਾਈਨ ਕਵੇ ਤੇ ਉਹ ਅੱਗੋਂ ਕਵੇ ਤੈਨੂੰ ਕੀ, ਫਿਰ ਕਹੇ ਪ੍ਰਭ ਕੈ ਸਿਰ ਮਨ ਗਰਭ ਨਾ ਬਸੇ ਕਿ ਤੈਨੂੰ ਕੀ, ਪ੍ਰਭ ਕੈ ਸਿਰ ਮਨ ਕਾਲ ਪਰ ਹਰੈ ਤਾਂ ਕਵੇ ਤੈਨੂੰ ਕੀ। ਉਹ ਬੜਾ ਡਿਸਟਰਬ ਹੋਇਆ ਬੰਦਾ ਕਿ ਇਹ ਪਾਠ ਚ ਬਾਰ-ਬਾਰ ਮੈਨੂੰ ਡਿਸਟਰਬ ਕਰਦਾ ਬੜਾ। ਤਾਂ ਉਹਨੇ
कलगीधर पे तुहानूं कंप्लेन लिखवाई तो अगले दिन हाजिरी हो गई। महाराज मुस्कुराए, महाराज जानी जान सन पढ़न लगे, भाई सुथरा ये की करदा पिया, क्यों इहदी सुखमनी दी बाणी विच विघन पांदा तू? कहंदे इहदे कोल पुछो, ये बाणी रोज पढ़दा है, किन्ने सालां तो पढ़दा पिया है, इहने कदी सिमरन कीता है? कदी इहने कदी याद कीता है परमात्मा नूं? ये खाली बोलदा है, खाली याद नहीं कीता इहने कदी भी। सो ਇਹ ਇੱਕ ਰਹੀ ਹੈ ਕਿ ਉਹਨਾਂ ਨੇ ਸੱਚ ਦੀ ਆਵਾਜ਼ ਨੂੰ ਅੱਗੇ ਰੱਖਿਆ ਤੇ ਆਪਣੀ ਸੱਚ ਦੀ ਆਵਾਜ਼ ਨੂੰ ਆਸਾ ਦੀ ਵਾਰ ਵਿੱਚ ਨਿਰੂਪਣ ਕੀਤਾ ਉਹਨਾਂ ਨੇ। ਆਸਾ ਦੀ ਵਾਰ ਤੁਹਾਡੀ ਲਾਈਫ ਦਾ ਸ਼ੀਸ਼ਾ ਹੈ, ਜਿਹੜਾ ਦੇਖੇ ਤੇ ਸਾਹਮਣੇ ਨਜ਼ਰ ਤੁਹਾਡੀ ਲਾਈਫ ਆ ਜਾਂਦੀ ਹੈ। ਇਸੇ ਤਰ੍ਹਾਂ ਸਿੱਧ ਗੋਸ਼ਟ ਵਿੱਚ ਕੁਐਸਚਨ ਆਨਸਰ ਸੈਸ਼ਨ ਵਾਲੀ ਜਿਹੜੀ ਬਾਣੀ ਜਿਹੜੀ ਹੈ, ਉਹਦੇ ਵਿੱਚ ਗੁਰਮਤ ਦੀ ਫਿਲਾਸਫੀ ਨੂੰ ਅੱਗੇ ਰੱਖਿਆ ਉਹਨਾਂ ਨੇ, ਔਰ ਉਹਨਾਂ ਨੇ ਸਮਝਾਇਆ ਗੁਰਮਤ ਦੀ ਫਿਲਾਸਫੀ ਕੀ ਹੈ। ਇਸੇ ਤਰ੍ਹਾਂ ਉਹਨਾਂ ਨੇ ਦੱਖਣੀ ਓਂਕਾਰ ਵਿੱਚ ਗੁਰਮਤ ਦੀ ਫਿਲਾਸਫੀ ਨੂੰ ਅੱਗੇ ਰੱਖਿਆ ਤੇ ਇਸ ਪੰਡਿਤ ਨੂੰ ਉਪਦੇਸ਼ ਦਿੱਤਾ। ਤੇ ਜਸਟ ਟੂ ਐਜ਼ ਯੂ ਨੋ ਕਿ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੀਆਂ ਇਤਨੀ ਲੰਬੀ ਬਾਣੀ ਵਿੱਚ ਸਿਰਫ ਇੱਕ ਰਹਾਉ ਦੀ ਪੰਕਤੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ, ਉਸੇ ਤਰ੍ਹਾਂ ਸਿੱਧ ਗੋਸ਼ ਵਿੱਚ ਵੀ ਤੇ ਦੱਖਣੀ ਓਂਕਾਰ ਵਿੱਚ ਬਾਣੀਆਂ ਲੰਮੀਆਂ ਹਨ ਦੋਨੋਂ, ਪਰ ਰਹਾਉ ਦੀ ਪੰਕਤੀ ਸਿਰਫ ਇੱਕੋ ਹੀ ਹੈ। ਤੇ ਜੇ ਪੂਰੀ ਬਾਣੀ ਪੜ੍ਹਨ ਦਾ ਟਾਈਮ ਨਹੀਂ ਹੈ, ਜੇ ਤੁਹਾਡੀ ਬਿਜ਼ੀ ਲਾਈਫ ਵਿੱਚ ਤੁਸੀਂ ਆਪਣਾ ਟਾਈਮ ਨਹੀਂ ਕੱਢ ਸਕਦੇ, ਤਾਂ ਉਹਨਾਂ ਰਹਾਉ ਦੀ ਪੰਕਤੀਆਂ ਤੇ ਫੋਕਸ ਕਰਕੇ ਉਹਨਾਂ ਰਹਾਉ ਦੀਆਂ ਪੰਕਤੀਆਂ ਨੂੰ ਪੜ੍ਹੋ ਤੇ ਗੁਰਮਤਿ ਐਟਲੀਸਟ ਤੁਹਾਨੂੰ ਇਤਨੀ ਸਮਝ ਤੇ ਹੋਈ ਨਹੀਂ, ਫਿਲਾਸਫੀ ਤੇ ਸਾਹਮਣੇ ਤੁਹਾਡੀ ਨਜ਼ਰ ਆ ਜਾਵੇ ਤੁਹਾਡੀ। ਤੇ ਗੁਰਪੁਰਬ ਤਾਂ ਹਰ ਸਾਲ ਆਉਂਦੇ ਹਨ ਤੇ ਮਨਾਉਂਦੇ ਹੋ। And let me take a break. I've spoken a lot. Let me see if anybody has any questions though before I conclude the session. Hanji Fula Virji, please unmute yourself. Hanji. ਵੀਰ ਜੀ ਤੁਸੀਂ ਫਿਲਾਸਫੀ ਬਾਰੇ ਤੇ ਬਹੁਤ ਸੋਹਣੀ ਵਿਆਖਿਆ ਕਰਦੇ ਹੋ, ਪਰ ਕਿਤੇ ਕਿਤੇ ਹਿਸਟਰੀ ਦੇ ਸਵਾਲ ਆ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ, ਤੇ ਦੂਸਰਾ ਉਦਾਸੀਆਂ 3 ਸਨ ਕਿ 4? Yeah, as I said ਵੀਰ ਜੀ ਕਿ ਦੇਖੋ ਹਿਸਟਰੀ ਦੇ ਉੱਤੇ ਹਮੇਸ਼ਾ ਕੁਐਸਚਨਸ ਹੋਣਗੇ, ਕਿਉਂਕਿ ਹਿਸਟੋਰੀਕਲ ਫੈਕਟ ਨੂੰ 500-550 ਸਾਲ ਪੁਰਾਣੇ ਹਿਸਟੋਰੀਕਲ ਫੈਕਟ ਹਮੇਸ਼ਾ ਥੋੜੇ ਬਹੁਤ ਡਿਸਟੋਰਟ ਹੋ ਜਾਂਦੇ ਨੇ, ਤੇ ਉਹਦੇ ਤੇ ਜ਼ਿਆਦਾ ਫੋਕਸ ਨਾ ਕਰੋ। ਹੁਣ ਕੀ ਪੁੱਤਰਾਂ ਦੇ ਐਗਜ਼ੈਕਟ ਨਾਮ ਸਨ, ਕਈ ਅਲੱਗ ਲਏ, ਕਦੋਂ ਜਨਮ ਹੋਇਆ ਉਹਨਾਂ ਦਾ, 3 ਉਦਾਸੀਆਂ ਲਿੱਤੀਆਂ ਕਿ 4 ਦਿੱਤੀਆਂ, ਇਟ ਡਜ਼ਨਟ ਰੀਅਲੀ ਮੈਟਰ ਵੀਰ ਜੀ ਇਨ ਦਾ ਲੌਂਗ ਰਨ। ਵਾਟ ਮੈਟਰਸ ਉਹਨਾਂ ਦੀ ਕਿ ਉਹਨਾਂ ਦੀਆਂ ਟੀਚਿੰਗ ਦੇ ਉੱਤੇ ਕੋਈ ਇਸ਼ੂ ਨਹੀਂ ਹੈ ਕੋਈ, ਹੈ ਨਾ। ਹੁਣ ਹਿਸਟੋਰੀਕਲ ਫੈਕਟ ਤੁਸੀਂ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਇੱਕ ਬੰਦਾ ਕਹਿ ਸਕਦਾ ਕਿ ਇਹ ਠੀਕ ਹੈ ਤੇ ਇਹ ਗਲਤ ਹੈ, ਬੜਾ ਮੁਸ਼ਕਿਲ ਹੈ ਕਹਿਣਾ ਇਹਦੇ ਉੱਤੇ। ਫਿਰ ਜਿਹਦੇ ਕਰੋਗੇ ਤੇ ਫਿਰ ਬਹਿਸ ਹੋਏਗੀ, ਫਿਰ ਉਹ ਨੈਗੇਟਿਵ એનર્ਜੀ ਜਾਓਗੇ, ਉਹ ਬੰਦਾ ਕਹੇਗਾ ਮੈਂ ਠੀਕ ਹਾਂ, ਤੁਸੀਂ ਕਹੋਗੇ ਮੈਂ ਠੀਕ ਹਾਂ। ਤੇ ਮੇਰੀ ਤੇ ਫਿਲਾਸਫੀ, ਮੇਰੀ ਆਪਣੀ ਜਿਹੜੀ ਬੁੱਧੀ ਜਿਹੜੀ ਥੋੜੀ ਬਹੁਤ ਪ੍ਰਮਾਤਮਾ ਨੇ ਦਿੱਤੀ, ਉਹਦੇ ਹਿਸਾਬ ਨਾਲ ਹੈ ਕਿ ਜਪਜੀ ਦੇ ਉੱਤੇ ਤੇ ਕੋਈ ਬਹਿਸ ਨਹੀਂ ਹੈ ਨਾ, ਠੀਕ ਹੈ। 12 ਮਾਹ ਤੇ ਕੋਈ ਬਹਿਸ ਨਹੀਂ ਹੈ ਨਾ, ਦੱਖਣੀ ਓਂਕਾਰ ਦੇ ਤੇ ਕੋਈ ਬਹਿਸ ਨਹੀਂ ਹੈ ਨਾ, ਕੋਈ ਆਸਾ ਦੀ ਵਾਰ ਦੇ ਉੱਤੇ ਤੇ ਕੋਈ ਇਸ਼ੂ ਨਹੀਂ ਹੈ ਨਾ ਕੋਈ। ਇਹਦੇ ਕਿਸੇ ਨੇ ਨਹੀਂ ਕਿਹਾ ਕਿ ਆਸਾ ਦੀ ਵਾਰ ਉਹਨਾਂ ਦੀ ਬਾਣੀ ਨਹੀਂ ਉਹਨਾਂ ਦੀ, ਹੈ ਨਾ। ਜਿੱਥੇ ਫੋਕਸ ਕਰਨਾ ਉੱਥੇ ਫੋਕਸ ਕਰੋ। ਇਹ ਸਭ ਚੀਜ਼ਾਂ ਤੇ એનર્ਜੀ ਲਗਾਣੀ, ਇਸ એનર્ਜੀ ਦਾ ਉਹ ਊਰਜਾ ਜਿਹੜੀ ਹੈ ਤੁਹਾਡੇ ਅੰਦਰੋਂ ਵੇਸਟ ਜਾਏਗੀ। ਬਿਕਾਜ਼ ਉਹਨਾਂ ਦੇ ਬੱਚਿਆਂ ਦੇ ਕੀ ਨਾਂ ਸਨ ਐਗਜ਼ੈਕਟਲੀ, ਜੇ ਲక్ష్ਮੀ ਦਾਸ ਤੇ ਸ਼੍ਰੀ ਚੰਦ ਨਾਸ ਨਹੀਂ ਤਾਂ ਹੋਰ ਕੋਈ ਨਾਂ ਹੋਏਗਾ ਤਾਂ ਸੋ what different does it make to me, it doesn't make any difference. What different it makes to me right now is ਕਿ ਮੈਂ ਕੀਰਤਨ ਆਪ ਕਰਦਾ ਹਾਂ, ਸਿੱਖਦਾ ਹਾਂ ਜਾਂ ਸਿਖਾਉਂਦਾ ਹਾਂ, ਜਾਂ ਆਸਾ ਕੀ ਵਾਰ ਦੀ ਬਾਣੀ ਦਾ ਬੋਧ ਹੈ, ਜਾਂ ਆਸਾ ਕੀ ਵਾਰ ਦੀ ਜਿਹੜੀ ਫਿਲਾਸਫੀ ਹੈ ਮੈਂ ਐਕਸੈਪਟ ਕੀਤੀ ਹੈ ਕਿ ਨਹੀਂ ਕੀਤੀ ਉਹ ਅੰਦਰੋਂ। ਉਹ ਇੰਪੋਰਟੈਂਟ ਚੀਜ਼ਾਂ ਹਨ ਬੜੀਆਂ। ਹਾਂ, ਕਈ ਵਾਰੀ ਬਾਣੀ ਦੇ ਮਤਲਬ ਦੇ ਉੱਤੇ ਵੀ ਆਥਰਸ ਦੇ ਡਿਫਰੈਂਟ ਓਪੀਨੀਅਨ ਹੋ ਜਾਂਦੇ ਨੇ, ਇਹ ਵੀ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਬਾਣੀ ਅਥਾਹ ਸਮੁੰਦਰ ਹੈ, ਗਹਿਰਾਈ ਬਹੁਤ ਹੈ ਜ਼ਿਆਦਾ। ਆਪਣੀ ਮਤ ਦੇ ਹਿਸਾਬ ਨਾਲ ਸਾਰੇ ਦੇ ਦਿਨ, ਕੋਈ ਗਲਤ ਨਹੀਂ, ਕੋਈ ਠੀਕ ਨਹੀਂ, ਸਾਰੇ ਠੀਕ ਹਨ। ਹਾਂ, ਇੱਕ ਗੱਲ ਜ਼ਰੂਰ ਹੈ, ਅਗਰ 10 ਓਪੀਨੀਅਨ ਹੋਣ, ਉਹਦੇ ਵਿੱਚੋਂ 8 ਓਪੀਨੀਅਨ ਇੱਕੋ ਜਿਹੇ ਹੋਣ, ਤੇ there is a better probability ਕਿ most of the time ਕਿ ਜੇ 8 ਬੰਦੇ ਦੀ ਓਪੀਨੀਅਨ ਜਿਹੜੀ ਹੈ ਉਹ probably might be a little bit closer to the truth than one on the side. And doesn't matter, ਕਈ ਵਾਰੀ on the one on the side might be right and all 8 might be wrong also. ਪਰ ਤਾਂ ਵੀ ਇੱਕ ਬਾਣੀ ਦੇ ਗਹਿਰਾਈ ਹੋਣ ਦੇ ਨਾਲ ਉਹਦੀ ਕੋਈ ਤੁਸੀਂ ਪੂਰੀ ਵਿਆਖਿਆ ਵੀ ਨਹੀਂ, ਠੀਕ ਤਰ੍ਹਾਂ ਕੋਈ ਵੀ ਨਹੀਂ ਕਹਿ ਸਕਦਾ ਉਹਦੇ ਰਾਈਟ ਮਤਲਬ ਕੀ ਹੈ। ਹਾਂਜੀ, ਸੋ ਉਹਨਾਂ ਦੀ ਹਿਸਟਰੀ ਦੇ ਉੱਤੇ ਤੇ ਵੀ ਜੀ ਉਹਨਾਂ ਦੇ ਬਰਥ ਡੇਟ ਤੇ ਕਿੰਨੀਆਂ ਲੋਕਾਂ ਨੇ ਕੰਟਰੋਵਰਸੀ ਸ਼ੁਰੂ ਕੀਤੀਆਂ ਹੋਈਆਂ ਹਨ, ਉਹਨਾਂ ਦੀ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਦੀ ਉਦਾਸੀਆਂ ਦੇ ਨਾਂ ਦੇ ਉੱਤੇ, ਕਈ ਸਾਖੀਆਂ ਵੀ ਨੇ ਮੰਦੇ ਪੂਰੀਆਂ ਉਹਨਾਂ ਦੀਆਂ। ਲੇਕਿਨ ਹੁਕਮ ਰਜਾਈ ਚੱਲਣਾ ਤੇ ਮੰਨਦੇ ਨਾ ਸਾਰੇ, ਹੈ ਨਾ। ਕਰਮਕਾਂਡ ਨੂੰ ਰਿਜੈਕਟ ਕਰਨਾ ਤੇ ਮੰਨਦੇ ਨਾ। ਸੇਵਾ ਦੇ ਉੱਤੇ ਤੇ ਕੋਈ ਇਸ਼ੂ ਨਹੀਂ ਹੈ ਨਾ, ਸੇਵਾ ਕਰਨੀ ਬੜੀ ਇੰਪੋਰਟੈਂਟ ਹੈ। ਸੋ ਜਿਸ ਚੀਜ਼ ਤੇ ਕੋਈ ਇਸ਼ੂ ਨਹੀਂ, ਔਰ ਜਿਹੜੀ ਚੀਜ਼ ਨੇ ਤੁਹਾਡੀ ਲਾਈਫ ਨੂੰ ਚੇਂਜਸ ਲੈ ਕੇ ਆਉਣੀਆਂ, ਜਿਹੜੀ ਚੀਜ਼ ਨੇ ਤੁਹਾਨੂੰ ਬਦਲਣਾ ਹੈ,
ਆਪਣੀ ਲਾਈਫ ਦੀ એનર્ਜੀ ਨੂੰ ਉਹਦੇ ਉੱਤੇ ਫੋਕਸ ਕਰੋ ਇਸ ਮਾਈ ਇਹ ਮੈਂ ਤੁਹਾਨੂੰ ਕਹਿ ਰਿਹਾ ਵੀਰ ਜੀ ਯਾ ਪਰ ਵੀਰ ਜੀ ਹਿਸਟਰੀ ਵੀ ਠੀਕ ਹੋਣੀ ਚਾਹੀਦੀ ਹੈ। ਠੀਕ ਹੋਣੀ ਚਾਹੀਦੀ ਪ੍ਰਿੰਸੀਪਲ ਸਤਵੀਰ ਸਿੰਘ ਪਰ ਜੀ ਠੀਕ ਕਹਿੰਦੇ ਦੇ ਪਰ ਠੀਕ ਦੀ ਡੈਫੀਨੇਸ਼ਨ ਕੀ ਦਿਓਗੇ ਵੀਰ ਜੀ? ਠੀਕ ਦੀ ਡੈਫੀਨੇਸ਼ਨ ਹੈ ਤੁਹਾਡੇ ਹਿਸਾਬ ਨਾਲ ਇੱਕ ਠੀਕ ਹੈ, ਏ ਦੇ ਹਿਸਾਬ ਨਾਲ ਇੱਕ ਠੀਕ ਹੈ, ਬੀ ਦੇ ਹਿਸਾਬ ਨਾਲ ਦੂਸਰੀ ਠੀਕ ਹੈ, ਸੀ ਦੇ ਹਿਸਾਬ ਨਾਲ ਤੀਸਰੀ ਠੀਕ ਹੈ, ਫਿਰ 5 ਠੀਕ ਹੋ ਜਾਣਗੀਆਂ, ਫਿਰ 5 ਆਪਸ ਵਿੱਚ ਲੜਨਗੇ, ਫਿਰ 5 ਜਦੋਂ ਲੜਨਗੇ ਤੇ ਉਹਨਾਂ ਦਾ ਧਿਆਨ ਨਾਮ ਤੋਂ ਹਟ ਕੇ ਉਹਦੇ ਚਲਾ ਜਾਏਗਾ। ਔਰ ਜੇ એનર્ਜੀ ਤੁਹਾਡੇ ਕੋਲ ਲਿਮਿਟਿਡ ਹੈ ਸਾਰੀ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਨੇ ਇਹਨਾਂ ਬਾਰੇ ਜੀ? ਹਾਂਜੀ ਭਾਈ ਵੀਰ ਸਿੰਘ ਜੀ ਕੀ ਕਹਿੰਦੇ ਨੇ? ਅਸੀਂ ਉਹਨਾਂ ਭਾਈ ਸਾਹਿਬ ਨੂੰ ਭਾਈ ਵੀਰ ਸਿੰਘਾਂ ਦੀ ਥਿੰਕਿੰਗ ਜਿਹੜੀ ਹੈ ਉਹ ਟ੍ਰੈਡੀਸ਼ਨਲ ਥਿੰਕਿੰਗ ਹੈ, ਬਹੁਤ ਜੋ ਪੁਰਾਤਨ ਥਿੰਕਿੰਗ ਹੈ ਜਿਹੜੀ ਉਹਨਾਂ ਨੇ ਸੂਰਜ ਪ੍ਰਕਾਸ਼ ਨੂੰ ਐਕਸੈਪਟ ਕੀਤਾ ਉਹਨਾਂ ਨੇ। ਯਾ ਹਾਂਜੀ no problem. Anybody else want to say something before I end the session in another 5 minutes or so? Sorry, I थोड़ा detour ला लेता और मैं सोचदा ਪਿਆ ਸੀ ਕੱਲ ਕਿ ਮੈਂ ਕਿਹਾ detour ਕੀ ਲੈਤਾ, ਉਹ ਮੂਲ ਮੰਤਰ ਵੀ ਤਾਂ ਉਹਨਾਂ ਦਾ ਹੀ ਲਿਖਿਆ ਹੋਇਆ ਹੈ, ਉਹ ਬਾਣੀ ਵੀ ਤਾਂ ਉਹਨਾਂ ਦੀ ਹੈ, ਉਹ ਵੀ ਕਿਧਰੋਂ ਕੋਈ ਬਾਹਰੋਂ ਨਹੀਂ ਆਈ ਕਿਧਰੋਂ, ਉਹ ਵੀ ਉਹਨਾਂ ਦੀ ਕ੍ਰਿਤ ਹੈ ਸਾਰੀ ਸੋ ਉਹਨਾਂ ਨੂੰ ਉਹਦੇ ਥਰੂ ਹੀ ਯਾਦ ਕਰਦੇ ਪਏ ਸੀ। ਤੇ ਅੱਜ ਠੀਕ ਹੈ ਉਹਨਾਂ ਦਾ ਗੁਰਪੁਰਬ ਹੈ ਤੇ ਇੱਕ ਵਾਰੀ ਰਿਵਾਈਜ਼ ਹੋ ਜਾਣ ਸਾਰੀਆਂ ਗੱਲਾਂ। ਇਟਸ ਗੁੱਡ ਇਟਸ ਗੁੱਡ ਟੂ ਰਿਮੈਂਬਰ ਉਹਨਾਂ ਦੀਆਂ ਸਿੱਖਿਆ ਵੱਡੀਆਂ, ਉਹਨਾਂ ਦੀਆਂ ਵੱਡੀਆਂ ਫਿਲਾਸਫੀਜ਼। ਉਹ ਵੱਡੇ ਸਨ, ਵੱਡੇ ਤੋਂ ਵੱਡੇ ਸਨ, ਉਹਨਾਂ ਵਰਗਾ ਤੇ ਕੋਈ ਹੋ ਨਹੀਂ ਸਕਦਾ ਕੋਈ ਹੋਰ, ਨਾ ਮਾਈਕਾ ਲਾਲ ਉਹਨਾਂ ਵਰਗਾ ਕੋਈ ਜਨਮ ਲੈ ਸਕਦਾ ਕੋਈ ਹੋਰ, ਜਿਨ੍ਹਾਂ ਨੂੰ ਸਭ ਨੂੰ ਇੱਕ ਰੂਪ ਵਿੱਚ ਇੱਕ ਤਰ੍ਹਾਂ ਦੇਖਿਆ, ਜਿਨ੍ਹਾਂ ਨੇ ਕਿਸੇ ਨੂੰ ਕਾਫਰ ਨਹੀਂ ਕਿਹਾ, ਕਿਸੇ ਨੂੰ ਮਾੜਾ ਨਹੀਂ ਕਿਹਾ, ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ, ਮਾੜੇ ਤੋਂ ਮਾੜੇ ਬੰਦੇ ਵਿੱਚ ਉਹਨਾਂ ਨੇ ਚੰਗਿਆਈ ਨਜ਼ਰ ਆਈ ਉਹਨਾਂ ਨੂੰ, ਹੈ ਨਾ। ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਦੇਖ ਲਓ, ਉਹਨਾਂ ਜੇ ਭੂਮੀਏ ਚੋਰ ਕੋਲ ਵੀ ਗਏ ਹਨ, ਪਤਾ ਹੈ ਚੋਰ ਹੈ, ਜਾਣੀ ਜਾਣ ਸਨ ਮਹਾਰਾਜ, ਕਦੀ ਇਹਨੇ ਨਹੀਂ ਕਿਹਾ ਕਿ ਤੂੰ ਚੋਰੀ ਛੋੜ ਦੇ, ਤੂੰ ਉਹਨੇ ਕਿਹਾ ਨਹੀਂ ਚੋਰੀ ਛੋੜਨੀ ਤੂੰ ਨਾ ਛੋੜ। ਜੇ ਠੱਗਾਂ ਦੀ ਕਲੋਨੀ ਵਿੱਚ ਗਏ ਤਾਂ ਵੀ ਉਹਨਾਂ ਨੇ ਸਵੇਰੇ ਕੁਝ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਠੱਗੀ ਛੋੜ ਦਿਓ ਤੁਸੀਂ, ਉਹ ਆਪ ਚਲੇ ਗਏ ਸਵੇਰੇ, ਆਏ ਗਲਤ ਠੱਗ ਉਹਨਾਂ ਦੇ ਪਿੱਛੇ ਪੈ ਗਏ ਤੇ ਉਹਨਾਂ ਨੇ ਫਿਰ ਉਹ ਵਾਰਤਾ ਪੂਰੀ ਜਿਹੜੀ ਉਹ ਅਲੱਗ ਹੈ ਨਾ। ਤੇ ਜੇ ਬਲੈਕ ਮੈਜਿਕ ਦਾ ਉਸ ਵੇਲੇ ਜ਼ੋਰ ਸੀ ਬੜਾ, ਅਸਾਮ ਵਿੱਚ ਹੁਣ ਵੀ ਹੈ, ਲੋਕ ਤੰਗ ਕਰਦੇ ਹਨ ਤਾਂਤਰਿਕ ਵਿਦਿਆ ਨਾਲ, ਬੜਾ ਕੁਝ ਲੋਕ ਕਰਦੇ ਹਨ, ਲੋਕਾਂ ਨੂੰ ਤੰਗ ਕਰਦੇ ਹਨ। ਉੱਥੇ ਹੀ ਮਰਦਾਨੇ ਨੂੰ ਤੰਗ ਕੀਤਾ, ਸਮਝਾਣਗੇ ਨਾ ਉਹਨੂੰ। ਫਿਰ ਉੱਥੇ ਉਹ ਚੈਪਟਰ ਗੁਰੂ ਨਾਨਕ ਚਮਤਕਾਰ ਵਿੱਚ ਬਹੁਤ ਪਾਵਰਫੁਲ ਚੈਪਟਰ ਲਿਖਿਆ ਨੇ। ਬਵਰਾਜ, what was the exact name of the chapter, volume 1 ਵਿੱਚ? I tell you, अगर गुरु नानक चमत्कार किसने पूरी नहीं पढ़नी ना, वो चैप्टर जरूर है कि ना what I tell you, I mean, especially जिथे वो लाइन आंदी है, भाई साहब लिखदे ਜਦੋਂ ਤੇ ਕਹਿੰਦੇ ਜਦੋਂ ਪਹਿਲੀ ਵਾਰੀ ਸਾਹਮਣੇ ਹੋਈ ਨਾ, ਜਦੋਂ ਮਹਾਰਾਜ ਜਦੋਂ ਖੜੇ ਹੋਏ, ਜਦੋਂ ਤੇ ਉਹਨਾਂ ਦੇ ਮੂੰਹੋਂ ਨਿਕਲਿਆ ਤਨ ਨਿਰੰਕਾਰ, ਮੂੰਹ ਕੱਢਿਆ ਉਹਨਾਂ ਨੇ ਗੱਲ, ਕਹਿੰਦੇ ਜਿਹਦੀ ਅੱਖਾਂ 'ਚ ਦੇਖ ਨਹੀਂ ਸਕੀ ਉਹਨਾਂ ਦੀ ਅੱਖਾਂ ਜਨਸਾਖੀਆਂ। ਸੋ ਉਹ ਇਹ ਜਿਹੜੇ ਅਗਰ ਆਪਣੇ ਆਪ ਨੂੰ ਮਿਊਟ ਕਰ ਲਓ ਤੇ ਇਟਸ ਬੈਟਰ ਐਨੀਵੇ। ਸੋ ਅੱਜ ਮੈਂ ਤੇ ਜੇ ਅੱਜ ਕੀਰਤਨ ਜੇ ਉਹਨਾਂ ਦੇ ਕਰਦੇ ਪਏ ਹੋ, ਜੇ ਉਹਨਾਂ ਦੇ ਗੁਰਪੁਰਬ ਮਨਾ ਰਹੇ ਹੋ, ਤੇ ਫਿਰ ਗੁਰਪੁਰਬ ਜਿਹੜੇ ਹਨ ਉਹਨਾਂ ਦੇ ਮਨਾਏ ਗੁਰਪੁਰਬ ਤਾਂ ਹੀ ਸਿਖਾਲਤੇ ਹਨ ਕਿ ਜੇ ਉਹਨਾਂ ਦੀਆਂ ਗੱਲਾਂ ਨੂੰ ਤੁਸੀਂ ਆਪਣੀ ਲਾਈਫ ਵਿੱਚ ਮੰਨ ਲਵੋ, ਐਕਸੈਪਟ ਕਰ ਲਵੋ, ਉਹਨਾਂ ਦੀ ਫਿਲਾਸਫੀ ਨੂੰ ਆਪਣੇ ਜੀਵਨ 'ਚ ਥਾਂ ਦੇ ਦਿਓ, ਆਪਣੀ ਮਨ ਮਰਜ਼ੀ ਨਾਲ ਜੀਵਨ ਨਾ ਜੀਓ, ਗੁਰੂ ਦੀ ਮਰਜ਼ੀ ਨਾਲ ਜੀਵਨ ਜੀਓ, ਉਹ ਲੇਨ ਅਪਣਾਓ ਜੋ ਗੁਰੂ ਦੀ ਲੇਨ ਹੈ, ਤਾਂ ਹੁਕਮ ਰਜਾਈ ਵਿੱਚ ਚੱਲੋਗੇ, ਤਾਂ ਲੋਅਰ ਲੈਵਲ ਦੇ ਐਟਲੀਸਟ ਲੋਐਸਟ ਲੈਵਲ ਆਫ ਹੁਕਮ ਨੂੰ ਐਕਸੈਪਟ ਕਰਨ ਦੀ ਕੋਸ਼ਿਸ਼ ਕਰੋਗੇ। ਜੇ ਇਸ ਲੈਵਲ ਨੂੰ ਹੁਕਮ ਦੇ ਐਕਸੈਪਟ ਕਰੋਗੇ ਤਾਂ ਹੀ ਅੱਗੇ ਜਾ ਕੇ ਜਿਹੜਾ ਬ੍ਰੌਡਰ ਹੁਕਮ ਹੈ, ਜਿਹੜਾ ਉਹਦਾ ਬ੍ਰੌਡਰ ਸਿਸਟਮ ਹੈ, ਜਿਹੜਾ ਤੁਹਾਡੀ ਔਰ ਮੇਰੀ ਸਮਝ ਤੋਂ ਬਾਹਰ ਹੈ, ਜਿਹੜਾ ਹੁਕਮ, ਜਿਹੜਾ ਉਹ ਹੁਕਮ ਜਿਹਨੂੰ ਕਹਿ ਨਹੀਂ ਜਾ ਸਕਦਾ, ਮਹਾਰਾਜ ਆਪ ਕਹਿੰਦੇ ਹਨ ਹੁਕਮ ਨਾ ਕਿਹਾ ਜਾਏ, ਉਸ ਹੁਕਮ ਦੇ ਬਾਰੇ ਵੀ ਤੁਹਾਨੂੰ ਫਿਰ ਅੰਦਰੋਂ ਗਿਆਤ ਹੋਣਾ ਸ਼ੁਰੂ ਹੋ ਜਾਏਗਾ ਜੇ ਇਸ ਰਸਤੇ ਤੇ ਚੱਲੋਗੇ। ਤਾਂ ਇਹ ਜਨਮ ਸਫਲੇ ਹਨ, ਤਾਂ ਇਹ ਉਹਨਾਂ ਦੇ ਗੁਰਪੁਰਬ ਮਨਾਏ ਹੋਏ ਸਫਲੇ ਹਨ। ਪ੍ਰੇਮਾ ਭਗਤੀ ਨੂੰ ਆਪਣੇ ਜੀਵਨ ਵਿੱਚ ਥਾਂ ਦਿਓ, ਪ੍ਰਮਾਤਮਾ ਨੂੰ ਯਾਦ ਕਰੋ, ਪ੍ਰਮਾਤਮਾ ਨਾਲ ਪ੍ਰੇਮ ਕਰੋ, ਤੇ ਬਾਣੀ ਨਾਲ ਪ੍ਰੇਮ ਕਰੋਗੇ ਤੇ ਪ੍ਰਮਾਤਮਾ ਨਾਲ ਪ੍ਰੇਮ ਹੋਏਗਾ। ਬਾਣੀ ਤੁਹਾਨੂੰ ਦੱਸੇਗੀ ਰਸਤਾ, ਜਿਤਨਾ ਜਪਜੀ ਨਾਲ ਪਿਆਰ ਹੋਏਗਾ ਉਤਨਾ ਪ੍ਰਮਾਤਮਾ ਨਾਲ ਪਿਆਰ ਹੋਏਗਾ। ਕੀਰਤਨ ਨਾਲ ਪ੍ਰੇਮ ਕਰੋ, ਕੀਰਤਨ ਆਪ ਸਿੱਖੋ ਤੇ ਦੂਸਰਿਆਂ ਨੂੰ ਪ੍ਰੇਰਣਾ ਕਰੋ ਸਿੱਖਣ ਦੀ, ਦੂਸਰਿਆਂ ਨੂੰ ਸਿਖਾਓ, ਆਪ ਸਿੱਖੋ, ਤੇ ਕੀਰਤਨ ਰਾਹੀਂ ਉਸ ਪ੍ਰਮਾਤਮਾ ਨੂੰ ਯਾਦ ਕਰੋ, ਗੁਣ ਗਾਇਨ ਦੇ ਵਿੱਚ ਲੱਗੋ, ਸੇਵਾ ਨੂੰ ਆਪਣੇ ਜੀਵਨ ਵਿੱਚ ਵੱਡਾ ਥਾਂ ਦਿਓ, ਸੇਵਾ ਦਾ ਦਸਵੰਤ ਕੱਢੋ, ਸਿਰਫ ਪੈਸਿਆਂ ਦਾ ਨਹੀਂ, ਟਾਈਮ ਦਾ ਵੀ, ਚਾਹੇ ਜਿਤਨੇ ਮਰਜ਼ੀ ਬਿਜ਼ੀ ਹੋਵੋ, ਚਾਹੇ ਹਸਪੀਟਲ ਜਾ ਕੇ ਕਰੋ, ਚਾਹੇ ਭੁੱਖਿਆਂ ਨੂੰ ਰੋਟੀ ਖਵਾਓ, ਚਾਹੇ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦਿਓ,
ਚਾਹੇ ਕੁਛ ਵੀ ਕਰੋ, ਚਾਹੇ ਗੁਰਬਾਣੀ ਦੀ ਵਿਆਖਿਆ ਕਰਕੇ ਸੇਵਾ, ਜਿਹੜੀ ਸੇਵਾ, ਜਿਸ ਤਰ੍ਹਾਂ ਇਹ ਸੇਵਾ ਮੇਰੀ ਝੋਲੀ 'ਚ ਪਈ ਹੈ, ਇਹ ਮੇਰੇ ਤੇ ਬਖਸ਼ਿਸ਼ ਹੈ, ਇਸ ਵਾਸਤੇ ਮੇਰੀ ਝੋਲੀ 'ਚ ਇਹ ਸੇਵਾ ਪਾਈ ਨੇ ਤੇ ਮੈਂ ਗਲੈਡਲੀ ਐਕਸੈਪਟ ਕੀਤੀ ਹੈ ਇਹ ਵਾਲੀ ਸੇਵਾ। ਤੁਸੀਂ ਵੀ ਆਪਣੀ ਦੂਸਰਿਆਂ ਦੀ ਕਿਸੇ ਹੋਰ ਦੇ ਜੀਵਨ ਵਿੱਚ ਖੁਸ਼ੀ ਲੈ ਕੇ ਆਓ, ਕਿਸੇ ਹੋਰ ਦੇ ਜੀਵਨ ਵਿੱਚ ਖੇੜਾ ਲੈ ਕੇ ਆਓ, ਤਾਂ ਉਹਨਾਂ ਦੇ ਜਨਮ ਦਿਨ ਮਨਾਏ ਸਫਲੇ ਹੈ, ਤਾਂ ਉਹਨਾਂ ਦੀ ਬਾਣੀ ਪੜ੍ਹਨੀ ਸਫਲੀ ਹੈ। ਉਸ ਮਹਾਨ ਗੁਰੂ ਦੀ ਜਿਹਦੀ ਕੋਈ ਵਿਆਖਿਆ ਨਹੀਂ ਕਰ ਸਕਦਾ, ਤਾਂ ਉਸ ਗੁਰੂ ਦੀ ਖੁਸ਼ੀ ਤੁਹਾਨੂੰ ਮਿਲੇਗੀ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ। ਹਾਂਜੀ, ਹਰ ਸਾਲ ਗੁਰਪੁਰਬ ਮਨਾਉਂਦੇ ਹੋ ਤੇ ਕੁਝ ਰੈਜ਼ੋਲੂਸ਼ਨ ਤਿਆਰ ਕਰੋ ਆਪਣੇ ਅੰਦਰੋਂ ਕਿ ਮੈਂ ਹੁਣ ਅਗਲੇ ਸਾਲ ਇਹ ਜ਼ਰੂਰ ਕਰਨੇ ਨੇ ਕੰਮ, ਮੈਂ ਅਗਲੇ ਸਾਲ ਇੰਨੀ ਸੇਵਾ ਜ਼ਰੂਰ ਕਰਨੀ ਹੈ, ਮੈਂ ਆਪਣੇ ਗੁਰੂ ਦੇ ਰਸਤੇ ਤੇ ਚੱਲਣਾ ਹੈ, ਮੈਂ ਜੋ ਕਹਿ ਕੇ ਗਏ ਹਨ ਉਸੇ ਰਸਤੇ ਤੇ ਚੱਲਣਾ, ਆਪਣੇ ਰਸਤੇ ਤੇ ਨਹੀਂ ਚੱਲਣਾ, ਤਾਂ ਉਹਨਾਂ ਦੇ ਗੁਰਪੁਰਬ ਮਨਾਏ ਹੋਏ ਸਫਲੇ ਹੈ। ਹਾਂਜੀ, I'll stop to see if anybody has to say something. ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਥੈਂਕ ਯੂ ਸੋ ਮਚ। ਬਹੁਤ ਹੀ ਮਤਲਬ really enjoyed the discussion that you have done, and I feel ki this was a very, you called it a detour, lekin I feel it was very, very timely. So thank you so much for that. My question actually is more of a request ki because jadi tusi discussion kar rahe si guru de bare with respect to the mool mantar, so I'm hoping ki perhaps in the next session when we resume that discussion on the guru, te ek shabad hai dimag de vich apne aap hi uth reha siga as we were talking, shabad guru surat dhun chela, ਤੇ ਉਹਦੀ explanation if you could include next week ਮੈਂ ਕਰ ਦਿਆਂਗਾ। ਜਿਹੜੇ ਇਹ ਜਿਹੜੀਆਂ ਲਾਈਨਾਂ ਜਿਹੜੀਆਂ ਨੇ ਸਿੱਧ ਗੋਸ਼ਟ ਵਿੱਚੋਂ ਹਨ, so I will definitely talk about that. Yeah, definitely. I hope I don't forget. I will not forget. And since you mentioned ਵੀਰ ਜੀ, ਮੈਂ ਇੱਕ ਚੀਜ਼ I'm sorry to interrupt you, ਮੈਂ ਇੱਕ ਚੀਜ਼ ਮੈਂ mention ਕਰਨੀ ਭੁੱਲ ਗਿਆ। ਭਾਈ ਗੁਰਦਾਸ ਨੇ ਬੜੀਆਂ ਵਾਰਾਂ ਲਿਖੀਆਂ ਮਹਾਰਾਜ ਦੀ ਸਿਫਤ ਦੇ ਉੱਤੇ, ਤੇ ਇੱਕ ਵਾਰ ਜਿਹੜੀ ਲਿਖੀ ਉਹਨਾਂ ਨੇ ਜਿਹੜੀ ਉਹਨਾਂ ਦੀ ਸਿਫਤ ਵਿੱਚ ਜਿਹੜੀ ਲਿਖੀ ਵਾਰ ਜਿਹੜੀ, ਤੇ ਉਹ ਵਾਰ ਜੇ ਸ਼ੁਰੂ ਜਿੱਥੇ ਹੁੰਦੀ ਹੈ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਉਹ ਲਾਈਨਾਂ ਜਿੱਥੇ ਆਈਆਂ ਜਿੱਥੇ, ਤੇ ਉੱਥੇ ਉਸ ਲਾਈਨ ਵਿੱਚ ਅੱਗੇ ਇੱਕ ਲਾਈਨ ਆਂਦੀ ਹੈ ਜਿੱਥੇ ਕਿ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ। ਇਹ ਲਾਈਨ ਉੱਥੇ ਲਿਖੀ ਨੇ ਲਾਈਨ। I'm just want to, ਕਈ ਵਾਰੀ ਬੰਦਾ ਫੋਕਸ ਨਹੀਂ ਕਰ ਪਾਉਂਦਾ ਲਾਈਨ ਦੇ ਉੱਤੇ, ਤੇ ਸਿੰਘ ਬੁਕੇ ਮਿਰਗਾਵਲੀ, ਸਿੰਘ ਕਹਿੰਦੇ ਨੇ ਸ਼ੇਰ ਨੂੰ, ਤੇ ਮਿਰਗਾਵਲੀ ਮ੍ਰਿਗ ਹਿਰਨ ਨੂੰ ਕਹਿੰਦੇ ਨੇ, ਮਿਰਗਾਵਲੀ ਹਿਰਨਾਂ ਦਾ ਝੁੰਡ, ਤੇ ਬੁਕੇ ਕਹਿੰਦੇ ਨੇ ਬੋਲਣੇ ਨੂੰ, ਬੁਕਣਾ ਬੋਲ ਦੇਣਾ ਜਾਂ ਦਹਾੜ ਮਾਰ ਦੇਣੀ। ਜਦੋਂ ਸੱਚ ਆ ਜਾਏ ਨਾ ਸਾਹਮਣੇ, ਜਦੋਂ ਨਾਨਕ ਵਰਗਾ, ਦੇਖੋ ਇਸ ਛੋਟੀ ਜਿਹੀ ਲਾਈਨ ਵੀ ਭਾਈ ਗੁਰਦਾਸ ਕਿੰਨੇ ਵੱਡੀ ਚੀਜ਼ ਅਕੰਪਲਿਸ਼ ਕਰ ਗਏ ਨੇ। ਕਈ ਵਾਰੀ ਅਸੀਂ ਨਹੀਂ ਫੋਕਸ ਕਰ ਸਕਦੇ ਉਹਨਾਂ ਲਾਈਨਾਂ ਨੂੰ, ਜਿਸ ਲਾਈਨਾਂ ਤੇ ਉਹਨਾਂ ਨੇ ਫੋਕਸ ਕੀਤਾ ਕਿ ਸਿੰਘ ਬੁਕੇ ਬੁਕਾਵਲੀ ਕਹਿੰਦੇ, ਜਦੋਂ ਇੱਕ ਸ਼ੇਰ ਦੀ ਦਹਾੜ ਅਗਰ ਸੁਣਾਈ ਦੇ ਦੇਵੇ ਨਾ, ਤੇ 100 ਦਾ ਝੁੰਡ ਦਾ ਹੋਵੇ ਨਾ, 100 ਹਿਰਨ ਹੋਵੇ ਨਾ ਝੁੰਡ ਦੇ, ਤੇ ਉਹਨਾਂ ਨੂੰ ਰਸਣ ਦਾ ਨਾਂ ਨਹੀਂ ਲੱਭਦਾ, ਉਹਨਾਂ ਨੂੰ ਇਸ ਤਰ੍ਹਾਂ ਬਿਖਰ ਜਾਂਦਾ ਝੁੰਡ ਉਹਨਾਂ ਦਾ ਸਾਰਾ। ਤੇ ਹਜ਼ਾਰਾਂ ਝੂਠ ਨਾ ਬੈਠੇ ਹੋਣ ਇੱਕ ਜਗ੍ਹਾ, ਇੱਕ ਨਾਨਕ ਦੀ ਸੱਚ ਦੀ ਦਹਾੜ, ਇੱਕ ਸਿੰਘ ਦੀ ਬੁੱਕ ਦੀ ਦਹਾੜ ਉਹਨਾਂ ਹਜ਼ਾਰਾਂ ਝੂਠਾਂ ਨੂੰ ਇਸ ਤਰ੍ਹਾਂ ਬਿਖੇਰ ਦਿੰਦੀ ਹੈ, ਜਿਸ ਤਰ੍ਹਾਂ ਉਹ 100 ਹਿਰਨਾਂ ਦਾ ਝੁੰਡ ਹਾਲੇ ਸ਼ੇਰ ਨੂੰ ਦੇਖਿਆ ਨਹੀਂ, ਸ਼ੇਰ ਨੂੰ ਸਿਰਫ ਸੁਣ ਕੇ, ਉਹਨਾਂ ਦੀ ਉਸਦੀ ਦਹਾੜ ਨੂੰ ਸੁਣ ਕੇ, ਤੇ ਉਹਨਾਂ ਨੂੰ ਰਸਣ ਦਾ ਰਾਹ ਨਹੀਂ ਲੱਭਦਾ ਉਹਨਾਂ ਨੂੰ। ਇਹ ਉਹਨਾਂ ਦੀ ਪਰਸਨੈਲਿਟੀ ਸੀ, ਉਹਨਾਂ ਦੀ ਇਹ ਉਹਨਾਂ ਦੀ ਸ਼ਖਸੀਅਤ ਸੀ ਉਹਨਾਂ ਦੀ। ਭਾਈ ਗੁਰਦਾਸ ਨੇ ਬਹੁਤ, somebody has their if you can mute yourself, Alex, I'll appreciate that. But ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਫੁੱਲਾ ਵੀਰ ਜੀ ਪਲੀਜ਼ ਸ਼ੇਅਰ ਕਰ ਲਓ ਆਪਣੀ ਥਾਟ। ਵੀਰ ਜੀ ਤੁਸੀਂ ਸ੍ਰੀ ਗੁਰੂ ਨਾਨਕ ਚਮਤਕਾਰ ਦਾ ਚੈਪਟਰ ਜਿਹੜਾ ਦੱਸਿਆ ਸੀ ਫਿਰ ਰਿਪੀਟ ਕਰ ਦਿਓਗੇ? Bavraj has probably better. Fulavir ji, it is Nur Shah Nistara.
ਲੇਕਿਨ ਜਿਹੜੀ ਮੈਂ ਪਹਿਲੇ ਜਿਹੜਾ ਚੈਪਟਰ ਦੱਸਿਆ ਸੀ ਨਾ ਵੇਈ ਨਦੀ ਵਾਲਾ ਜਿਹੜਾ ਉਹ ਇਨਸੀਡੈਂਟ ਹੈ ਉਹ ਵੋਲਿਊਮ ਨੰਬਰ 1 ਵਿੱਚ ਬਿਗਨਿੰਗ ਵਿੱਚ ਆਉਂਦਾ ਮੈਨੂੰ ਯਾਦ ਨਹੀਂ ਹੁਣ ਕਿਹੜਾ ਚੈਪਟਰ ਦਾ ਨਾਮ ਹੈ ਮੈਨੂੰ ਵੀਰ ਜੀ ਨੂਰ ਸ਼ਾਦ ਨਿਸਤਾਰਾ ਜਿਹੜਾ ਹੈਗਾ ਉਹ ਚੈਪਟਰ 30 ਹੈ ਪੇਜ 213 ਤੇ ਉਹ ਵਾਲਾ ਚੈਪਟਰ ਕਿੱਥੇ ਹੈ ਜਿੱਥੇ ਗੱਲਬਾਤ ਜਿੱਥੇ ਜਪਜੀ ਦੀਆਂ ਮੂਲ ਮੰਤਰ ਬਾਰੇ ਗੱਲ ਆਈ ਹੈ ਜਿੱਥੇ ਵੇਈ ਨਦੀ ਵਾਲਾ ਉਹ ਚੈਪਟਰ ਜਿਹੜਾ ਅਰਲੀਅਰ ਔਨ ਹੈ ਫੁੱਲਾ ਵੀਰ ਜੀ ਇਨ ਦਾ ਬੁੱਕ ਮੈਨੂੰ ਯਾਦ ਨਹੀਂ ਹੈ ਵੀਰ ਜੀ ਮੈਨੂੰ ਅਨਫੋਰਚੂਨਟਲੀ ਆਈ ਐਮ ਨਾਟ ਇਨ LA ਰਾਈਟ ਨਾਓ ਸੋ ਮੇਰੀ ਲਾਇਬ੍ਰੇਰੀ ਜੋ ਨਾਲ ਹੁੰਦੀ ਕਿਤਾਬਾਂ ਤੇ ਮੈਂ ਖੋੜ ਕੇ ਹੁਣੇ ਦੱਸਦਾ ਤੁਹਾਨੂੰ ਪਰ ਮੇਰੇ ਸਾਹਮਣੇ ਕੋਈ ਨਾ ਮੈਂ ਸ਼ੁਰੂ ਤੋਂ ਪੜ੍ਹ ਲਾਂਗਾ ਜੀ ਮਿਹਰਬਾਨੀ ਯਾ ਪੜਿਓ ਜਰੂਰ ਵੀਰ ਜੀ ਹੁਣ ਠੀਕ ਹੈ ਜੀ ਹਾਂਜੀ ਐਨੀਬਾਡੀ ਵਾਂਟਸ ਟੂ ਸੇ ਐਨੀਥਿੰਗ ਸ਼ੇਅਰ ਕੁਝ ਆਪਣੇ ਗੁਰੂ ਬਾਰੇ ਕੁਝ ਕਿਸੇ ਨੇ ਕੋਈ ਸ਼ੇਅਰ ਕਰਨੀ ਹੋਵੇ ਗੱਲ ਤੇ ਥੋੜਾ ਜਿਹਾ ਡਿਟੂਰ ਹੋਇਆ ਬਟ ਇਟਸ ਅ ਗੁੱਡ ਡਿਟੂਰ ਟੁਡੇ and thank you Vic Virji for saying that appreciate that ਤੇ but ਕਿਸੇ ਨੂੰ ਕੋਈ ਐਡ ਕਰਨਾ ਹੋਵੇ ਕੋਈ ਕਮੈਂਟ ਜਾਂ ਕੁਝ ਮੇਰੇ ਕੋਈ ਇੰਪੋਰਟੈਂਟ ਗੱਲ ਮੇਰੇ ਮੂੰਹੋਂ ਰਹਿ ਗਈ ਹੋਵੇ ਜਿਹੜੀ ਉਹਨਾਂ ਦੀ ਲਾਈਫ ਬਾਰੇ ਉਹਨਾਂ ਨੂੰ ਲਾਈਫ ਦੀ ਕੀ ਬੰਦਾ ਡਿਸਕ੍ਰਾਈਬ ਕਰੇਗਾ ਉਹਨਾਂ ਦੀ ਲਾਈਫ ਨੂੰ ਕੌਣ ਕਰ ਸਕਦਾ ਉਹਨਾਂ ਦੀ ਲਾਈਫ ਨੂੰ ਡਿਸਕ੍ਰਾਈਬ ਉਹ ਕੋਈ ਨਹੀਂ ਕਰ ਸਕਦਾ ਅਸੀਂ ਬਸ ਦੁਨੀਆ ਦੇ ਸਾਹਮਣੇ ਉਹਨਾਂ ਨੂੰ ਰੱਖ ਨਹੀਂ ਸਕੇ very poor ambassadors we are ਇਸ ਤੋਂ ਪੂਰ ਕੋਈ ਐਮਬੈਸਡਰ ਨਹੀਂ ਹੋ ਸਕਦਾ ਸਾਡੇ ਤੋਂ ਸਿਵਾਏ ਦੁਨੀਆ ਨੂੰ ਉਹਨਾਂ ਦੇ ਸਾਹਮਣੇ ਦੱਸ ਨਹੀਂ ਸਕੇ ਕੌਣ ਸਨ ਇਹ ਸਾਡੀ ਬਦਕਿਸਮਤੀ ਹੈ ਔਰ ਇਹ ਇਸ ਵਾਸਤੇ ਨਹੀਂ ਦੱਸ ਸਕੇ ਅਸੀਂ ਬਿਕਾਜ਼ ਅਸੀਂ ਦੂਸਰੀਆਂ ਚੀਜ਼ਾਂ 'ਚ ਰੁੱਝੇ ਪਏ ਹਾਂ ਅਸੀਂ ਉਹਨਾਂ ਦੇ ਜਨਮ ਕਦੋਂ ਹੋਇਆ ਉਹਦੇ 'ਚ ਰੁੱਝੇ ਹੋਏ ਹਾਂ ਅਸੀਂ ਉਹਦੇ 'ਚ ਲੜਾਈ ਕਰਦੇ ਹਾਂ ਅਸੀਂ ਉਹ ਲੜਾਈ ਕਰਦੇ ਹਾਂ ਕਿ ਉਹ ਕੀ ਸਨ ਕਿੱਥੇ ਸਨ ਉਹ ਕਿੰਨੀਆਂ ਬਾਈ ਬਾਲਾਜੀ ਹੋਏ ਕਿ ਨਹੀਂ ਹੋਏ ਮਰਦਾਨਾ ਨਾਲ ਗਏ ਕਿ ਨਹੀਂ ਗਏ ਉਹ ਕੀ ਹੋਇਆ ਪਰ ਜਿਹੜੀਆਂ ਇੰਪੋਰਟੈਂਟ ਉਹਨਾਂ ਦੇ ਕਿਸ ਵਾਸਤੇ ਆਏ ਦੁਨੀਆ ਵਿੱਚ ਉਹਨਾਂ ਦੀਆਂ ਟੀਚਿੰਗ ਕਿਹੜੀਆਂ ਤੇ ਬਾਣੀਆਂ ਕਿਹੜੀਆਂ ਉਹਦੇ ਉੱਤੇ ਫੋਕਸ ਬਹੁਤ ਘੱਟ ਹੈ ਹਾਂਜੀ anybody else if not then I'll end the class now wait for 10-20 more seconds if somebody wants to say something I hope everybody had a good time and learned a lot hopefully so okay ji nobody has any questions ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਸਲੈਂਟ ਸੁਰਿੰਦਰ ਵੀਰ ਜੀ ਬਹੁਤ ਸੋਹਣਾ ਤੇ ਤੁਸੀਂ ਵਾਪਸ ਕਦੋਂ ਆਣਾ ਬਸ ਆ ਰਹੇ ਹਾਂ ਥੋੜੀ ਦੇਰ ਤੱਕ ਹਫਤੇ 2 ਹਫਤੇ 1.5 ਹਫਤੇ ਚ ਆ ਜਾਏंगे ਵਾਪਸ